ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:16 ਹੋਏ ਨੇ ਤੇ 15 ਅਪ੍ਰੈਲ ਹੈ ਤੇ ਵਰ੍ਹਾ 2021 ਦਾ ਵੀਰਵਾਰ ਹੈ। 3 ਵਿਸਾਖ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਪਹਿਲੇ ਹਿੱਸੇ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਦੇਸ਼ ਪੰਜਾਬ ਦੇ ਝਰੋਖੇ ਚੋਂ ਪੰਜਾਬ ਤੋਂ ਨਮਕੀਨ ਸਿੰਘ ਪੱਤੀ ਗੱਲਬਾਤ ਕਰਨਗੇ। ਦੂਸਰੇ ਹਿੱਸੇ 'ਚ 10 ਵਜੇ 90,000 ਜਿਹੜਾ ਨਵੀਆਂ ਅਰਜ਼ੀਆਂ ਲੈਣੀਆਂ, ਜਿਹਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀ ਨੇ, ਵਰਕ ਪਰਮਿਟ ਵਾਲੇ ਵੀ ਨੇ ਤੇ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਹੈਲਥ ਕੇਅਰ ਦੇ ਵਿੱਚ 90,000 ਦੇ ਕਰੀਬ ਇਹਨਾਂ ਵਰਕਰਾਂ ਦੇ ਬਾਰੇ ਕੌਣ ਕਿਵੇਂ ਅਪਲਾਈ ਕਰ ਸਕਦਾ ਹੈ। CWC ਤੋਂ ਅਮਨ ਖਹਿਰਾ ਆਉਣਗੇ, ਕਿਵੇਂ ਬਚ ਸਕਦੇ ਨੇ ਸਾਡੇ ਜਵਾਕ, ਕਿਵੇਂ ਅਪਲਾਈ ਕਰਨਾ, ਕਿਵੇਂ ਚੂੰਡੀਆਂ ਤੋਂ ਬਚਣ ਇਹ ਖਾਸ, ਕਿਉਂਕਿ ਪਹਿਲਾਂ ਹੀ ਖੀਸੇ ਤਾਂ ਖਾਲੀ ਨੇ ਤੇ ਪਿਛਲੇ 2 ਸਾਲਾਂ ਤੋਂ 1.5 ਸਾਲਾਂ ਤੋਂ ਇਹਨਾਂ ਵਿਦਿਆਰਥੀਆਂ ਦੇ ਬਾਰੇ ਲਗਾਤਾਰ ਇਸ ਮੰਚ ਤੋਂ ਤੇ ਦੂਸਰੇ ਮੰਚ ਤੋਂ ਗੱਲ ਹੁੰਦੀ ਰਹੀ ਕਿ ਇਹਨਾਂ ਬੱਚਿਆਂ ਨੂੰ ਸਾਂਭੋ, ਇਹਨਾਂ ਬੱਚਿਆਂ ਨੂੰ ਪੱਕਾ ਕਰੋ। ਸਰਕਾਰਾਂ ਸਾਂਭਦੀਆਂ ਨੇ, ਸਰਕਾਰਾਂ ਨੂੰ ਜ਼ਰੂਰਤ ਹੈ। ਨਾਲੇ ਨਾਲ ਜਿਵੇਂ ਆਪਾਂ ਕੱਲ੍ਹ ਗੱਲ ਕੀਤੀ ਸੀ, ਸਹੂਲਤਾਂ ਵੀ ਹੋਣੀਆਂ ਚਾਹੀਦੀਆਂ ਨੇ। ਦੇਖੋ, ਗੱਲ ਤਾਂ ਚੱਲ ਜਾਣੀ ਹੈ, ਜ਼ਿੰਦਗੀ ਲੰਘ ਜਾਣੀ ਹੈ, ਜ਼ਿੰਦਗੀ ਆਪਣੀ ਪੰਜਾਬ 'ਚ ਵੀ ਲੰਘ ਜਾਣੀ ਸੀ। ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਇੱਥੇ ਆਏ ਆ, ਪਰ ਚੰਗੀ ਜ਼ਿੰਦਗੀ ਨੂੰ ਵਧੀਆ ਰੱਖਣ ਦੇ ਲਈ, ਵਧੀਆ ਬਣਾਉਣ ਦੇ ਲਈ, ਹੋਰ ਜ਼ਿੰਦਗੀ ਨੂੰ ਵਧੀਆ ਰੱਖਣ ਲਈ ਆਪਾਂ ਨੂੰ ਗੱਲ ਸਦਾ ਕਰਨੀ ਚਾਹੀਦੀ ਹੈ। ਬਿਨਾਂ ਮੰਗਿਆ ਕੁਛ ਨਹੀਂ ਹੁੰਦਾ। ਸਰਕਾਰਾਂ ਨੂੰ ਸੁਨੇਹੇ ਪਹੁੰਚਦੇ ਚਾਹੀਦੇ ਨੇ, ਆਹ ਘੱਟ ਆ, ਇੱਥੇ ਕਰੋ, ਕਿਉਂਕਿ ਜਿੱਦਣ 100 ਚੋਂ 40 ਉਹਨਾਂ ਨੇ ਲੈਣੇ ਨੇ, ਉਹ $39.99 ਨਹੀਂ ਲੈਂਦੇ। ਉਹ ਕਹਿੰਦੇ 40 ਰੱਖ, ਇੱਥੇ 5 ਸੈਂਟ ਦਾ ਬੈਲੈਂਸ ਹੁੰਦਾ ਤੇ ਚਿੱਠੀ $1.5 ਲਾ ਕੇ ਕੈਨੇਡਾ ਪੋਸਟ ਦੇ ਰਾਹੀਂ ਆਉਂਦੀ ਹੈ ਕਿ ਭੇਜੋ ਜੀ, ਆਹ ਤੁਹਾਡੇ ਵੱਲ ਨੇ, ਨਹੀਂ ਫਿਰ ਅਗਲੇ ਖਾਤੇ 'ਚ ਜੋੜ ਦਿੰਦੇ। 604-204-0600 6042040600 ਔਨ 에ਅਰ ਨੰਬਰ ਰਹੇਗਾ। ਭਲੀ ਦੁਨੀਆ ਐਵੇਂ ਕਲਯੁਗ ਕੂਕਦੀ, ਭੁੱਲੀ ਦੁਨੀਆ ਐਵੇਂ ਕਲਯੁਗ ਕੂਕਦੀ, ਮੈਨੂੰ ਸਤਜੁਗ ਆਉਂਦਾ ਦੀਂਦਾ ਵਿੱਚ ਜਹਾਨ ਦੇ। ਜਿਹੜਾ ਆਦਮ ਇੱਕ ਦਿਨ ਖੱਡਾਂ ਦੇ ਵਿੱਚ ਰਹਿੰਦਾ ਸੀ, ਉਹਦੇ ਪੁੱਤਰ ਉੱਡਦੇ ਫਿਰਦੇ ਵਿੱਚ ਅਸਮਾਨ ਦੇ, ਨਜ਼ਰਾਂ ਲੈਂਦੇ ਸੀ ਜੋ ਕਰਾਮਾਤ ਦੇ ਮਾਣ ਤੇ, ਹੱਥ ਬੰਨ ਖਲੇ ਦੇਵਤੇ ਅੱਗੇ ਸਾਇੰਸਦਾਨ ਦੇ। ਭੁੱਲੇ ਲੋਕੀ ਇੱਕ ਦਿਨ ਵਿਹਲੜ ਨੂੰ ਸੀ ਪੂਜਦੇ, ਚੰਗੇ ਕਾਮੇ ਨੂੰ ਅੱਜ ਸਮਝਦਾਰ ਸਨਮਾਨ ਦੇ। ਦੁਨੀਆ ਭੇਖਾਂ ਦੀ ਥਾਂਬਲਾਂ ਵੱਲ ਵਹਿੰਦੀ ਹੈ, ਜਾਂਦੇ ਅਰਥ ਬਦਲਦੇ ਦਿਨ ਧਰਮ ਇਮਾਨ ਦੇ। ਮਾਲਾ ਵਾਲੇ ਦੀ ਥਾਂ ਇੱਜ਼ਤ ਅੱਜ ਮਜ਼ਦੂਰ ਦੀ, ਚੱਲੇ ਬਦਲ ਨਜ਼ਰੀਏ ਆਤਮ ਦੀ ਸੰਤਾਨ ਦੇ। ਇੱਕ ਦਿਨ ਪੇਸ਼ ਹੋਣਗੇ ਫਟੀਆਂ ਲੀਰਾਂ ਸਾਹਮਣੇ, ਫਿਰਦੇ ਰੇਸ਼ਮ ਵਿੱਚ ਜੋ ਚੇਲੇ ਲੁਕੇ ਸ਼ੈਤਾਨ ਦੇ। ਜਿਨ੍ਹਾਂ ਕੁੱਲੀਆਂ ਵਿੱਚ ਨਾ ਸੂਰਜ ਡਰਦਾ ਝਾਕਦਾ, ਇੱਕ ਦਿਨ ਮਹਿਲ ਹੋਣਗੇ ਉੱਥੇ ਸ਼ਾਹੀ ਸ਼ਾਨ ਦੇ। ਇੱਕ ਦਿਨ ਲਾਲੋ ਘਰ ਵੀ ਭੋਗ ਪਦਾਰਥ ਹੋਣਗੇ, ਹੁਸਨ ਦੂਰ ਭੁਲੇਖੇ ਭਾਗੋ ਦੇ ਪੁਨਦਾਨ ਦੇ। ਰੱਬ ਦਾ ਰੂਪ ਸਮਝ ਇਨਸਾਨ ਮਿਲੂ ਇਨਸਾਨ ਨੂੰ, ਦਰਸ਼ਨ ਬੰਦੇ ਵਿੱਚੋਂ ਹੋਵਣਗੇ ਭਗਵਾਨ ਦੇ। ਪੂਰੇ ਬੋਲ ਹੋਣਗੇ ਆਖਰ ਬਾਬੇ ਨਾਨਕ ਦੇ, ਦੁਨੀਆ ਸੁਰਗ ਬਣੇਗੀ ਵਸਣ ਯੋਗ ਇਨਸਾਨ ਦੇ। ਚਾਨਣ ਹੋ ਜੂ ਸੀਤਲ ਫੈਲੂ ਧਰਮ ਅਕਾਲ ਦਾ, ਪਰਦੇ ਦੂਰ ਹੋਣਗੇ ਧਰਮ ਅਤੇ ਅਗਿਆਨ ਦੇ। ਪਰਦੇ ਦੂਰ ਹੋਣਗੇ ਭਰਮ ਅਤੇ ਅਗਿਆਨ ਤੇ। 1946 'ਚ ਸਰਦਾਰ ਸੋਹਣ ਸਿੰਘ ਸੀਤਲ ਹੋਣਾ ਨੇ ਲਿਖਿਆ। ਧੰਨਵਾਦ ਸਾਰਿਆਂ ਦਾ ਜਿੱਥੇ ਵੀ ਜੁੜ ਕੇ ਬੈਠੇ ਹੋ, ਪ੍ਰੋਗਰਾਮ ਸਵੇਰ ਤੋਂ ਸੁਣ ਰਹੇ ਹੋ। ਸਵੇਰੇ 7 ਵਜੇ ਸ਼ੁਰੂ ਹੋ ਕੇ ਰਾਤ ਦੇ 10 ਵਜੇ ਤੱਕ 15 ਘੰਟੇ ਲਾਈਵ ਟਾਕ ਸ਼ੋਅ ਕਿਸੇ ਰੇਡੀਓ ਤੇ ਹੁੰਦੇ ਨੇ। ਦੱਸਿਓ ਮੈਨੂੰ ਮੈਸੇਜ ਕਰਕੇ 6047291224। ਹਾਂ, ਸ਼ੇਰੇ ਪੰਜਾਬ ਦੀ ਇੱਕ ਆਦਤ ਹੈ 2000 ਦੀ, ਅਸੀਂ ਰਲ ਕੇ ਜਾਂ ਨਾਲ ਇਹ ਭਾਈਚਾਰੇ ਦੇ ਰਹਿੰਦੇ ਹਾਂ। ਬਾਹਲੀਆਂ ਟਾਰਾਂ ਨਹੀਂ ਮਾਰਦੇ, ਅਸੀਂ ਕੰਮ ਅਸੀਂ ਵੱਧ ਕਰਦੇ ਹਾਂ, ਮਾਣ ਅਸੀਂ ਘੱਟ ਕਰਾਉਂਦੇ ਹਾਂ। 15 ਘੰਟੇ ਦੇ ਲਾਈਵ ਟਾਕ ਸ਼ੋਅ 7 ਤੋਂ 10 ਵਜੇ ਤੱਕ ਨੇ। ਵਪਾਰਕ ਵਾਧਿਆਂ ਲਈ 604-204-0600 ਤੇ ਫੋਨ ਕਰਨਾ ਤੇ 604-729-1224 ਹਰਜੀਤ ਸਿੰਘ ਗਿੱਲ ਸ਼ੋਅ ਨੂੰ ਜੇ ਤੁਸੀਂ ਸਪਾਂਸਰ ਕਰਨਾ। ਨਵਕੀਨ ਸਿੰਘ ਪੱਤੀ ਨਾਲ ਸਾਡਾ ਰਾਬਤਾ ਹੋ ਗਿਆ ਜੀ, ਨਾਲ ਨੇ। ਪੱਤੀ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੱਲ ਬਈ 10,000 ਮੀਲ ਦੂਰ ਫੋਨ ਕਿਤੇ ਨਾ ਕਿਤੇ ਇੱਧਰ ਉੱਧਰ ਕੁੰਡੀ ਅੜ ਜਾਂਦੀ ਹੈ, ਨਾਲੇ ਹੈ ਵੀ ਬਰਨਾਲੇ ਮਾਲਵੇ ਦੇ ਗੱਭ 'ਚ ਗੱਲ ਹੋ ਰਹੀ ਹੈ। ਅੱਛਾ, ਸ਼ੁਰੂ ਦੇ ਵਿੱਚ ਹੀ ਇਹ ਦੱਸਿਓ ਮੈਨੂੰ, ਹੁਣੇ ਹੀ ਅੰਮ੍ਰਿਤਸਰੋਂ ਇੱਕ ਫੋਨ ਆਇਆ ਹੈ,
ਉਹ ਕਹਿੰਦਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਕਰੋਨਾ। 600 ਬੰਦਿਆਂ ਨੂੰ ਹੋ ਗਿਆ। ਗਰੀਬ ਲੋਕਾਂ ਨੂੰ ਸੰਸਕਾਰ ਦੇ ਲਈ 2-2 3-3 ਬੋਡੀਜ਼ ਜਿਹੜੀਆਂ ਨੇ ਇੱਕ ਸਿਵੇ ਦੇ ਵਿੱਚ ਸੰਸਕਾਰ ਹੋ ਰਿਹਾ ਹੈ। ਗੱਲ ਐਡੀ ਹੈ, ਇਹ ਬਹੁਤ ਖਾਸ ਸੂਤਰ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਆਹ ਹੋ ਰਿਹਾ। ਸਰਕਾਰ ਕਹਿ ਰਹੀ ਹੈ ਕੁਛ ਨਹੀਂ ਹੋ ਰਿਹਾ। ਕਿੰਨਾ ਕੁ ਇਹਦਾ ਪ੍ਰਕੋਪ ਕਿੰਨਾ ਵੱਧ ਰਿਹਾ ਹੈ ਕੋਵਿਡ ਦਾ? ਦੇਖੋ ਗਿੱਲ ਸਾਹਿਬ, ਇੱਕ ਪਹਿਲੂ ਜਿਹੜਾ ਤੁਸੀਂ ਦੱਸਿਆ ਵਾਕਈ ਇਹ ਸਹੀ ਦਰੁਸਤ ਇਨਫੋਰਮੇਸ਼ਨ ਹੈਗੀ ਆ। ਗੁਜਰਾਤ ਦੇ ਵਿੱਚ ਚਿਮਨੀਆਂ ਪਿਘਲ ਗਈਆਂ ਦਿਨ ਰਾਤ। ਕਈ ਸ਼ਮਸ਼ਾਨ ਘਾਟ ਚੱਲੀ ਜਾਂਦੇ ਨੇ। ਕਈ ਸ਼ਮਸ਼ਾਨ ਘਾਟ ਗੁਜਰਾਤ ਦੇ ਵਿੱਚ ਜਿਹੜੇ ਕਈ ਦਹਾਕਿਆਂ ਤੋਂ ਬੰਦ ਸੀਗੇ, ਕੋਈ ਨਦੀ ਦੇ ਉੱਤੇ ਬਣੇ ਹੋਏ, ਉਹਨਾਂ ਨੂੰ ਦੁਬਾਰੇ ਚਲਾਇਆ ਗਿਆ। ਉੱਥੇ ਦਿਨ ਰਾਤ ਅੰਤਿਮ ਸੰਸਕਾਰ ਹੋ ਜਾਂਦੇ ਨੇ, ਟਾਈਮ ਨਹੀਂ ਮਿਲਦਾ। ਇੰਨੀ ਵੱਡੀ ਪੱਧਰ ਤੇ ਡੈਡ ਬੋਡੀਜ਼ ਆ ਰਹੀਆਂ ਨੇ। ਲੇਕਿਨ ਇਹ ਮਸਲੇ ਦਾ ਇੱਕ ਪਹਿਲੂ ਆ। ਅੱਜ ਜਿਹੜਾ ਰਿਕਾਰਡ ਟੁੱਟੇ ਨੇ, 2 ਲੱਖ ਤੋਂ ਵੱਧ COVID-19 ਦੇ ਕੇਸ ਨੇ ਜਿਹੜੇ ਭਾਰਤ ਚ ਆਏ ਨੇ ਅੱਜ 24 ਘੰਟਿਆਂ ਦੌਰਾਨ। ਸੋ ਇਹ ਜਿਹੜਾ ਰਿਕਾਰਡ ਟੁੱਟਿਆ ਗਾ, ਔਰ ਇਹ ਵੀ ਵੱਡਾ ਮਸਲਾ ਗਾ ਕਿ 1038 ਮੌਤਾਂ 24 ਘੰਟਿਆਂ ਦੌਰਾਨ ਭਾਰਤ ਦੇ ਵਿੱਚ ਜਿਹੜੀਆਂ ਉਹ ਹੋਈਆਂ ਨੇ। ਪੰਜਾਬ ਦੇ ਵਿੱਚ 4333 ਨਵੇਂ ਕੇਸ ਆਏ ਨੇ। 51 ਮੌਤਾਂ 24 ਘੰਟਿਆਂ ਦੌਰਾਨ ਹੋਈਆਂ ਨੇ। ਔਰ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਐਡ ਕੀਤੀਆਂ ਗਈਆਂ। ਵੀਕਐਂਡ ਤੇ ਲਾਕਡਾਊਨ ਕਰਨ ਦੀ ਗੱਲ ਹੈ। ਪੰਜਾਬ 'ਚ ਨਾਈਟ ਕਰਫਿਊ ਚੱਲ ਰਿਹਾ ਗਾ। ਮਹਾਰਾਸ਼ਟਰ ਦੇ ਵਿੱਚ ਲਾਕਡਾਊਨ ਵਾਲੀ ਸਥਿਤੀ ਬਣੀ ਹੋਈ ਆ। ਲੇਕਿਨ ਦੂਸਰਾ ਪਹਿਲੂ ਗਿੱਲ ਸਾਹਿਬ, ਜਿਸਨੂੰ ਦੇਖ ਕੇ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚਦਾ, ਉਹ ਪਹਿਲੂ ਕਣੀ ਕੋਈ ਨਿਗਾਹ ਨਹੀਂ ਮਾਰਦਾ। ਕੁੰਭ ਦੇ ਮੇਲੇ ਦੇ ਉੱਤੇ ਲੱਖਾਂ ਦਾ ਇਕੱਠ ਅੱਜ, ਔਰ ਉੱਥੇ ਹਰ ਰੋਜ਼ ਜਿਹੜੇ ਲੱਖਾਂ ਸ਼ਰਧਾਲੂ ਨੇ ਉਹ ਇਸ਼ਨਾਨ ਕਰਦੇ ਨੇ ਗੰਗਾ ਦੇ ਵਿੱਚ, ਤੇ ਉੱਥੇ ਲਗਾਤਾਰ ਕੇਸ ਵੱਧ ਰਹੇ ਨੇ। ਮੈਂ ਦੇਖ ਰਿਹਾ ਸੀ ਕਿ 1700 ਤੋਂ ਵੱਧ COVID-19 ਦੇ ਜਿਹੜੇ ਪੋਜ਼ਿਟਿਵ ਕੇਸ ਨੇ ਮੇਲੇ ਦੇ ਵਿੱਚ ਆ ਗਏ। ਹਾਲਾਂਕਿ 2.5 ਲੱਖ ਸ਼ਰਧਾਲੂਆਂ ਦਾ ਟੈਸਟ ਆ ਜਿਹੜਾ ਉਹ ਕਰਨ ਦੀ ਗੱਲ ਚੱਲ ਰਹੀ ਆ। 47-48 ਲੱਖ ਨੇ ਤਾਂ ਟੈਸਟ ਹੀ ਨਹੀਂ ਕਰਾਇਆ। ਔਰ ਸ਼ਰਧਾਲੂਆਂ ਦਾ ਜਾਂ ਉੱਥੇ ਸਾਧਾਂ ਸੰਤਾਂ ਦਾ ਟੈਸਟ ਕਰਨ ਦੀ ਮਤਲਬ ਕਿਸੇ ਦੀ ਜ਼ਰੂਰਤ ਹੈ, ਇਹ ਵੀ ਇੱਕ ਵੱਡਾ ਸਵਾਲ ਜਿਹੜਾ ਉੱਥੇ ਬਣਿਆ ਪਿਆ। ਸੋ ਕੁੰਭ ਦਾ ਮੇਲੇ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਹੈ। 5 ਰਾਜਾਂ 'ਚ ਚੋਣਾਂ ਹੋ ਰਹੀਆਂ। ਪੱਛਮੀ ਬੰਗਾਲ ਜਦੋਂ ਅਮਿਤ ਸ਼ਾਹ ਜਾਂਦਾ, ਆਪ ਹੀ ਕਹਿੰਦਾ ਵੀ ਕੁਰਸੀਆਂ ਭਰੀਆਂ ਰਹਿੰਦੀਆਂ ਨੇ, ਲੱਖਾਂ ਦਾ ਇਕੱਠ ਹੁੰਦਾ ਹੈ। ਮੋਦੀ ਜੀ ਬਾਰ-ਬਾਰ ਜਾ ਰਹੇ ਨੇ, ਲੱਖਾਂ ਦਾ ਇਕੱਠ ਹੁੰਦਾ ਹੈ। ਤਾਂ ਫਿਰ ਜੇ ਅਜਿਹੀ ਹਾਲਤ ਆ ਵੀ 2 ਲੱਖ ਤੋਂ ਵੱਧ ਪੋਜ਼ਿਟਿਵ ਕੇਸ ਇੱਕ ਦਿਨ 'ਚ ਭਾਰਤ 'ਚ ਆ ਰਹੇ ਨੇ, ਤਾਂ ਸਾਨੂੰ ਕੀ ਅਸੀਂ ਕਿਉਂ ਪੱਛਮੀ ਬੰਗਾਲ 'ਚ ਐਡੀਆਂ ਵੱਡੀਆਂ ਰੈਲੀਆਂ ਕਰ ਰਹੇ ਹਾਂ? ਮਮਤਾ ਬੈਨਰਜੀ ਨੇ ਅੱਜ ਚਿੱਠੀ ਲਿਖੀ, ਬੜੀ ਵਧੀਆ ਗੱਲ ਉਹਨੇ ਕੀਤੀ। ਉਹ ਕਹਿੰਦੀ ਵੀ ਹੁਣ ਤੱਕ ਜਿਹੜਾ ਕੁਛ ਪੱਛਮੀ ਬੰਗਾਲ 'ਚ ਤੁਸੀਂ ਕਰ ਲਿਆ। ਜਿਹੜੀਆਂ ਇਲੈਕਸ਼ਨ ਕਮਿਸ਼ਨ ਨੂੰ ਉਹਨੇ ਚਿੱਠੀ ਲਿਖੀ ਆ, ਸਰਕਾਰ ਤਾਂ ਉਹਦੀ ਸੁਣਦੀ ਹੋਈ ਨਹੀਂ। ਉਹਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਗਾ ਕਿ ਜਿਹੜੇ ਚਰਨ ਰਹਿ ਗਏ ਇਸ ਵਕਤ ਵੋਟਾਂ ਦੇ, ਉਹ ਸਾਰੇ ਇੱਕ ਵਾਰ ਕਰਾ ਦਿਓ। COVID-19 ਨੂੰ ਦੇਖਦੇ ਹੋਏ, ਕਰੋਨਾ ਵਾਇਰਸ ਨੂੰ ਦੇਖਦੇ ਹੋਏ, ਕਿਉਂ ਇਹਨੂੰ ਲੰਬਾ ਪਾਈ ਜਾਂਦੇ ਹੋ ਚੋਣਾਂ ਨੂੰ? ਪੱਛਮੀ ਬੰਗਾਲ 'ਚ ਲਾਸ਼ਾਂ ਨਹੀਂ ਸਾਹਮਣੀਆਂ ਜਿਹੜੀ ਹਾਲਤ ਬਣੀ ਪਈ ਆ। ਔਰ ਜੇ ਗੁਜਰਾਤ 'ਚ ਹਾਲਤ ਆ, ਦਿੱਲੀ 'ਚ ਹਾਲਤ ਆ, ਪੰਜਾਬ 'ਚ 52 ਮੌਤਾਂ 24 ਘੰਟਿਆਂ ਦੌਰਾਨ ਹੋ ਰਹੀਆਂ ਨੇ, ਹਰਿਆਣਾ 'ਚ ਸਥਿਤੀ ਇਹ ਹੈ, ਤਾਂ 5 ਰਾਜਾਂ ਦੇ ਵਿੱਚ ਕਿਉਂ ਇੰਨਾ ਵੱਡਾ ਪ੍ਰਚਾਰ, ਐਡਾ ਵੱਡਾ ਇਕੱਠ, ਐਡੀ ਵੱਡੀ ਮੁਹਿੰਮਾਂ ਵਿੱਢੀਆਂ ਜਾ ਰਹੀਆਂ ਨੇ? ਅਸਲ ਦੇ ਵਿੱਚ ਗਿੱਲ ਸਾਹਿਬ ਗੱਲ ਇਹ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ, ਤੁਸੀਂ ਦੇਖੋ ਵੀ ਅੱਜ ਨਵਾਂ ਫੈਸਲਾ ਲਿਆ ਕਿ 5ਵੀਂ 8ਵੀਂ 10ਵੀਂ ਦੇ ਬਿਨਾਂ ਪੇਪਰ ਲਏ ਸਾਰੇ ਜਵਾਕ ਪਾਸ। ਚੱਕ ਪਹਿਲਾਂ ਵੀ ਹੁਣ ਤੱਕ ਜਿਹੜਾ ਕੇਂਦਰ ਦੇ ਵੱਲੋਂ ਆਈ ਸੀਗੀ ਤਜਵੀਜ਼ ਤੇ ਨਵੀਂ ਸਿੱਖਿਆ ਨੀਤੀ ਦੇ ਤਹਿਤ, ਨਵੀਂ ਸਿੱਖਿਆ ਨੀਤੀ 'ਚ ਕੀ ਸੀ? ਉਹਦੇ 'ਚ ਹੋਰ ਬਹੁਤ ਕੁਛ ਸੀ। 1:20 ਦੀ ਜਿਹੜੀ ਅਧਿਆਪਕ ਵਿਦਿਆਰਥੀ ਰੇਸ਼ੋ ਕਰਨੀ ਸੀ, ਹੋਰ ਬਹੁਤ ਕੁਛ ਨਹੀਂ ਲਾਗੂ ਕੀਤਾ। ਲਾਗੂ ਕੀ ਕੀਤਾ? ਕਹਿੰਦੇ ਪਹਿਲੀ ਤੋਂ 8ਵੀਂ ਤੱਕ ਕੋਈ ਫੇਲ ਨਹੀਂ ਕਰਨਾ। ਉਹ ਪਹਿਲੀ ਤੋਂ 8ਵੀਂ ਤੱਕ ਕੋਈ ਫੇਲ ਨਾ ਕਰਨ ਦੀ ਨੀਤੀ ਨੇ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਪਹਿਲਾਂ ਹੀ ਫੇਲ ਸੀ ਉਹਨੂੰ ਹੋਰ ਫੇਲ ਕਰਕੇ ਰੱਖਤਾ। ਔਰ ਇਹਨਾਂ ਨੇ ਤਾਂ ਅੰਕੜੇ ਦਿਖਾਉਣੇ ਸੀ ਵਰਲਡ ਬੈਂਕ ਤੱਕ, ਦੁਨੀਆ 'ਚ ਇਹ ਦੱਸਣਾ ਸੀ ਵੀ ਦੇਖੋ ਸਾਡੇ ਸਾਖਰਤਾ ਦਰ ਬਹੁਤ ਵੱਧ ਗਈ, ਸਾਡੇ ਭਾਰਤ 'ਚ ਕੋਈ ਅੰਗੂਠਾ ਛਾਪ ਨਹੀਂ ਹੈ, ਸਾਡੇ ਤਾਂ ਹਰੇਕ ਹੀ 8 ਪੜ੍ਹਿਆ ਹੋਇਆ। ਇਹ ਦਿਖਾਉਣ ਦੇ ਲਈ ਇਹਨਾਂ ਨੇ 8ਵੀਂ ਤੱਕ ਕਿਸੇ ਨੂੰ ਫੇਲ ਨਾ ਕਰਕੇ ਵਿਦਿਆਰਥੀਆਂ ਨੂੰ ਪੜ੍ਹਨੋਂ ਹਟਾਤਾ। ਔਰ ਹੁਣ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ 5ਵੀਂ 8ਵੀਂ 10ਵੀਂ ਦੇ ਸਾਰੇ ਬੱਚੇ ਪਾਸ ਬਿਨਾਂ ਪੇਪਰ ਲਏ, ਕਿਉਂਕਿ ਕਹਿੰਦੇ ਕਰੋਨਾ ਚੱਲਦਾ। ਤੁਸੀਂ ਗਿੱਲ ਸਾਹਿਬ ਇਹ ਦੇਖੋ ਵੀ ਬੱਚੇ ਪਤਾ ਕੀ ਕਹਿੰਦੇ? ਬੱਚੇ ਕਹਿੰਦੇ ਕਪਤਾਨ ਸਾਹਿਬ, ਜੇ ਕਰੋਨਾ ਚੱਲਦੀ ਆ, ਮਹਾਮਾਰੀ COVID-19 ਦੀ ਚੱਲ ਰਹੀ ਆ, ਠੀਕ ਆ, ਚੱਲ ਰਹੀ ਆ, ਸਕੂਲਾਂ 'ਚ ਚੱਲ ਰਹੀ ਹੋ, ਸ਼ਰਾਬ ਦੇ ਠੇਕੇ ਖੁੱਲੇ, ਹਾਤੇ ਖੁੱਲੇ ਨੇ, ਹੋਟਲ ਖੁੱਲੇ ਨੇ, ਉੱਥੇ ਤਾਂ ਹੈ ਨਹੀਂ। ਹਾਤਿਆਂ ਤੇ ਬਹਾ ਕੇ ਪੇਪਰ ਲੈ ਲਓ। ਸਾਡੇ ਬਾਪੂ ਹੁਣੀ ਵੀ ਬਹਿੰਦੇ ਹੀ ਨੇ ਜਾ ਕੇ ਨਿੱਤ ਹਾਤੇ ਤੇ ਸਾਡੇ ਉੱਥੇ ਬਹਾ ਕੇ ਪੇਪਰ ਲੈ ਲਓ ਜੇ ਤੁਹਾਨੂੰ ਸਕੂਲ 'ਚ ਲੱਗਦਾ। ਸੋ ਜੇ ਸੱਚੀ ਵਿੱਚ ਇਹ ਮਹਾਮਾਰੀ ਇੰਨੀ ਭਿਆਨਕ ਆ, ਜੇ ਸੱਚੀ ਵਿੱਚ ਇੰਨੇ ਕੇਸ ਆ ਰਹੇ ਨੇ, ਤਾਂ ਫਿਰ
ਸ਼ਰਾਬ ਦੇ ਠੇਕੇ, ਹਾਤੇ ਤੇ ਹੋਰ ਅਜਿਹੀਆਂ ਚੀਜ਼ਾਂ ਕਿਉਂ ਖੁੱਲੀਆਂ, ਸਕੂਲ ਕਿਉਂ ਬੰਦ, ਕੁੰਭ ਦਾ ਮੇਲਾ ਕਿਉਂ ਚਾਲੂ ਆ, ਔਰ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਪਾਬੰਦੀਆਂ ਕਿਉਂ, ਤੇ 5 ਰਾਜਾਂ ਦੇ ਵਿੱਚ ਪਾਬੰਦੀ ਕੋਈ ਨਹੀਂ। ਜੇ ਕੋਈ ਪ੍ਰੋਟੈਸਟ ਕਰਦਾ ਆਪਣੇ ਹੱਕਾਂ ਦੇ ਲਈ, ਫਿਰ ਉਹਨੂੰ ਕਰੋਨਾ ਦੀ ਗੱਲ ਸਾਹਮਣੇ ਲਿਆਂਦੀ ਜਾਂਦੀ ਆ। ਸੋ ਇਹ ਜਿਹੜਾ ਦੋਗਲਾ ਕਿਰਦਾਰ ਨਿਭਾਇਆ ਜਾ ਰਿਹਾ ਸਾਡੇ ਰਾਜਨੀਤਿਕ ਆਗੂਆਂ ਦੇ ਵੱਲੋਂ, ਉਹਦੇ ਤੇ ਸਵਾਲੀਆ ਨਿਸ਼ਾਨ ਜ਼ਰੂਰ ਉੱਠ ਰਹੇ ਨੇ ਇਸ ਕਰੋਨਾ ਮਹਾਮਾਰੀ ਦੇ ਦੌਰਾਨ। ਜੀ ਗੱਲ ਸਾਹਿਬ, ਦੀਪ ਸਿੱਧੂ ਦੀ ਰਿਹਾਈ ਦੀ ਗੱਲ ਇੱਥੇ ਚੱਲ ਰਹੀ ਹੈ, ਗੱਲ ਹੋਈ ਆ ਜਾਂ ਨਹੀਂ? ਕੋਈ ਵੱਡੇ ਚੈਨਲ ਨੇ ਹਲੇ ਤੱਕ ਖਬਰ ਨਹੀਂ ਦਿੱਤੀ ਜੀ। ਜੀ ਗੱਲ ਸਾਹਿਬ, ਦੇਖੋ ਦੀਪ ਸਿੱਧੂ ਦਾ ਜਿਹੜਾ ਕੇਸ ਹੈਗਾ ਉਹ ਪਹਿਲਾਂ 12 ਅਪ੍ਰੈਲ ਨੂੰ ਲੱਗਿਆ ਸੀਗਾ, ਉਸ ਤੋਂ ਪਹਿਲਾਂ ਵੀ ਇੱਕ ਦਿਨ ਲੱਗਿਆ ਸੀ। ਅੱਜ ਉਹਦੇ ਉੱਤੇ ਜਿਹੜੀ ਉਹ ਸੁਣਵਾਈ 15 ਅਪ੍ਰੈਲ ਨੂੰ ਲੱਗੀ ਹੋਈ ਸੀਗੀ। ਅੱਜ ਸਵੇਰ ਤੋਂ ਉਸ ਕੇਸ ਦੇ ਉੱਤੇ ਕਈ ਵਾਰ ਜਿਹੜੀ ਚਰਚਾ ਗਈ ਉਹ ਚੱਲੀ ਆ ਅਦਾਲਤ ਦੇ ਵਿੱਚ। ਅਦਾਲਤ ਦੇ ਵਿੱਚੋਂ ਕੁਝ ਘੰਟਾ ਕੁ ਪਹਿਲਾਂ ਲਗਭਗ ਕੁਛ ਜਿਹੜੇ ਸੋਸ਼ਲ ਮੀਡੀਆ ਚੈਨਲ ਨੇ ਉਹਨਾਂ ਨੇ ਖਬਰ ਨਸ਼ਰ ਕੀਤੀ ਕਿ ਦੀਪ ਸਿੱਧੂ ਦੀ ਜ਼ਮਾਨਤ ਆ ਜਿਹੜੀ ਉਹ ਹੋ ਚੁੱਕੀ ਆ। ਲੇਕਿਨ ਕਿਸੇ ਵੀ, ਨਾ ਹੀ ਤਾਂ ਕਿਸੇ ਅਜਿਹੇ ਵਿਅਕਤੀ ਨੇ ਜਿਹੜਾ ਜ਼ਿੰਮੇਵਾਰ ਵਿਅਕਤੀ ਹੋਵੇ ਜਿਹਦੀ ਗੱਲ ਆਪਾਂ ਮੰਨ ਲਈਏ, ਜਾਂ ਕਿਸੇ ਵਕੀਲ ਸਾਹਿਬ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ, ਨਾ ਹੀ ਕਿਸੇ ਵੱਡੇ ਚੈਨਲ ਨੇ ਜਾਂ ਕਿਸੇ ਨਿਊਜ਼ ਪੇਪਰ ਨੇ ਜਿਹੜੀ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਉਹ ਕੀਤੀ ਆ। ਸਗੋਂ ਦੀ ਬਹੁਤ ਸਾਰੇ ਲੋਕਾਂ ਨੇ ਕਿਹਾ ਜਾ ਰਿਹਾ ਸੰਭਾਵਨਾ ਪੂਰੀ ਆ। ਦੇਖੋ ਜ਼ਮਾਨਤ ਦੀ ਕੇਸ ਅੱਜ ਲੱਗਿਆ ਹੋਇਆ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਅਦਾਲਤ ਦੇ ਵਿੱਚ ਕਲੀਅਰ ਹੋ ਰਹੀਆਂ ਨੇ, ਸੰਭਾਵਨਾ ਪੂਰੀ ਆ। ਲੇਕਿਨ ਅਜੇ ਤੱਕ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹਨੂੰ ਬੇਲ ਆ ਜਿਹੜੀ ਉਹ ਮਿਲ ਗਈ ਆ। ਜੀ, ਸਿੱਖ ਸਿਆਸਤ ਨੇ ਜੀ ਹੁਣੇ ਖਬਰ ਦਿੱਤੀ ਹੈ ਕਿ ਜਗਤਾਰ ਸਿੰਘ ਜੱਗੀ ਜੌਹਲ ਦੀ ਜ਼ਮਾਨਤ ਜਿਹੜੀ ਹੈ ਉਹ ਮਨਜ਼ੂਰ ਹੋਈ ਆ 55 ਮਿੰਟ ਪਹਿਲਾਂ। ਚਲੋ ਇਸ ਦੇ ਬਾਰੇ ਅੱਗੇ ਜਾ ਕੇ ਵੀ ਗੱਲ ਕਰਾਂਗੇ। ਅੱਛਾ, ਅੱਗੇ ਹੁਣ ਮੈਂ ਕੰਵਰ ਵਿਜੇ ਪ੍ਰਤਾਪ ਦੀ ਗੱਲ ਕਰਨੀ ਚਾਹੁੰਦਾ। ਦਿੱਲੀ ਪੁਲਿਸ ਦਾ ਸਬ ਇੰਸਪੈਕਟਰ ਸੀਤਾਮੜੀ ਜ਼ਿਲ੍ਹੇ ਦਾ ਬਿਹਾਰ ਤੋਂ IPS ਬਣ ਗਿਆ ਤੇ 20-22 ਸਾਲ ਦੀ ਸਰਵਿਸ ਹੈ। ਬੜੀਆਂ ਗੱਲਾਂ ਚੱਲਦੀਆਂ ਨੇ। ਬੰਗਾਲ ਨੂੰ ਮੈਂ ਬੜਾ ਨੇੜਿਓਂ ਵੇਖਿਆ ਨਵਕਿਰਨ ਜੀ, ਜਾਂ ਸਿਆਸਤ ਉੱਥੇ ਬਹੁਤ ਭਾਰੂ ਹੈ ਬੰਗਾਲ ਦੇ ਵਿੱਚ। ਪੁਲਿਸ ਵਾਲੇ ਵੀ ਸਿਆਸਤ ਕਰਦੇ ਨੇ, ਸਿਆਸਤ ਵਾਲੇ ਵੀ ਸਿਆਸਤ ਕਰਦੇ ਨੇ ਜਿਹੜੇ ਕਰ ਸਕਦੇ ਆ। ਕੰਵਰ ਵਿਜੇ ਪ੍ਰਤਾਪ ਦਾ ਕਹਿਣਾ ਮੈਂ ਕਮਿਊਨਿਟੀ ਨੂੰ ਸਰਵ ਕਰਨਾ ਹੈ। ਕਿਸ ਤਰ੍ਹਾਂ ਸਰਵ ਕਰਨਾ ਹੈ? NGO ਬਣਾ ਕੇ ਜਾਂ ਰਾਜਨੀਤੀ ਜਾ ਕੇ? ਕੀ ਰਾਜਨੀਤੀ ਜੁਆਇਨ ਕਰੇਗਾ? ਆਮ ਆਦਮੀ ਪਾਰਟੀ ਦੀਆਂ ਗੱਲਾਂ ਚੱਲ ਰਹੀਆਂ ਅੰਮ੍ਰਿਤਸਰ ਤੋਂ ਕਿ ਚੋਣ ਲੜ ਸਕਦਾ ਹੈ। ਤੇ ਹੁਣ ਲੋਕ ਕੀ ਕਹਿ ਰਹੇ ਨੇ ਵੀ ਇਹਨੂੰ ਜਨਤਕ ਕਰੋ, ਜਿਹੜੀ ਰਿਪੋਰਟ ਦਿੱਤੀ ਆ ਉਹਨੇ। ਜੀ ਗੱਲ ਸਾਹਿਬ, ਦੇਖੋ ਸਵਾਲ ਇਹ ਉੱਠ ਰਹੇ ਨੇ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਿਪੋਰਟ ਦਿੱਤੀ, ਉਹ ਰਿਪੋਰਟ ਅਦਾਲਤ ਨੇ ਰੱਦ ਕਰਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਹਿਤਾ ਕਿ ਇਹ ਰਿਪੋਰਟ ਹੈਗੀ ਜਿਹੜੀ ਉਹਨੂੰ ਅਸੀਂ ਰੱਦ ਕਰਦੇ, ਇੱਕ ਪਾਸੜ ਹੈ, ਔਰ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੇ ਹੋਏ ਚ ਕੁੰਵਰ ਵਿਜੇ ਪ੍ਰਤਾਪ ਨਾ ਹੋਵੇ, ਉਹ ਜਾਂਚ ਕਰੇ। ਲੇਕਿਨ ਹੁਣ ਸਵਾਲ ਇਹ ਉੱਠ ਹੈ ਕਿ ਆਖਰ ਉਸ ਰਿਪੋਰਟ 'ਚ ਹੈ ਕੀ? ਸਾਨੂੰ ਤਾਂ ਪਤਾ ਲੱਗੇ, ਪੰਜਾਬ ਨੂੰ ਤਾਂ ਪਤਾ ਲੱਗੇ, ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਲੱਗੇ ਕਿ ਆਖਰ ਉਸ ਰਿਪੋਰਟ ਦੇ ਵਿੱਚ ਕੀ। ਦੇਖੋ ਜ਼ਾਹਰਾ ਤੌਰ ਦੇ ਉੱਤੇ ਆ ਕਿ ਪੂਰੇ ਪੰਜਾਬ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਹੁਤ ਜ਼ਿਆਦਾ ਮਾਣ, ਸਤਿਕਾਰ, ਪਿਆਰ ਦਿੱਤਾ। ਲੇਕਿਨ ਕਿਸੇ ਨੇ ਉਹ ਰਿਪੋਰਟ ਨਹੀਂ ਪੜ੍ਹੀ ਕਿ ਉਹ ਰਿਪੋਰਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਜਿਹੜੀ ਕੁਝ ਮੈਂਬਰਾਂ ਦੀ, ਉਸ ਨੇ ਉਸ ਰਿਪੋਰਟ ਦੇ ਵਿੱਚ ਲਿਖਿਆ ਕੀ ਆ। ਸੋ ਇਹਦੇ ਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਗਿੱਲ ਸਾਹਿਬ ਉੱਠਣੇ ਸੁਭਾਵਿਕ ਨੇ। ਪਹਿਲੀ ਗੱਲ ਤਾਂ ਇਹ ਕਿ ਜਿਹੜੇ ਸਾਡੇ ਐਡਵੋਕੇਟ ਜਨਰਲ ਨੇ ਪੰਜਾਬ ਸਰਕਾਰ ਦੇ ਵੱਲੋਂ, ਜਿਹੜੇ ਸਰਕਾਰੀ ਵਕੀਲ ਆਪਾਂ ਨੂੰ ਜਿਹੜਾ ਸਿੱਧੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ, ਉਹ ਲਗਾਤਾਰ ਕੇਸ ਹਾਰ ਰਹੇ ਨੇ ਐਡਵੋਕੇਟ ਜਨਰਲ ਸਾਹਿਬ। ਤਾਂ ਉਹਨਾਂ ਦੀ ਤਾਂ ਜ਼ਿੰਮੇਵਾਰੀ ਸੀ ਦੇਖੋ ਕੇਸ ਦੀ ਪੈਰਵਾਈ ਕਰਦੇ। ਪੰਜਾਬ ਸਰਕਾਰ ਨੇ ਇਹ ਟੀਮ ਬਣਾਈ ਸਪੈਸ਼ਲ ਇਨਵੈਸਟੀਗੇਸ਼ਨ ਦੀ, ਔਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀਗੀ ਕਿ ਉਹ ਅਦਾਲਤ ਦੇ ਵਿੱਚ ਆਪਣੀ ਟੀਮ ਦਾ ਬਚਾਅ ਕਰਦੀ। ਔਰ ਉੱਥੇ ਬਚਾ ਕੇ ਨਹੀਂ ਕਰਨਾ ਸੀ ਐਡਵੋਕੇਟ ਜਨਰਲ ਸਾਹਿਬ ਨੇ, ਜਾਂ ਇਹਨਾਂ ਕੋਲੇ ਹੋਰ ਪ੍ਰਾਈਵੇਟ ਵਕੀਲ ਵੀ ਉਹਨਾਂ ਦੀ ਮਦਦ ਦੇ ਲਈ ਹਾਇਰ ਕੀਤੇ ਜਾ ਸਕਦੇ, ਬਹੁਤ ਵਾਰੇ ਕਰਦੇ ਨੇ। ਜਿਵੇਂ ਮੈਂ ਪਿਛਲੇ ਦਿਨੀ ਵੀ ਉਦਾਹਰਨ ਦਿੱਤੀ ਕਿ ਇਹਨਾਂ ਨੇ ਮੁਖਤਾਰ ਅੰਸਾਰੀ ਜਿਹੜਾ ਯੂਪੀ ਦਾ ਗੈਂਗਸਟਰ ਹੈ, MLA ਆ, ਉਹਦੀ ਖਾਤਰ ਜਾ ਕੇ ਦੁਸ਼ਮਣ ਦਵੇ ਹਾਇਰ ਕਰ ਲਿਆ ਸੁਪਰੀਮ ਕੋਰਟ ਦੇ ਵਿੱਚ, ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਕਿਉਂ ਨਹੀਂ ਕੀਤਾ? ਸੋ ਇੱਕ ਤਾਂ ਇਹ ਕਿ ਪੰਜਾਬ ਸਰਕਾਰ ਇਹਦੇ ਵਿੱਚ ਜਿਹੜੀ ਉਹਨਾਂ ਦੀ ਕਮਜ਼ੋਰ ਸਥਿਤੀ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ, ਕੀ ਉਹ ਇਸ ਕਰਕੇ ਕਮਜ਼ੋਰ ਆ, ਜਾਂ ਫਿਰ ਇਹ ਹੈਗਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲੱਗਦੇ ਨੇ ਕਿ ਬਾਦਲਾਂ ਨਾਲ ਰਲੇ ਹੋਏ ਨੇ। ਔਰ ਇਹ ਜਿਹੜੀ ਰਿਪੋਰਟ ਹੈ, ਹਾਲਾਂਕਿ ਹਾਲੇ ਤੱਕ ਆਪਾਂ ਇਹ ਪੜ੍ਹੀ ਨਹੀਂ, ਹਾਲੇ ਇਹ ਰਿਪੋਰਟ ਦੇ ਵਿੱਚ ਕੀ ਆ ਅਜੇ ਤੱਕ ਕਿਸੇ ਨੂੰ ਨਹੀਂ, ਬਹੁਤੇ ਲੋਕਾਂ ਨੂੰ ਪਤਾ। ਹਾਲਾਂਕਿ ਦੱਸਿਆ ਜਾਂਦਾ ਕਿ ਇਸ ਰਿਪੋਰਟ ਦੇ ਰਾਹੀਂ ਬਾਦਲ ਪਰਿਵਾਰ ਮੁਸੀਬਤ 'ਚ ਖੜਾ ਹੁੰਦਾ ਸੀ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਬਹੁਤਾ ਜ਼ੋਰ ਨਹੀਂ ਲਾਇਆ। ਤੇ ਇਹ ਰਿਪੋਰਟ ਆ ਜਿਹੜੀ ਉਹ ਸੱਚਮੁੱਚ ਜੱਗ ਜ਼ਾਹਰ ਹੋਣੀ ਚਾਹੀਦੀ ਆ। ਹੁਣ ਤੁਸੀਂ ਇਹ ਦੇਖੋ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰਿਪੋਰਟ ਜਨਤਕ ਕਰੋ, ਕਾਂਗਰਸ ਪਾਰਟੀ ਦਾ MLA ਆ।
ਰਵਨੀਤ ਬਿੱਟੂ ਕਾਂਗਰਸ ਪਾਰਟੀ ਦਾ ਹੁਣ ਮੈਂਬਰ ਪਾਰਲੀਮੈਂਟ ਹੀ ਨਹੀਂ ਹੈਗਾ, ਵਿਰੋਧੀ ਧਿਰ ਦਾ ਆਗੂ ਰਿਹਾ ਪਿਛਲੇ ਸੈਸ਼ਨ ਦੇ ਵਿੱਚ ਜਿਹੜਾ ਲੋਕ ਸਭਾ ਦਾ ਚੱਲਿਆ। ਤੇ ਰਵਨੀਤ ਬਿੱਟੂ ਨੇ ਕਿਹਾ, ਉਹ ਕਹਿੰਦਾ ਜਨਤਕ ਤਾਂ ਕਰੋ, ਜੇਕਰ ਇਨਸਾਫ ਨਾ ਦਿੱਤਾ ਉਹ ਕਹਿੰਦਾ ਸਾਨੂੰ ਪਿੰਡਾਂ 'ਚ ਵੜਨਾ ਔਖਾ ਹੋ ਜਾਊ ਕਾਂਗਰਸੀਆਂ ਨੂੰ। ਔਰ ਉਹ ਕਹਿੰਦਾ ਜੇ ਰਿਪੋਰਟਾਂ ਅਸੀਂ ਤਿਆਰ ਕਿਉਂ ਕਰਾਉਣੇ ਆ ਜੇ ਜਨਤਕ ਹੀ ਨਹੀਂ ਕਰਨੀਆਂ। ਪ੍ਰਤਾਪ ਸਿੰਘ ਬਾਜਵਾ ਕਹਿ ਚੁੱਕਿਆ ਗਾ ਕਿ ਰਿਪੋਰਟ ਜਨਤਕ ਕਰੋ, ਸਾਰੇ MLA ਦੀ ਬੈਠਕ ਬੁਲਾਓ। ਕਾਂਗਰਸ ਪਾਰਟੀ ਦੇ ਅੰਦਰਲੇ ਤਾਂ ਕਹਿੰਦੇ ਆ, ਪਰਮਿੰਦਰ ਢੀਂਡਸੇ ਨੇ ਕਿਹਾ, ਉਹ ਕਹਿੰਦਾ ਕੈਪਟਨ ਤੇ ਬਾਦਲ ਦੀ ਮਿਲੀ ਭੁਗਤ ਹੈ, ਰਿਪੋਰਟ ਜਨਤਕ ਕਰੋ। ਭਾਰਤੀ ਜਨਤਾ ਪਾਰਟੀ ਦਾ ਆਗੂ ਚਰਚਾ 'ਚ ਰਿਹਾ ਇਹਨਾਂ ਦਿਨਾਂ ਦੇ ਵਿੱਚ, ਹਾਲਾਂਕਿ ਬਹੁਤੇ ਵਾਰ ਮੈਨੂੰ ਐ ਹੁੰਦਾ ਕਿ ਕੀ ਗੱਲ ਕਰਨੀ ਹੈ ਹਰਜੀਤ ਗਰੇਵਾਲ ਦੀ। ਹਰਜੀਤ ਗਰੇਵਾਲ ਕਹਿੰਦਾ ਰਿਪੋਰਟ ਜਨਤਕ। ਸੋ ਇਹ ਜਿਹੜੀ ਰਿਪੋਰਟ ਹੈ ਉਹ ਆਮ ਲੋਕ ਕਹਿ ਰਹੇ ਨੇ ਕਿ ਜਨਤਕ ਹੋਣੀ ਚਾਹੀਦੀ ਆ। ਗਿੱਲ ਸਾਹਿਬ ਗੱਲ ਇੱਥੇ ਨਹੀਂ ਰੁਕੀ, ਅਦਾਲਤ ਅੱਜ ਫਰੀਦਕੋਟ ਜੀ ਦੇ ਬਾਹਰ ਧਰਨਾ ਲੱਗਿਆ, ਸਿੱਖ ਸੰਗਤ ਨੇ ਧਰਨਾ ਲਾਇਆ। ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਬਹੁਤ ਸਾਰੀਆਂ ਸਿੰਘ ਸੰਸਥਾਵਾਂ ਉਹਨਾਂ ਨੇ ਧਰਨਾ ਲਾਇਆ ਔਰ ਇੱਕ ਵੱਡਾ ਐਲਾਨ ਕੀਤਾ। ਹਾਲਾਂਕਿ ਐਲਾਨ ਬਹੁਤ ਵੱਡਾ ਹੈ। ਉਹਨਾਂ ਨੇ ਕਿਹਾ ਕਿ 19 ਅਪ੍ਰੈਲ ਨੂੰ ਹਾਈ ਕੋਰਟ ਦੇ ਬਾਹਰ ਧਰਨਾ ਲਾ, ਕਿਉਂਕਿ ਹੁਣ ਤੱਕ ਇਹ ਮੰਨਿਆ ਜਾਂਦਾ ਕਿ ਤੁਸੀਂ ਸਰਕਾਰ ਖਿਲਾਫ ਬੋਲ ਸਕਦੇ। ਜਦੋਂ ਤੁਸੀਂ ਅਦਾਲਤ ਦੇ ਮੂਹਰੇ ਧਰਨੇ ਲਾਉਣ ਦੀ ਗੱਲ ਕਰਦੇ ਹੋ ਤਾਂ ਅਦਾਲਤਾਂ ਕੰਟੈਂਪਟ ਆਫ ਕੋਰਟ ਜਿਹੜਾ ਅਦਾਲਤੀ ਮਾਣਹਾਨੀ ਦੀ ਗੱਲ ਸ਼ੁਰੂ ਕਰਦੀਆਂ ਨੇ। ਤਾਂ ਉਹਨਾਂ ਨੇ ਉੱਥੋਂ ਜਿਹੜਾ ਐਲਾਨ ਕੀਤਾ ਕਿ 19 ਅਪ੍ਰੈਲ ਨੂੰ ਹਾਈ ਕੋਰਟ ਦੇ ਬਾਹਰ ਧਰਨਾ ਲਾ, ਤਾਂ ਇਹ ਇੱਕ ਵੱਡੀ ਗੱਲ ਆ। ਔਰ ਇਹ ਆਵਾਜ਼ ਆ ਜਿਹੜੀ ਉਹ ਦੇਖੋ ਪੰਜਾਬ ਸਰਕਾਰ ਨੂੰ ਸੁਣਨੀ ਚਾਹੀਦੀ ਹੈ। ਪੰਜਾਬ ਸਰਕਾਰ ਇਸ ਕੇਸ ਦੇ ਵਿੱਚ ਹੁਣ ਕੀ ਕਰ ਸਕਦੀ ਹੈ? ਪੰਜਾਬ ਸਰਕਾਰ ਕਰ ਸਕਦੀ ਹੈ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀ ਆ, ਕੇਸ ਦੀ ਢੰਗ ਨਾਲ ਪੈਰਵਾਈ ਕਰੇ, ਚੋਟੀ ਦੇ ਵਕੀਲਾਂ ਨੂੰ ਲਿਆਵੇ ਔਰ ਇਸ ਕੇਸ ਦੀ ਪੈਰਵਾਈ ਕਰਦੇ ਹੋਏ ਇਸ ਕੇਸ ਦੇ ਵਿੱਚ ਜਿਹੜੀ ਰਿਪੋਰਟ ਹੈ, ਇੱਕ ਤਾਂ ਉਹਦੀ ਪੈਰਵਾਈ ਕਰੇ, ਦੂਸਰਾ ਉਹ ਰਿਪੋਰਟ ਨੂੰ ਜਨਤਕ ਕਰੇ। ਜੇ ਦੇਖੋ ਅਦਾਲਤ ਦੇ ਵਿੱਚ ਰਿਪੋਰਟ ਅਦਾਲਤ ਨੇ ਰੱਦ ਕਰਤੀ, ਜੇ ਲੋਕਾਂ ਦੇ ਵਿੱਚ ਜਨਤਕ ਹੋ ਜਾਂਦੀ ਹੈ ਗੱਲ ਸਾਹਿਬ, ਉਹ ਰਿਪੋਰਟ 'ਚ ਲਿਖਿਆ ਕੀ ਆ, ਮੈਨੂੰ ਲੱਗਦਾ ਇਹੀ ਬਹੁਤ ਵੱਡੀ ਗੱਲ ਹੋਊਗੀ। ਹਾਲਾਂਕਿ ਅਦਾਲਤ ਦੇ ਵਿੱਚ ਵੀ ਹੋਣਾ ਚਾਹੀਦਾ, ਲੇਕਿਨ ਇਹ ਵੀ ਵੱਡੀ ਗੱਲ ਹੋਊ ਕਿ ਜੇ ਲੋਕਾਂ ਦੀ ਕਚਹਿਰੀ ਦੇ ਵਿੱਚ ਉਹ ਰਿਪੋਰਟ ਜਨਤਕ ਹੁੰਦੀ ਹੈ। ਜੀ ਅੱਛਾ, ਸਿੰਘੂ ਬਾਰਡਰ ਤੇ ਕਿਸਾਨ ਜਿੱਥੇ ਰਹਿੰਦੇ ਨੇ ਉਸ ਝੌਂਪੜੀਆਂ ਨੇ ਜਾਂ ਟੈਂਟ ਨੇ, ਉਹਨਾਂ ਨੂੰ ਅੱਗ ਲੱਗੀ ਹੈ ਜੀ? ਜੀ ਗੱਲ ਸਾਹਿਬ, ਇਹ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਬੜਾ ਕੀਮਤੀ ਸਮਾਨ ਸੀ ਉੱਥੇ। ਦੇਖੋ ਜਿਹੜੀਆਂ ਉਹਨੂੰ ਝੋਪੜੀਆਂ ਵੀ ਕਹਿ ਲਈਏ, ਜਿਵੇਂ ਤੁਸੀਂ ਟੈਂਟ ਵੀ ਕਿਹਾ ਜਾ ਸਕਦਾ ਗਾ। ਦਰਅਸਲ ਉੱਥੇ ਹੁਣ ਗਰਮੀਆਂ ਦੇ ਵਿੱਚ ਟਰਾਲੀਆਂ 'ਚ ਰਹਿਣਾ ਬੜਾ ਮੁਸ਼ਕਲ ਹੋ ਗਿਆ, ਟਰਾਲੀਆਂ ਦੇ ਵਿੱਚ ਰਿਹਾ ਨਹੀਂ ਜਾ ਸਕਦਾ, ਜਿਹਦੇ ਕਰਕੇ ਕਿਸਾਨਾਂ ਨੇ ਉੱਥੇ ਗਿੱਲ ਸਾਹਿਬ ਜਾਂ ਤਾਂ ਜਿਹੜੇ ਉਹ ਪੂਲੇ ਕਹਿ ਦਿੰਦੇ ਆ, ਆਪਾਂ ਕਾਨੇ ਕਹਿ ਦਿੰਦੇ ਆ, ਬਾਂਸ ਕਹਿ ਦਿੰਦੇ ਆ, ਉਹ ਸਾਰੇ ਕਾਸੇ ਨੂੰ ਇਕੱਠਾ ਕਰਕੇ ਉੱਤੇ ਗੱਦੇ ਪਾ ਕੇ, ਤਰਪਾਲ ਪਾ ਕੇ ਬੜੀਆਂ ਸੋਹਣੀਆਂ ਝੋਪੜੀਆਂ ਨੇ ਜਿਹੜੀਆਂ ਉਹ ਬਣਾਈਆਂ ਨੇ। ਉੱਥੇ ਕਿਰਾਏ ਦੇ ਉੱਤੇ ਵੀ ਮਜ਼ਦੂਰ ਨੇ ਜਿਹੜੇ ਲਗਭਗ 35 ਰੁਪਏ ਸਕੁਅਰ ਫੁੱਟ ਜਾਂ ਹੋਰ ਇਸ ਦੇ ਆਸ-ਪਾਸ ਜਿਹੜਾ ਲੈਂਦੇ ਨੇ, ਉਹ ਝੋਪੜੀਆਂ ਤਿਆਰ ਕਰਦੇ ਨੇ। 15 ਤੋਂ 17,000 ਰੁਪਏ ਦੇ ਵਿੱਚ 15 ਬਾਏ 12 ਦੀ ਇੱਕ ਝੋਪੜੀ ਆ ਜਿਹੜੀ ਉਹ ਤਿਆਰ ਹੋ ਜਾਂਦੀ ਆ। ਤਾਂ ਉਸ ਜਿਹੜੀਆਂ ਝੋਪੜੀਆਂ ਤਿਆਰ ਹੋਈਆਂ ਉੱਥੇ ਅੱਗ ਲੱਗੀ ਆ। ਬੜੀ ਮੰਦਭਾਗੀ ਘਟਨਾ ਵਾਪਰੀ ਆ। ਕਈ ਝੋਪੜੀਆਂ, 3 ਥਾਂ ਲੱਗੀ ਅੱਗ। ਔਰ ਇਸ ਦੇ ਪਿੱਛੇ ਜਿਹੜੇ ਦੇਖੋ ਉੱਥੇ ਦੇਖਣ ਵਾਲੇ ਕਿਸਾਨ ਨੇ, ਉਹਨਾਂ ਨੇ ਕਿਹਾ ਵੀ ਅੱਗ ਲੱਗੀ ਨਹੀਂ, ਲਾਈ ਗਈ ਆ, ਸ਼ਰਾਰਤੀ ਅਨਸਰਾਂ ਨੇ ਅੱਗ ਲਾਈ ਆ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬਲਦੇਵ ਸਿੰਘ ਸਿਰਸਾ ਤੇ ਹੋਰ ਕੁਝ ਕਿਸਾਨ ਆਗੂਆਂ ਨੇ ਸਟੇਟਮੈਂਟ ਜਾਰੀ ਕੀਤੀ ਆ ਬਕਾਇਦਾ ਕਿ ਅਸੀਂ ਪੜਤਾਲ ਕੀਤੀ ਆ ਮੁੱਢਲੇ ਤੌਰ ਦੇ ਉੱਤੇ, ਔਰ ਇਹ ਅੱਗ ਜਿਹੜੀ ਸ਼ਰਾਰਤੀ ਅਨਸਰਾਂ ਨੇ ਲਾਈ ਆ, ਜਾਣ ਬੁੱਝ ਕੇ ਕਿਸਾਨਾਂ ਦਾ ਜਾਨੀ ਮਾਲੀ ਨੁਕਸਾਨ ਕਰਨ ਦੇ ਪਰਪਜ਼ ਦੇ ਨਾਲ ਇਹ ਅੱਗ ਆ ਜਿਹੜੀ ਉਹ ਲਾਈ ਗਈ ਆ। ਪੁਲਿਸ ਨੂੰ ਤਲਾਹ ਕੀਤਾ, ਪੁਲਿਸ ਆਈ ਹੈ, ਅਜੇ ਤੱਕ ਕੋਈ ਕਾਰਵਾਈ ਹੈ ਜਿਹੜੀ ਪੁਲਿਸ ਨੇ ਨਹੀਂ ਕੀਤੀ। ਸੋ ਇਹ ਬੜੀ ਮਾੜੀ ਗੱਲ ਹੈਗੀ। ਇਸ ਤਰੀਕੇ ਦੇ ਨਾਲ ਮਤਲਬ ਅਸਲ ਜਿਹੜੀ ਮੋਦੀ ਸਰਕਾਰ ਦੇ ਕੋਲ ਤਾਂ ਉਹਨਾਂ ਨੂੰ ਮੰਗਾਂ ਮੰਨਣੀਆਂ ਚਾਹੀਦੀਆਂ। ਮੰਗਾਂ ਨਾ ਮੰਨਣ ਦੀ ਬਜਾਏ ਉਹਨਾਂ ਦੇ ਜਿਹੜੇ ਸਮਰਥਕ ਨੇ, ਜੋ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਨੇ, ਇਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੇ ਆ, ਤਾਂ ਬਿਲਕੁਲ ਵੀ ਠੀਕ ਨਹੀਂ ਹੈ। ਦੇਸ਼ ਦੇ ਅੰਨਦਾਤੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਆ ਜਿਹੜਾ ਕਦਾਚਿਤ ਵੀ ਬਰਦਾਸ਼ਤਯੋਗ ਨਹੀਂ ਹੈ। ਜੀ ਹਾਈਵੇ ਦੀ ਜਿਹੜੀ ਕਟੜੇ ਵਾਲਾ ਹਾਈਵੇ ਆ, ਉਹਦੀਆਂ ਜ਼ਮੀਨਾਂ ਅਕਵਾਇਰ ਕਰਨੀਆਂ ਨੇ, ਉਹਦਾ ਫਿਰ ਧਰਨਾ ਜਿਹੜਾ ਇਹ ਗਰਮੈਸ਼ 'ਚ ਹੋ ਰਿਹਾ। ਤੇ ਮੈਂ ਇਹ ਤੋਂ ਪਹਿਲਾਂ ਮੈਂ ਹੁਣ ਕਿਉਂਕਿ ਖਬਰਾਂ ਘਟ ਗਈਆਂ ਬਾਰਡਰ ਦੀਆਂ, ਸੰਘਰਸ਼ 'ਚ ਲੋਕ ਬੈਠੇ ਆ, 35 ਡਿਗਰੀ ਟੈਂਪਰੇਚਰ ਹੈ, ਕਿੰਨੀ ਕੁ ਗਿਣਤੀ ਹੈ ਜੀ? ਇਹ ਵੀ ਦੱਸ ਕੇ ਜਾਓ। ਮੇਰੇ ਮਨ ਦੇ ਵਿੱਚ ਸੀ ਕਿ ਆਲੇ ਦੁਆਲੇ ਵੀ ਗੱਲਾਂ ਹੋ ਗਈਆਂ ਤੇ ਉਧਰ ਮਹਾ ਪੰਚਾਇਤ ਕਰਦੇ ਲੀਡਰ ਪੰਜਾਬ 'ਚ ਫਿਰਦੇ ਆ, ਕਿਹੋ ਜਿਹਾ ਮਾਹੌਲ ਹੈ ਇਹਦੇ ਬਾਰੇ ਵੀ ਦੱਸੋ ਜੀ। ਹੁਣੇ ਮੈਸੇਜ ਆਇਆ ਵੀ ਇਹ ਵੀ ਪੁੱਛੋ ਵੀ ਹੁਣ ਉਹਨਾਂ ਨੂੰ ਅਸੀਂ ਭੁਲਾ ਗਏ, ਬਸ ਉਹ ਨਵੰਬਰ ਦੇ ਉੱਥੇ ਬੈਠੇ ਆ ਤੇ 35 ਡਿਗਰੀ ਟੈਂਪਰੇਚਰ 'ਚ ਤਿੰਨੇ ਜਿੱਥੇ ਬੈਠੇ ਆ, ਸਿੰਘੂ ਟਿਕਰੀ ਤੇ ਆਪਣੇ ਦੂਸਰੇ ਯੂਪੀ ਵਾਲੇ ਬਾਰਡਰ ਤੇ, ਹਾਲਾਤ ਕਿਹੋ ਜਿਹੇ ਨੇ?
ਜੀ ਜੀ ਗੱਲ ਸਾਹਿਬ, ਦੇਖੋ ਗੱਲ ਇਹ ਹੈਗੀ ਕਿ ਇੱਕ ਤਾਂ ਸੀਜ਼ਨ ਇਹਨਾਂ ਦਿਨਾਂ ਦੇ ਵਿੱਚ ਪੂਰਾ ਪੀਕ ਦੇ ਉੱਤੇ ਆ। ਹੁਣ ਸੀਜ਼ਨ ਮੈਕਸਿਮਮ ਹਫਤਾ 10 ਦਿਨ ਚੱਲਦਾ ਹੈ। 10 ਅਪ੍ਰੈਲ ਤੋਂ ਸੀਜ਼ਨ ਸ਼ੁਰੂ ਹੋਇਆਗਾ ਔਰ 20 ਅਪ੍ਰੈਲ ਤੱਕ ਲਗਭਗ ਜਿਹੜਾ ਸੀਜ਼ਨ ਹੈਗਾ ਉਹ ਸਮਾਪਤੀ ਵਾਲੇ ਪਾਸੇ ਨੂੰ ਜਾਊਗਾ। ਸੋ ਇਸ ਕਰਕੇ ਬਹੁਤੇ ਕਿਸਾਨ ਨੇ ਜਿਹੜੇ ਉਹ ਕਣਕ ਸਾਂਭਣ, ਤੂੜੀ ਸਾਂਭਣ ਜਿਹੜਾ ਉਹ ਆਏ ਹੋਏ ਨੇ। ਲੇਕਿਨ ਇਹਨਾਂ ਦਿਨਾਂ ਦੇ ਵਿੱਚ ਉੱਥੇ ਕਿਸਾਨਾਂ ਦਾ ਕੱਟ ਜ਼ਰੂਰ ਘੱਟ ਹੈ, ਪਰ ਬੀਬੀਆਂ ਵੱਡੀ ਗਿਣਤੀ 'ਚ ਗਈਆਂ ਨੇ। ਔਰਤਾਂ ਦੀਆਂ ਬਕਾਇਦਾ ਡਿਊਟੀਆਂ ਲੱਗੀਆਂ, ਜ਼ਿੰਮੇਵਾਰੀਆਂ ਲੱਗੀਆਂ, ਔਰਤਾਂ ਹਰ ਪਿੰਡ ਤੋਂ ਗਈਆਂ। ਦੂਸਰੀ ਗੱਲ ਇਹ ਕਿ ਇਹਨਾਂ ਦਿਨਾਂ ਦੇ ਵਿੱਚ ਕੁਝ ਮੁਲਾਜ਼ਮ ਜਿਹੜੀਆਂ ਜਥੇਬੰਦੀਆਂ, ਬਿਜਲੀ ਮੁਲਾਜ਼ਮ ਜਿਹੜੇ ਬਕਾਇਦਾ ਛੁੱਟੀ ਲੈ ਕੇ ਡਿਊਟੀਆਂ ਲਾ ਕੇ ਉਹ ਉੱਥੇ ਬੈਠੇ ਨੇ। ਮਾਸਟਰ ਅਧਿਆਪਕ ਨੇ ਜਿਹੜੇ, ਉਹਨਾਂ ਦੀਆਂ ਜਥੇਬੰਦੀਆਂ ਨੇ ਬਕਾਇਦਾ ਉੱਥੇ ਜਿਹੜਾ ਹਰ ਰੋਜ਼ ਲਗਭਗ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਿਕਰੀ ਤੇ ਸਿੰਘੂ ਬਾਰਡਰ ਦੇ ਉੱਤੇ ਮੁਲਾਜ਼ਮ ਨੇ ਜਿਹੜੇ ਉਹ ਮਾਸਟਰਾਂ ਨੂੰ ਭੇਜ ਰਹੇ ਨੇ। ਸੋ ਮੁਲਾਜ਼ਮਾਂ ਨੇ ਇਹਨਾਂ ਦਿਨਾਂ ਦੇ ਵਿੱਚ, ਔਰਤਾਂ ਨੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਮੋਰਚਾ ਗਾ ਜਿਹੜਾ ਉਹ ਮੱਲਿਆ ਹੋਇਆਗਾ। ਉਂਝ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਵਾਲਾ ਬਾਰਡਰ, ਇੱਥੇ ਗਿਣਤੀ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੈ, ਲਗਭਗ ਸਾਰੇ ਦਿਨਾਂ ਤੋਂ ਘੱਟ ਹੈ। ਲੇਕਿਨ ਫਿਰ ਵੀ ਇਹ ਨਹੀਂ ਕਹਿ ਸਕਦੇ ਕਿ ਗਿਣਤੀ ਇੰਨੀ ਘੱਟ ਹੈ। ਬਜ਼ੁਰਗ ਕਾਫੀ ਗਿਣਤੀ 'ਚ ਉੱਥੇ ਬੈਠੇ ਨੇ। ਕਈ ਲੋਕ ਤਾਂ ਅਜਿਹੇ ਨੇ ਜਿਹੜੇ 26 ਨਵੰਬਰ ਨੂੰ ਘਰੋਂ ਤੁਰੇ ਸੀ, ਅਜੇ ਤੱਕ ਘਰੇ ਨਹੀਂ ਮੁੜੇ। ਉਹ ਕਹਿੰਦੇ ਜਿੱਤ ਕੇ ਹੀ ਮੁੜਾਂਗੇ। ਬਹੁਤ ਸਾਰੇ ਬਾਪੂ ਨੇ, ਉਹ ਕਹਿੰਦੇ ਮੈਂ ਤਾਂ ਗੁਰਦੁਆਰੇ ਅਰਦਾਸ ਕਰਕੇ ਆਇਆ ਵੀ ਜਾਂ ਤਾਂ ਮੇਰੇ ਫੁੱਲ ਪਾਇਓ, ਆਉਂਦੇ ਦੇ ਹਾਰ ਪਾਇਓ, ਜਾਂ ਤਾਂ ਜਿੱਤ ਕੇ ਆਇਆ ਤਾਂ ਵੀ ਪਾ ਦਿਓ, ਜਾਂ ਡੈਡ ਬੋਡੀ ਆਊ ਫੇਰ ਵੀ ਪਾ ਦਿਓ। ਵੀ ਉਹ ਜਿਹੜੀ ਅਰਦਾਸ ਕੀਤੀ ਹੋਈ, ਅਸੀਂ ਤਾਂ ਮੁੜਨਾ ਨਹੀਂ ਹੈ। 26 ਨਵੰਬਰ ਤੋਂ ਪਹਿਲਾਂ ਅਸੀਂ ਤਾਂ ਅਰਦਾਸ ਗੁਰਦੁਆਰਾ ਸਾਹਿਬ ਕਰਤੀ ਸੀ, ਉਦੋਂ ਦੇ ਤੁਰੇ ਹੋਏ ਆ, ਉਹ ਮੁੜ ਨਹੀਂ ਰਹੇ। ਸੋ ਕਾਫੀ ਗਿਣਤੀ ਬਜ਼ੁਰਗਾਂ ਦੀ ਹੈ ਜਿਹੜੀ ਉਹ ਇਸ ਰੂਪ ਦੀ ਹੈਗੀ ਆ, ਜਿਹੜੇ ਜਿੱਤ ਕੇ ਹੀ ਮੁੜਨ ਦਾ ਨਿਸ਼ਚਾ ਕਰਕੇ ਆਪਦੇ ਮਨ 'ਚ ਧਾਰ ਕੇ ਗਏ ਆ। ਉੱਥੇ ਟਰਾਲੀਆਂ ਤੇ ਬੈਠੇ ਆ। ਉਹਨਾਂ 'ਚ ਕੁਛ ਆ ਜਿਹੜੇ ਇਹ ਠੀਕ ਆ ਕਿ ਅਸੀਂ ਜਿਹੜਾ ਆਂਕਦੇ ਆ ਕਿ ਕਿੰਨਾ ਇਕੱਠ ਆ, ਅਸੀਂ ਸਟੇਜ ਕੋਲੇ ਜਿਹੜੀ ਗਿਣਤੀ ਆ ਉਹ ਤੋਂ ਦੇਖਦੇ ਆ। ਔਰ ਗਿੱਲ ਸਾਹਿਬ, ਮੈਂ ਉੱਥੇ ਦੇਖਿਆ ਲੰਬਾ ਸਮਾਂ ਕਿ ਜਿਹੜੇ ਹੁਣ 10 ਕਿਲੋਮੀਟਰ ਪਿੱਛੇ ਟਰਾਲੀ ਖੜੀ ਆ, ਉੱਥੋਂ ਹਰ ਰੋਜ਼ ਸਟੇਜ ਤੇ ਨਹੀਂ ਜਾ ਸਕਦਾ। ਉਹ ਸਟੇਜ ਤੇ ਨਹੀਂ ਜਾਂਦੇ, ਉਹ ਟਰਾਲੀਆਂ 'ਚ ਹੀ ਬੈਠੇ ਨੇ। ਉੱਥੇ LED ਵੀ ਲੱਗੀ ਹੋਈ ਆ। ਉਹਨਾਂ ਨੂੰ ਜਿਹੜੀ ਖਬਰ ਜਿੰਨੀ ਕੁ ਆਪਾਂ ਨੂੰ ਮਿਲਦੀ ਹੈ ਉਨੀ ਕੁ ਉਹਨਾਂ ਨੂੰ ਮਿਲਦੀ ਹੈ, ਆਪਣੇ ਨੂੰ ਵੀ ਘੱਟ ਮਿਲਦੀ ਹੈ। ਮੈਂ ਵੀ ਦੇਖਿਆ, ਆਪਣੇ ਕੋਲ ਇੰਟਰਨੈਟ ਦੀ ਸਪੀਡ ਤੇਜ਼ ਆ, ਆਪਾਂ ਹੋਰ ਪਾਸੇ ਵੀ ਚੈਨਲ ਬਦਲ ਲੈਂਦੇ ਆ। ਉਹਨਾਂ ਕੋਲੇ ਮਤਲਬ ਉਹ ਪਿੱਛੇ 10 ਕਿਲੋਮੀਟਰ 5 ਕਿਲੋਮੀਟਰ ਬਜ਼ੁਰਗ ਨੇ ਜਿਹੜੇ ਟਰਾਲੀਆਂ 'ਚ ਹੀ ਬੈਠੇ ਨੇ, ਜਾਂ ਹੁਣ ਝੋਪੜੀਆਂ ਜਾਂ ਟੈਂਟ ਲਾਲੇ ਉੱਥੇ ਬੈਠੇ ਨੇ, ਉਹ ਸਟੇਜ ਤੇ ਨਹੀਂ ਜਾ ਰਹੇ। ਜਿਸ ਕਰਕੇ ਸਟੇਜ ਕੋਲੋਂ ਤਾਂ ਲੱਗਦਾ ਕਿ ਕੱਟ ਘੱਟ ਹੈ, ਉਂਝ ਇਕੱਠ ਇੰਨਾ ਵੀ ਨਹੀਂ ਘਟਿਆ ਕਿ ਕਾਫੀ ਗਿਣਤੀ ਹੈ ਜਿਹੜੀ ਉੱਥੇ ਹੈਗੀ ਆ ਜੀ। ਤੇ ਅਖੀਰ 'ਚ ਦੱਸਿਓ ਜੀ, ਹਾਈਵੇ ਜਿਹੜੀ ਕੱਢ ਰਹੇ ਨੇ, ਜਿਹੜਾ ਜ਼ਮੀਨ ਅਕਵਾਇਰ ਕਰ ਰਹੇ ਨੇ, ਉਹਦਾ ਮੈਨੂੰ ਲੱਗਦਾ ਵੀ ਅਗਲੀ ਮੁਹਿੰਮ ਉੱਧਰ ਨੂੰ ਚੱਲੇਗੀ ਜੀ। ਜੀ ਜੀ ਗੱਲ ਸਾਹਿਬ, ਦੇਖੋ ਇੱਕ ਤਾਂ ਇਹ ਹੈਗਾ ਕਿ ਜਿਹੜਾ ਲੋਕਾਂ ਦਾ ਗੁੱਸਾ, ਕਿਉਂਕਿ ਲਾਸਟ ਵਰ੍ਹਾ ਹੈਗਾ ਇੱਥੇ ਇਲੈਕਸ਼ਨ ਦਾ ਆਪਣੇ ਪੰਜਾਬ ਦੇ ਵਿੱਚ, ਅਗਲੇ ਸਾਲ 2022 ਦੀ ਇਲੈਕਸ਼ਨ ਹੋਣੀ ਹੈ, ਔਰ ਆਖਰੀ ਬੜੇ ਮੁਲਾਜ਼ਮਾਂ ਨੂੰ ਆਸ ਹੁੰਦੀ ਆ ਵੀ ਸਰਕਾਰ ਘੇਰਾਂਗੇ, ਆਖਰੀ ਸਾਲ 'ਚ ਤਨਖਾਹਾਂ, DA, ਜਿਹੜਾ ਪੈਨਸ਼ਨਰਾਂ ਨੂੰ ਹੁੰਦਾ ਪੈਨਸ਼ਨਾਂ ਵਧਣਗੀਆਂ। ਐਤਕੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਗਾ ਵੀ ਸਾਰਾ ਲੋਕਾਂ ਦਾ ਗੁੱਸਾ ਉਧਰ ਨੂੰ ਨਿਕਲ ਰਿਹਾ ਔਰ ਉਹ ਮੰਗਾਂ ਨਹੀਂ ਮੰਨ ਰਹੇ। ਦੂਸਰਾ, ਬੇਰੁਜ਼ਗਾਰਾਂ ਨੂੰ ਆਸ ਹੁੰਦੀ ਹੈ ਕਿ ਪੋਸਟਾਂ ਆਉਣਗੀਆਂ, ਨੌਕਰੀਆਂ ਭਰਾਂਗੇ। ਤੇ ਐਤਕੀ ਇਹਨਾਂ ਨੇ ਤਾਂ ਘਰ ਰੁਜ਼ਗਾਰ ਦੀ ਗੱਲ ਵੀ ਕੀਤੀ ਸੀਗੀ, ਤੇ ਉਹਨਾਂ ਨੂੰ ਵੀ ਕੋਈ ਆਸ ਉਮੀਦ ਨਹੀਂ ਲੱਗ ਰਹੀ। ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ, ਯਾਨੀ ਕਿ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਹੈਗਾ, ਦਿੱਲੀ ਵਾਲੇ ਸੰਘਰਸ਼ ਕਰਕੇ ਉਹਦੀ ਖਬਰ ਜਿਹੜੀ ਉਹ ਘੱਟ ਆ ਰਹੀ ਆ। ਲੇਕਿਨ ਐਕਸਪ੍ਰੈਸ ਜਿਹੜਾ ਵੇ ਹੈਗਾ, ਜਿਹੜਾ ਦਿੱਲੀ ਦੇ ਸਿੰਘੂ ਬਾਰਡਰ ਤੋਂ ਲਗਭਗ ਨਿਕਲਣਾ, ਇੱਧਰ ਕੱਟੜਾ ਤੱਕ ਅੰਮ੍ਰਿਤਸਰ ਸਾਹਿਬ ਤੱਕ ਆਉਣਾ ਗਾ, ਉਹਨੂੰ ਲੈ ਕੇ, ਕਿਉਂਕਿ ਉਹਦੇ 'ਚ ਜ਼ਮੀਨ ਦਾ ਰੇਟ ਬਹੁਤ ਘੱਟ ਮਿਲ ਰਿਹਾ। ਪਹਿਲਾਂ ਰੇਟ ਆ ਜਿਹੜੇ ਵੱਧ ਮਿਲੇ ਕਿਸਾਨਾਂ ਨੂੰ, ਜਿਹੜਾ 70, 80 ਲੱਖ ਤੱਕ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੇ ਰੇਟ ਆ ਉਹ ਮਿਲੇ, ਨਾਲ ਜਿਹੜਾ ਉਜਾੜਾ ਭੱਤਾ ਤੇ ਹੋਰ ਬਹੁਤ ਸਾਰੇ ਭੱਤੇ ਮਿਲੇ। ਲੇਕਿਨ ਹੁਣ ਇਹ 25-30 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੀ ਜ਼ਮੀਨ ਦੇ ਕਿਸੇ ਦੀ ਦੇ 3 ਟੋਟੇ ਕਰ ਦੇਣੇ, ਕਿਸੇ ਦੀ ਦੇ ਕਰ ਦੇਣੇ 4, 10 ਫੁੱਟ ਦੇ ਲਗਭਗ ਉੱਚਾ ਬਣਨਾ, ਇੱਕ ਪਾਸੇ ਦੂਜੇ ਪਾਸੇ ਆ ਨਹੀਂ ਸਕਦੇ। ਪਤਾ ਨਹੀਂ ਤੁਸੀਂ ਕਿੱਥੋਂ ਮੁੜ ਕੇ ਦੂਜੇ ਪਾਸੇ ਆਉਂਗੇ। ਜੇ ਇੱਕ ਪਾਸੇ ਮੋਟਰ ਲੱਗੀ ਵੀ ਆ, ਦੂਜੇ ਪਾਸੇ ਦੁਬਾਰੇ ਲੱਗੂ ਕਿ ਨਹੀਂ ਲੱਗੂ, ਉਹ ਬੰਜਰ ਹੀ ਰਹੂ ਵਾਹਣ, ਇਹ ਵੀ ਇੱਕ ਸਵਾਲ ਖੜਾ ਹੋਇਆ। ਤੇ ਦਿੰਦੇ ਬਹੁਤ ਨਿਗੂਣੀ ਰੱਖਦੇ, ਜਿਸ ਕਰਕੇ ਇਹ ਐਕਸਪ੍ਰੈਸ ਵੇ ਤੋਂ ਪੀੜਤ ਜਿਹੜੇ ਕਿਸਾਨ ਨੇ ਉਹ ਜਬਰੀ ਜ਼ਮੀਨਾਂ ਅਕਵਾਇਰ ਕਰਨ ਦੇ ਖਿਲਾਫ ਪਟਿਆਲੇ ਪੱਕਾ ਮੋਰਚਾ ਲਾਈ ਬੈਠੇ। 22 ਦਿਨ ਹੋ ਗਏ ਗੱਲ ਸਾਹਿਬ ਉਹਨਾਂ ਨੂੰ ਪੱਕਾ ਮੋਰਚਾ ਲਾਈ ਬੈਠੇ ਨੂੰ, ਦਿਨੇ ਵੀ ਉੱਥੇ, ਰਾਤ ਨੂੰ ਵੀ ਉੱਥੇ। ਹੁਣ ਉਹਨਾਂ ਨੇ ਅਲਟੀਮੇਟਮ ਦਿੱਤਾ 29 ਅਪ੍ਰੈਲ ਤੱਕ ਦਾ। ਉਹ ਕਹਿੰਦੇ ਜੇ ਤਾਂ 29 ਅਪ੍ਰੈਲ ਤੱਕ ਸਾਡੀਆਂ ਮੰਗਾਂ ਮੰਨ ਲਈਆਂ ਫਿਰ ਤਾਂ ਠੀਕ ਹੈ, ਨਹੀਂ 30 ਅਪ੍ਰੈਲ ਨੂੰ ਅਸੀਂ ਪਟਿਆਲੇ ਸ਼ਹਿਰ ਦੇ ਸਮੂਹ ਬਾਜ਼ਾਰਾਂ 'ਚ ਵਿਸ਼ਾਲ ਟਰੈਕਟਰ ਮਾਰਚ ਕਰਾਂਗੇ। ਸੋ ਉਹ ਵੀ ਹਾੜੀ ਦੇ ਦਿਨਾਂ ਦੌਰਾਨ ਪੱਕਾ ਮੋਰਚਾ ਲਾਈ ਬੈਠੇ ਆ। ਔਰ ਲੱਗਦਾ ਇਹ ਹੈਗਾ ਕਿ ਹਾੜੀ ਜਿਉਂ ਹੀ ਨਿਬੜਦੀ ਆ
ਤਾਂ ਉਹ ਕਿਸਾਨ ਵੀ ਨੇ ਜਿਹੜੇ ਉਹ ਐਕਸਪ੍ਰੈਸ ਵੇ ਦੇ ਜਿਹੜੀਆਂ ਜਬਰੀ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਦੇ ਖਿਲਾਫ ਵੱਧ ਰੇਟ ਲੈਣ ਦੇ ਲਈ ਜਿਹੜਾ ਉਹ ਪ੍ਰੋਟੈਸਟ ਨੂੰ ਤਿੱਖਾ ਕਰਨਗੇ। ਜੀ ਗਿੱਲ ਸਾਹਿਬ, ਧੰਨਵਾਦ ਜੀ, ਬਹੁਤ ਬਹੁਤ। ਤੇ ਕੱਲ ਨੂੰ ਫੇਰ ਗੱਲਬਾਤ ਹੋਏਗੀ 9:15 ਵਜੇ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸ਼ਾਹ ਨਵਕਿਨ ਸਿੰਘ ਪੱਤੀ, ਪੰਜਾਬ, ਬਰਨਾਲਿਓਂ ਗੱਲਬਾਤ। ਜਿਹੜੀ ਜਗਤਾਰ ਸਿੰਘ ਜੱਗੀ ਦੀ ਮੈਂ ਗੱਲ ਕੀਤੀ ਸੀ ਜ਼ਮਾਨਤ ਦੀ, ਉਹਦੇ ਬਾਰੇ ਐਡਵੋਕੇਟ ਮੰਝਪੁਰ ਦੇ ਨਾਲ ਹੁਣੇ ਟੈਕਸਟ ਤੇ ਮੇਰੀ ਗੱਲ ਹੋਈ ਹੈ। ਉਹ ਕਹਿੰਦੇ 11 ਕੇਸ ਟੋਟਲ ਜਗਤਾਰ ਸਿੰਘ ਜੱਗੀ ਦੇ ਖਿਲਾਫ ਸੀ, ਜਿਹਦੇ 'ਚ ਇੱਕ ਮੋਗੇ ਵਾਲਾ ਕੇਸ ਜੀ 'ਚ ਅਰੈਸਟ ਉਹਦੀ ਹੋਈ ਸੀ, ਉਹਦੇ 'ਚ ਜ਼ਮਾਨਤ ਹੋ ਗਈ। ਇੱਕ ਕੇਸ 'ਚ ਹੋਰ ਜ਼ਮਾਨਤ ਹੋ ਗਈ। ਤੀਸਰੀ ਇਹ ਜਿਹੜੀ ਦਿੱਲੀ ਵਾਲੀ ਸੀ UAP ਦੇ ਥੱਲੇ, ਉਹਦੀ ਜ਼ਮਾਨਤ ਹੋਈ ਹੈ 90 ਦਿਨਾਂ ਦੇ ਵਿੱਚ। ਦਿੱਲੀ ਪੁਲਿਸ ਜਿਹੜੀ ਚਲਾਨ ਨਹੀਂ ਪੇਸ਼ ਕਰ ਸਕੀ। ਹਲੇ 8 ਹੋਰ ਕੇਸ ਜਿਹੜੇ NIA ਦੇ ਨੇ, ਉਹਦੇ 'ਚ ਹਲੇ ਜ਼ਮਾਨਤਾਂ ਹੋਣੀਆਂ ਨੇ। ਹਲੇ 3 ਕੇਸਾਂ ਦੀਆਂ ਜ਼ਮਾਨਤਾਂ ਹੋਈਆਂ ਨੇ। ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਵੀ NIA ਦੀਆਂ ਜਿਹੜੀਆਂ ਉਹ ਕੇਸ ਆਪਸ ਵਿੱਚ ਇਕੱਠੇ ਨੇ ਜਾਂ ਉਹ 8 ਦੀਆਂ ਕੱਲੀ ਜ਼ਮਾਨਤ ਲਾਉਣੀ ਪੈਣੀ ਆ। ਉਹ ਕਹਿੰਦੇ ਡਿਪੈਂਡ ਕਰਦਾ NIA ਦੀਆਂ, ਹਲੇ ਤੱਕ ਕੋਈ ਚਲਾਨ ਨਹੀਂ ਉਹਨਾਂ ਨੇ ਪੇਸ਼ ਕੀਤਾ। ਆਪਸ ਵਿੱਚ ਉਹ ਇੰਟਰਕਨੈਕਟਡ ਨੇ ਕੇਸ। ਇੱਕ ਕੇਸ ਦੀ ਜ਼ਮਾਨਤ ਤੋਂ ਬਾਅਦ ਜਿਹੜੀ ਜੂਨ ਦੇ ਵਿੱਚ ਲੱਗੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਉਹਦੇ ਬਾਅਦ ਬਾਕੀਆਂ ਦੇ ਵਿੱਚ ਬਰੀ ਹੁੰਦਾ ਹੈ ਜਾਂ ਨਹੀਂ ਹੁੰਦਾ, ਅਤੇ ਉਹ ਦੂਸਰੇ ਦੇ ਵਿੱਚ ਚਲਾਨ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ, ਉਹ ਕਹਿੰਦੇ ਕੁਛ ਨਹੀਂ ਕਹਿ ਸਕਦੇ। ਪਰ ਬਹੁਤ ਹਲੇ ਵਿਖਮ ਪੈਂਦਾ ਹੈ ਜਗਤਾਰ ਸਿੰਘ ਜੱਗੀ ਜੌਹਲ ਦਾ। ਅਤੇ ਇੱਕ ਇਹ ਸੁਨੇਹਾ ਹੈ ਦੁਨੀਆ ਦੇ ਵਿੱਚ ਕਿ ਉਸ ਧਰਤੀ 'ਤੇ ਜੇ ਕਿਸੇ ਦੇ ਖਿਲਾਫ ਕੋਈ ਕੇਸ ਹੈ, ਉਹ ਕੇਸ ਦਾ ਨਿਪਟਾਰਾ ਜਿਹੜਾ ਹੈ ਉੱਥੇ ਦੇ ਸਿਸਟਮ ਦੇ ਮੁਤਾਬਕ ਹੋਣਾ ਹੈ। ਉਹਨਾਂ ਦਾ ਉੱਥੇ ਦਾ ਸਿਸਟਮ ਉਸ ਬੰਦੇ ਨੂੰ ਛੱਡਣਾ ਚਾਹੁੰਦਾ ਜਾਂ ਨਹੀਂ ਛੱਡਣਾ ਚਾਹੁੰਦਾ। ਫੰਡ ਦਾ ਕੀ ਮਤਲਬ ਹੈ? ਕਿਹੜੇ ਕੇਸ 'ਚ ਫੜਦੇ ਹੋ ਤੁਸੀਂ ਜਿਹਦਾ ਚਲਾਨ ਨਹੀਂ ਪੇਸ਼ ਹੁੰਦਾ? ਫਿਰ ਕਾਹਦੇ ਲਈ ਫੜ ਕੇ ਅੰਦਰ ਰੱਖਦੇ ਜੋ ਤੁਹਾਡੇ ਕੋਲ ਕੁਛ ਨਹੀਂ? ਦਿੱਲੀ ਲੈ ਗਏ ਤਿਹਾੜ 'ਚ 3 ਮਹੀਨੇ ਹੋ ਗਏ, 90 ਦਿਨਾਂ 'ਚ ਚਲਾਨ ਪੇਸ਼ ਕਰਨਾ, ਚਲਾਨ ਨਹੀਂ ਪੇਸ਼ ਹੋਇਆ ਕਿਉਂਕਿ ਕੇਸ ਝੂਠਾ। 8 ਵਾਲੇ NIA ਦੇ ਹੋਰ ਕੇਸ ਨੇ। ਹੁਣ ਉਹਨਾਂ ਦੇ ਵਿੱਚ ਕੋਈ ਸੋਲਿਡ ਉਹ ਸਬੂਤ ਦਿੰਦੇ ਆ ਕਿ ਜਗਤਾਰ ਜੱਗੀ ਨੇ ਸਾਡੇ ਉਸ ਭਾਰਤ ਦੇ ਵਿੱਚ ਭਾਰਤ ਦੀ ਤੋੜ ਫੋੜ ਅਤੇ ਭਾਰਤ ਦੀ ਸਥਿਰਤਾ ਦੇ ਫੈਲਾਉਣ ਦੇ ਲਈ ਕੁਝ ਕੰਮ ਕੀਤਾ। ਉਹ ਸਮਾਂ ਦੱਸੇਗਾ ਹਾਲੇ ਤੱਕ। ਪਰ ਜਿਹੜੀ NIA ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਉਹਦੇ ਬਹੁਤ ਜਿਹੜਾ ਤਾਕਤ ਹੈ। ਅਤੇ ਨੈਸ਼ਨਲ ਸਿਕਿਉਰਿਟੀ ਦੇ ਥੱਲੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡਵਾਲ ਦੇ ਥੱਲੇ ਇਹ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ, ਅਜੀਤ ਡਵਾਲ ਹੋਣਾ ਦੇ ਥੱਲੇ। ਸੋ ਇਹ ਸਮਾਂ ਦੱਸੇਗਾ। ਅਤੇ ਸਭ ਕੁਝ ਫੇਲ ਹੋ ਗਿਆ ਜੱਗੀ ਜੌਹਲ ਦੀਆਂ MPਆਂ ਦੀ ਕਹਾਣੀ, ਲੋਕਾਂ ਦੀ ਕਹਾਣੀ, ਲੋਕਾਂ ਦੀਆਂ ਦਰਖਾਸਤਾਂ। ਇਹ ਜਿਹੜੀ ਭਾਰਤ ਨੇ ਜਾਂ ਤੱਕ ਉਹਦੇ ਕੇਸ ਜਿਹੜੇ ਆ ਜਿਹੜਾ ਉਹ ਚਲਾਨ ਤਾਂ ਪੇਸ਼ ਕਰਨ। ਫਿਰ ਹੁਣ 3 ਮਹੀਨੇ ਜਿਹੜਾ ਉਹ ਅੰਦਰ ਰਿਹਾ 90 ਦਿਨ, ਉਹਦਾ ਕੋਈ ਜਾਂ ਕੋਈ ਹੁਣ ਤੋਂ ਅੱਗੇ ਰਹਿਣਾ ਹੋਰ ਉਸਨੇ, ਜੇ ਉਹ ਬਰੀ ਹੋ ਰਿਹਾ, ਇਹਦਾ ਮਤਲਬ ਕੇਸਾਂ ਦੇ ਵਿੱਚ ਕੁਝ ਨਹੀਂ ਹੈ। ਖਬਰਾਂ ਤੋਂ ਬਾਅਦ ਫਿਰ ਅੱਜ ਖਾਸ ਗੱਲਬਾਤ ਚੱਲਣੀ ਹੈ। ਜਿਹੜਾ 90,000 ਦੇ ਕਰੀਬ ਅਰਜ਼ੀਆਂ ਲੈਣੀਆਂ ਨੇ, ਉਹ ਅਰਜ਼ੀਆਂ ਦਾ ਮਤਲਬ ਕੀ ਹੈ? ਉਹ ਅਰਜ਼ੀਆਂ ਦੇ ਨਾਲ ਕੌਣ ਪੱਕਾ ਹੋਏਗਾ? ਉਹਦੀ ਉਹ ਸਟ੍ਰੀਮ ਲਾਈਨ ਦੇ ਵਿੱਚ ਅਪਲਾਈ ਕਿਹਨੇ ਕਰਨਾ ਹੈ? ਕਿਹੜਾ ਉਹਦਾ ਪਤਾ ਹੈ? ਕਿੱਥੇ ਜਾ ਸਕਦਾ ਹੈ? ਉਹਦਾ ਢੰਗ ਕੀ ਹੈ? ਅਮਨ ਖਹਿਰਾ CWC ਤੋਂ ਸ਼ਾਮਲ ਹੋਣਗੇ। ਅੱਜ ਇੱਕ ਖਾਸ ਗੱਲਬਾਤ ਕਰਨ ਲਈ ਅਮਨ ਖਹਿਰਾ ਉਹਨਾਂ ਨੂੰ CWC ਤੋਂ ਬੇਨਤੀ ਕੀਤੀ ਆ ਵੀ ਪਲੀਜ਼ ਆ ਕੇ ਦੱਸਿਓ। ਜਿਹੜੀ ਇਹ ਮੇਨ ਇੱਕ ਸਟ੍ਰੀਮ ਸ਼ੁਰੂ ਹੋਈ ਆ ਕੱਲ੍ਹ, 90,000 ਦੇ ਕਰੀਬ ਐਪਲੀਕੇਸ਼ਨਾਂ ਨੇ। ਟੈਂਪਰੇਰੀ ਜਿਹੜੇ ਵਰਕਰ ਨੇ ਹੈਲਥ ਕੇਅਰ ਦੇ ਵਿੱਚ ਉਹ, ਜਾਂ ਅਸੈਂਸ਼ੀਅਲ ਜੌਬਸ ਦੇ ਵਿੱਚ ਉਹ, ਅਤੇ ਜਾਂ ਫਿਰ ਸਟੂਡੈਂਟਸ 40,000। ਇਹ 90,000 ਕੌਣ ਅਪਲਾਈ ਕਰ ਸਕਦਾ? ਕੀ ਰਿਕੁਆਇਰਮੈਂਟਸ ਨੇ? ਸਵਾਰ ਕੇ ਸੁਣ ਲਿਓ ਪਲੀਜ਼। ਅਤੇ ਉਸ ਤੋਂ ਬਾਅਦ ਇਹਦੇ 'ਚ ਧਾਂਦਲੀ ਜਿਹੜੀ ਹੋ ਸਕਦੀ ਹੈ ਉਹ ਕਿੱਥੇ ਹੋ ਸਕਦੀ ਹੈ? ਕਿਸ ਤੋਂ ਬਚਣ ਦੀ ਲੋੜ ਹੈ? ਖਹਿਰਾ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਬਹੁਤ ਚਿਰ ਬਾਅਦ ਜੀ ਸਟੂਡੀਓ 'ਚ ਆਪਾਂ ਇਕੱਠੇ ਬੈਠੇ ਹਾਂ। ਹਾਂਜੀ, ਧੰਨਵਾਦ ਬਹੁਤ ਤੁਹਾਡੇ ਸਮੇਂ ਲਈ। ਅੱਛਾ, ਜਿਵੇਂ ਪਹਿਲਾਂ ਵੀ ਪਹਿਲਾਂ ਮੇਰੇ ਖਿਆਲ 30,000 ਦੀ ਆਈ ਸੀ, ਜਿਹੜੀ ਪਹਿਲਾਂ ਐਪਲੀਕੇਸ਼ਨ 30,000 ਲਈ ਲਈਆਂ ਸੀ। 35 ਪਹਿਲਾਂ ਸੀਗਾ ਬਾਈ ਜੀ। ਜਿਵੇਂ ਟੋਟਲ ਸਰਕਾਰ ਨੇ ਸਰਕਾਰ ਕੀ ਕਰ ਰਹੀ ਹੈ, ਜਿਹੜੇ 1,08,000 ਵਿਅਕਤੀ ਨੇ ਜਿਨ੍ਹਾਂ ਨੂੰ ਪੂਲ ਦੇ ਵਿੱਚ ਉਹਨਾਂ ਨੇ ਬਾਹਰ ਕੱਢਣਾ ਹੈ, ਔਰ ਮੋਸਟਲੀ 1,08,000 ਵਿਅਕਤੀ ਉਹ ਹੋਣਗੇ ਜਿਹੜੇ ਵਿਅਕਤੀ ਆਲਰੇਡੀ ਕੈਨੇਡਾ 'ਚ ਆਏ ਹੋਏ ਨੇ ਔਰ
ਉਹਨਾਂ ਦੀ ਜਿਹੜਾ ਪੁਆਇੰਟ ਸਕੋਰ ਉਹਨਾਂ ਨੂੰ ਘਟਾਇਆ। ਸੋ ਪਹਿਲਾ ਜਿਹੜਾ ਡਰਾ ਸੀ ਜਿਵੇਂ ਫਰਵਰੀ ਮਹੀਨੇ ਦੇ ਵਿੱਚ ਕੱਢਿਆ ਸੀ, ਜਿਹਦੇ ਵਿੱਚ ਤਕਰੀਬਨ 27,000 ਐਪਲੀਕੈਂਟਸ ਨੂੰ ਕੱਢਿਆ ਗਿਆ ਸੀ, ਔਰ ਇਹ ਬੜਾ ਸਰਪ੍ਰਾਈਜ਼ਿੰਗ ਡਰਾ ਸੀ ਵੀ ਜਿਹੜਾ ਉਹਦਾ ਸਕੋਰ ਲੈਵਲ ਸੀਗਾ ਉਹ 75 ਰੱਖਿਆ ਗਿਆ ਸੀ। ਬਹੁਤ ਲੋ ਸੀ, ਬਹੁਤ ਲੋ ਸੀ ਕਿਉਂਕਿ ਇਨ ਐਕਸਪੈਕਟਡ ਨਹੀਂ ਸੀ। ਯੂਜਲੀ ਜਿਹੜਾ ਇਹ ਲੈਵਲ ਹੈ ਜਿਵੇਂ 450 450 ਤੋਂ ਕੱਲੇ ਨੀਚੇ ਨਹੀਂ ਸੀ ਆਇਆ। ਸੋ ਹੁਣ ਜਿਹੜਾ ਸਰਕਾਰ ਨੇ ਅਨਾਊਂਸਮੈਂਟ ਕੀਤੀ ਹੈ, ਇਹ ਵੀ ਇੱਕ ਸਰਪ੍ਰਾਈਜ਼ਿੰਗ ਅਨਾਊਂਸਮੈਂਟ ਹੈ, ਪੋਲੀਟੀਕਲ ਡਿਸੀਜਨ ਹੈ, ਕਾਫੀ ਜਿਵੇਂ ਵੋਟਾਂ ਦੀ ਰਾਜਨੀਤੀ ਆਪਾਂ ਕਹਿ ਸਕਦੇ ਹਾਂ ਜਿਹੜੀ ਸਰਕਾਰ ਕਰ ਰਹੀ ਹੈ, ਜਿਹਦੇ ਵਿੱਚ ਸਰਕਾਰ ਨੇ ਕਮਿਟ ਕੀਤਾ ਸੀ ਵੀ ਇਸ ਸਾਲ ਅਸੀਂ 4,01,000 ਵਿਅਕਤੀ ਕੈਨੇਡਾ ਦੇ ਵਿੱਚ ਲੈ ਕੇ ਆਵਾਂਗੇ ਜੀ। ਬਾਹਰੋਂ ਲੈ ਕੇ ਆਉਣੇ ਮੁਸ਼ਕਿਲ ਨੇ, ਇਸ ਲਈ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਵਰਕਰਸ ਆਲਰੇਡੀ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਦੇਵਾਂਗੇ। ਖਾਸ ਕਰਕੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਕਾਫੀ ਇਹ ਚੀਜ਼ ਨੂੰ ਕਵਰ ਕੀਤਾ, ਜਿਹੜੇ ਵਰਕਰਸ ਦੀ ਇੱਥੇ ਡਿਸਗ੍ਰਾਂਟਲ ਵਰਕਰਸ ਸੀਗੇ, ਮੀਨਿੰਗ ਉਹ ਬਹੁਤ ਜ਼ਿਆਦਾ ਫਰਸਟ੍ਰੇਟਡ ਸੀ, ਕਾਫੀ ਸਾਲਾਂ ਤੋਂ ਇੱਥੇ ਆਏ ਹੋਏ ਨੇ ਤੇ ਉਹਨਾਂ ਦੀ ਇਮੀਗ੍ਰੇਸ਼ਨ ਲਈ ਕੋਈ ਆਪਸ਼ਨ ਨਹੀਂ ਸੀ। ਖੈਰ ਜਿਹੜਾ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜੋ ਪਹਿਲਾਂ ਹੀ ਜਿਹੜੀ ਜਿਵੇਂ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਹੋ ਜੀ ਤਾਂ ਤੁਹਾਨੂੰ ਆਪਣੀ ਜਿਹੜੀ ਫਾਈਨਲ ਡੈਸਟੀਨੇਸ਼ਨ ਹੈ ਉਹਦਾ ਪਤਾ ਹੁੰਦਾ ਵੀ ਤੁਹਾਨੂੰ ਇਮੀਗ੍ਰੇਸ਼ਨ ਮਿਲੇਗੀ ਕਿ ਨਹੀਂ ਮਿਲੇਗੀ। ਸੋ ਜਦੋਂ ਕੈਨੇਡਾ ਦੇ ਵਿੱਚ ਉਹ ਲੈਂਡ ਕੀਤੇ ਉਹ ਤੋਂ ਬਾਅਦ ਜਿਵੇਂ ਖਾਸ ਕਰਕੇ ਜਿਹੜੇ ਫਾਰਮ ਵਰਕਰ ਸੀ ਜਾਂ ਖਾਸ ਕਰਕੇ ਜਿਹੜੇ ਲੋ ਸਕਿੱਲ ਵਰਕਰ ਸੀ ਔਰ ਕਈ ਵਿਅਕਤੀ ਸੀ ਜਿਹੜੇ ਕਿਉਂਕਿ BC ਦੇ ਵਿੱਚ ਰਹਿੰਦੇ ਸੀ, BC ਦੇ ਵਿੱਚ ਰਹਿਣਾ ਚਾਹੁੰਦੇ ਸੀ, ਪਰ ਇੱਥੇ ਕਿਉਂਕਿ ਪੂਲ ਜਿਹੜਾ ਬਹੁਤ ਕੰਪੈਟੀਟਿਵ ਹੈ ਪ੍ਰੋਵਿੰਸ ਦਾ, ਜਿਹਦੇ ਵਿੱਚ ਜੇ ਫਰਜ਼ ਕੀਤਾ ਟਰੱਕ ਡਰਾਈਵਰ ਕੰਮ ਕਰਦੇ ਨੇ ਉਹ ਈਵਨ ਬਾਕੀ ਜਿਹੜੀਆਂ ਸਾਰੀ ਬੇਸਿਕ ਐਲੀਜੀਬਿਲਿਟੀ ਕੰਡੀਸ਼ਨ ਉਹਨੂੰ ਪੂਰਾ ਕਰ ਲੈਂਦੇ ਆ, ਪਰ ਜਿੱਥੇ ਉਹਨਾਂ ਦਾ ਕੰਪੀਟੀਸ਼ਨ ਕਿਸੇ ਹੋਰ ਜਿਵੇਂ ਪੂਲ ਦੇ ਵਿੱਚ ਜਾ ਕੇ ਕਿਸੇ ਹੋਰ ਵਿਅਕਤੀ ਨਾਲ ਹੁੰਦਾ ਕਿਉਂਕਿ ਇੰਨੇ ਜ਼ਿਆਦਾ ਐਪਲੀਕੈਂਟਸ ਨੇ ਔਰ ਜਿਹੜੀ ਪੂਲ ਉਹ ਬਹੁਤ ਸਿਲੈਕਟਿਵ ਹੈ, ਸਿਰਫ 5800 ਨੋਮੀਨੇਸ਼ਨ ਸਰਕਾਰ ਦਿੰਦੀ ਹੈ BC ਦੀ ਸਾਲ ਭਰ ਦੇ ਵਿੱਚ, ਔਰ ਉਹ ਵੀ ਵੱਖਰੀਆਂ ਸਕਿੱਲਸ ਦੇ ਵਿੱਚ, ਨਾਟ ਓਨਲੀ ਵੀ ਲੋ ਸਕਿੱਲ ਪਰ ਵੱਖਰੀਆਂ ਸਕਿੱਲ ਦੇ ਵਿੱਚ। ਸੋ ਉਹਦੀ ਗਿਣਤੀ ਬਹੁਤ ਘੱਟ ਸੀ, ਜਿਹਦੇ ਕਰਕੇ ਪੂਲ ਕੰਪੈਟੀਟਿਵ ਹੋਣ ਕਰਕੇ ਉਹਨਾਂ ਦਾ ਇਮੀਗ੍ਰੇਸ਼ਨ ਦੀ ਆਪਸ਼ਨ ਜਿਹੜੀ ਹੈ ਬਿਲਕੁਲ ਖਤਮ ਹੋ ਜਾਂਦੀ ਸੀ, ਜਿਹੜੇ ਖਾਸ ਕਰਕੇ ਵਿਅਕਤੀ ਜਿਹੜੇ 12ਵੀਂ ਪੜ੍ਹੇ ਹੋਏ ਨੇ ਜਾਂ ਘੱਟ ਪੜ੍ਹੇ ਹੋਏ ਨੇ। ਅੱਛਾ ਜੀ। ਸੋ ਹੁਣ ਸਰਕਾਰ ਨੇ ਕੀ ਕੀਤਾ, ਜਿਹੜੇ ਪਿਛਲੇ ਸਮੇਂ ਦੇ ਵਿੱਚ ਕਾਫੀ ਪ੍ਰੋਟੈਸਟ ਵੀ ਹੋਏ, ਸਰਕਾਰ ਨੂੰ ਕਾਫੀ ਪਟੀਸ਼ਨ ਵੀ ਗਈਆਂ, ਤਾਂ ਸਰਕਾਰ ਨੇ ਸਮਝਦੇ ਹੋਏ ਵੀ ਇਹ ਇੱਕ ਬੜਾ ਵੋਲਿਊਮ ਹੈ ਔਰ ਇਮੀਗ੍ਰੇਸ਼ਨ ਇੱਕ ਬਹੁਤ ਸੈਂਸਿਟਿਵ ਇਸ਼ੂ ਹੈਗਾ ਜੀ, ਕਾਫੀ ਜਿਹੜੀ ਵੋਟਸ ਨੇ ਉਹ ਇਨਫਲੂਐਂਸ ਹੁੰਦੀਆਂ ਨੇ ਇਸ ਚੀਜ਼ ਨੂੰ ਲੈ ਕੇ। ਮੋਸਟਲੀ ਜਿਹੜੇ ਕੈਨੇਡੀਅਨਸ ਹੈ ਖਾਸ ਕਰਕੇ ਨਿਊ ਇਮੀਗ੍ਰੈਂਟਸ ਹੈ, ਖੈਰ ਉਹਦੇ 'ਚ ਕੋਈ ਗਲਤ ਗੱਲ ਵੀ ਨਹੀਂ, ਜਿਹੜੇ ਨਿਊ ਇਮੀਗ੍ਰੈਂਟਸ ਹੈ ਉਹ ਇਹ ਇਕੱਲਾ ਇਹ ਨਹੀਂ ਦੇਖਦੇ ਵੀ ਕੰਟਰੀ ਦੀ ਪ੍ਰੋਸਪੈਰਿਟੀ ਜਾਂ ਜਿਹੜੀ ਫਿਊਚਰ ਫੰਕਸ਼ਨਿੰਗ ਹੈ ਜਾਂ ਹੈਲਥ ਕੇਅਰ ਫੈਸਿਲਿਟੀਜ਼ ਨੇ ਜਾਂ ਬਾਕੀ ਆਪਣੇ ਜਿਹੜੀ ਫੈਸਿਲਿਟੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਜਾਂ ਇੰਪਲੋਇਮੈਂਟ ਹੈ, ਜਨਰੇਸ਼ਨ ਹੈ, ਇਕਨੋਮਿਕ ਡਿਵੈਲਪਮੈਂਟ ਹੈ, ਇਹ ਤੋਂ ਇਲਾਵਾ ਜਿਹੜਾ ਇਮੀਗ੍ਰੇਸ਼ਨ ਹੈ ਉਹ ਬਹੁਤ ਬੜਾ ਫੈਕਟਰ ਹੈ ਜੀ। ਕਾਫੀ ਵਿਅਕਤੀ ਇਨਫਲੂਐਂਸ ਹੁੰਦੇ ਨੇ, ਉਹ ਸਰਕਾਰ ਨੂੰ ਵੋਟ ਦਿੰਦੇ ਨੇ ਜਿਹੜੀ ਇਮੀਗ੍ਰੇਸ਼ਨ ਨੂੰ ਬੈਕ ਕਰਦੀ ਹੈ। ਬਿਲਕੁਲ ਠੀਕ। ਜਿਹੜੀ ਸਰਕਾਰ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰਦੀ ਹੈ ਜਾਂ ਉਹਨਾਂ ਦੀਆਂ ਪਾਲਿਸੀਜ਼ ਸਟ੍ਰਿਕਟਲੀ ਇਕਨੋਮਿਕ ਹੁੰਦੀਆਂ ਨੇ, ਹਿਊਮੈਨਿਟੇਰੀਅਨ ਨਹੀਂ ਹੁੰਦੀਆਂ, ਤਾਂ ਲੈਸ ਰਿਸਪੌਂਸਿਵ ਹੁੰਦੀਆਂ ਨੇ, ਤਾਂ ਫਿਰ ਉਹਨਾਂ ਨੂੰ ਵੋਟ ਜਿਹੜੀ ਉਹ ਨਹੀਂ ਮਿਲਦੀ ਜਿਹੜੇ ਨਿਊ ਇਮੀਗ੍ਰੈਂਟਸ। ਅੱਛਾ ਜੀ, ਮੈਂ ਤਿੰਨੇ ਇਹਨਾਂ ਕੈਟੇਗਰੀਜ਼ ਨੂੰ ਤੁਹਾਨੂੰ 1 ਬਾਈ 1 ਦੱਸਿਓ ਵੀ ਇਹਦੇ ਚ ਕੌਣ ਆਉਣਗੇ, ਕਿਉਂਕਿ ਇਹ ਫਿਰ ਆਉਣ ਵਾਲੇ 10 ਦਿਨ ਜੀ ਇਹੀ ਸਵਾਲ ਹੋਈ ਜਾਣੇ। ਪਹਿਲੇ ਜਿਹੜੇ 20,000 ਅਰਜ਼ੀਆਂ ਨੇ ਉਹ ਅਸਥਾਈ ਕਾਮੇ ਨੇ ਜਿਹੜੇ ਸਿਹਤ ਸੇਵਾਵਾਂ ਚ ਨੇ, ਉਹ ਕੌਣ ਨੇ ਜੀ, ਕੌਣ ਅਪਲਾਈ ਕਰ ਸਕਦਾ? ਉਹਦੇ 'ਚ ਤਕਰੀਬਨ 25 ਆਕਿਊਪੇਸ਼ਨਸ ਨੇ। ਅੱਛਾ ਜੀ। ਜਿਹੜੀ ਵੈਬਸਾਈਟ ਹੈ ਉਹਦੇ 'ਤੇ ਵੀ ਸਰਕਾਰ ਨੇ ਲਿਸਟ ਪਾਈ ਹੋਈ ਹੈ, ਜਿਹਦੇ 'ਚ ਤੁਸੀਂ ਜਾ ਕੇ ਜਾਂ ਕਿਸੇ ਦਫ਼ਤਰ ਵੀ ਕਾਲ ਕਰਕੇ ਤੁਸੀਂ ਪਤਾ ਕਰ ਸਕਦੇ ਹੋ, ਪਰ cic.gc.ca ਗਵਰਨਮੈਂਟ ਦੀ ਜਿਹੜੀ ਸਾਈਟ ਹੈ ਉਹਦੇ 'ਤੇ ਜਾਓਗੇ ਤਾਂ ਤੁਹਾਨੂੰ ਉਹ ਲਿਸਟ ਜਿਹੜੀ ਹੈ ਉਹ ਉਪਲਬਧ ਹੋਏਗੀ। ਨਾਓ ਜਿਹੜੇ ਉਹ ਹੈਲਥ ਵਰਕਰਸ ਨੇ ਆਲਰੇਡੀ ਕੰਮ ਕਰ ਰਹੇ ਨੇ ਜੀ, ਬਿਲਕੁਲ। ਅੱਛਾ। 1 ਸਾਲ ਤੋਂ ਉਹ ਫੁੱਲ ਟਾਈਮ ਇੰਪਲੋਇਡ ਹੋਣੇ ਚਾਹੀਦੇ ਨੇ, ਕੰਮ ਕਰਦੇ ਹੋਣੇ ਚਾਹੀਦੇ ਨੇ, ਤਾਂ ਫਿਰ ਉਹ ਆਪਣੀ ਐਪਲੀਕੇਸ਼ਨ ਜਿਹੜੀ ਆ ਉਹ ਦਾਇਰ ਕਰ ਸਕਦੇ ਨੇ। ਉਹਨਾਂ ਲਈ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਉਹ ਵੀ ਘਟਾਈ ਗਈ ਆ। ਉਹਨਾਂ ਲਈ ਕੋਈ ਪਰਮਾਨੈਂਟ ਜੌਬ ਆਫਰ ਨਹੀਂ ਚਾਹੀਦੀ, ਔਰ ਸਭ ਤੋਂ ਖਾਸ ਗੱਲ ਹੈ ਉਹਨਾਂ ਨੂੰ ਕੰਪੀਟੀਸ਼ਨ ਤੋਂ ਬਾਹਰ ਰੱਖਿਆ ਗਿਆ। ਉਹਨਾਂ ਤੇ ਕੋਈ ਪੁਆਇੰਟ ਸਿਸਟਮ ਦਾ ਬਾਰ ਨਹੀਂ ਰੱਖਿਆ ਗਿਆ। ਆਮ ਕਰਕੇ ਜਦੋਂ ਵੀ ਪੁਆਇੰਟ ਸਿਸਟਮ ਆ ਜਾਂਦਾ ਤਾਂ ਫਿਰ ਉੱਥੇ ਚੈਰੀ ਪਿਕਿੰਗ ਸ਼ੁਰੂ ਹੋ ਜਾਂਦੀ ਹੈ। ਸੋ ਇਹਦੇ 'ਚ ਸਿਰਫ ਇੱਕੋ ਹੀ ਡਰਾਬੈਕ ਹੈਗਾ, ਕੈਪ ਰੱਖਿਆ ਗਿਆ। ਟੋਟਲ ਜਿਹੜੀਆਂ ਪ੍ਰੋਗਰਾਮ ਸਰਕਾਰ ਨੇ ਅਨਾਊਂਸ ਕੀਤੇ ਨੇ ਉਹ ਕੀਤੇ ਨੇ 6 ਪ੍ਰੋਗਰਾਮ ਨੇ। ਅੱਛਾ। ਸੋ 3 ਉਹ ਪ੍ਰੋਗਰਾਮ ਨੇ ਜਿਹੜੇ ਫ੍ਰੈਂਚ ਸਪੀਕਿੰਗ ਨਹੀਂ ਹੈ, 3 ਉਹ ਪ੍ਰੋਗਰਾਮ ਨੇ ਜਿਹੜੇ ਫ੍ਰੈਂਚ ਸਪੀਕਰਸ ਲਈ ਨੇ, ਜਿਹੜੇ ਆਪਣੀ ਭਾਈਚਾਰੇ 'ਚ ਹੈ ਨਹੀਂ ਹੈ। ਸੋ ਆਪਾਂ ਜਿਹੜੇ 3 ਪ੍ਰੋਗਰਾਮਾਂ ਦੀ ਗੱਲ ਕਰਦੇ ਹਾਂ ਉਹਨਾਂ ਤੇ ਹੀ ਕੈਪ ਰੱਖਿਆ, ਫ੍ਰੈਂਚ ਸਪੀਕਿੰਗ ਲਈ ਕੋਈ ਕੈਪ ਨਹੀਂ ਰੱਖਿਆ।
ਅੱਛਾ ਹਾਂਜੀ, ਉਹ ਜਿਹੜੇ ਫ੍ਰੈਂਕੋਫੋਨ ਨੇ ਉਹਨਾਂ ਲਈ ਕੋਈ ਕੈਪ ਨਹੀਂ ਹੈ। ਉਹ ਚਾਹੇ 2 ਲੱਖ ਬੰਦਾ ਐਪਲੀਕੇਸ਼ਨ ਕਰ ਦੇ, ਉਹਨਾਂ ਨੂੰ ਇਮੀਗ੍ਰੇਸ਼ਨ ਮਿਲੇਗੀ। ਸੋ ਉਹਨਾਂ ਦਾ ਸਿਸਟਮ ਇੰਡੀਪੈਂਡੈਂਟ ਆ, ਉਹਨਾਂ ਨੇ ਆਪਣੇ ਨਾਲ ਕਰਕੇ ਕਰਤਾ ਜੀ, ਇਹਦੇ ਕਰਕੇ ਕਹਿ ਰਹੇ ਹੋ ਤੁਸੀਂ? ਜੀ ਬਿਲਕੁਲ। ਉਹਨਾਂ ਲਈ ਸਰਕਾਰ ਕੀ ਕਰ ਰਹੀ ਹੈ? ਸਰਕਾਰ ਇਹ ਕਹਿ ਰਹੀ ਹੈ ਵੀ ਜਿਹੜੇ ਉਹ ਕਮਿਊਨਿਟੀ ਹੈ, ਸਪੈਸ਼ਲੀ ਜਿਹੜੇ ਫ੍ਰੈਂਕੋਫੋਨ ਨੇ, ਜਿਹੜੇ ਫ੍ਰੈਂਚ ਸਪੀਕਿੰਗ ਨੇ, ਉਹਨਾਂ ਦੀ ਕੈਨੇਡਾ ਨੂੰ ਬਹੁਤ ਵਾਈਟਲ ਦੇਣ ਹੈਗੀ ਹੈ, ਔਰ ਉਹਨਾਂ ਦੀ ਵੀ ਹਿਸਟਰੀ ਹੈਗੀ ਹੈ। ਸੋ ਕੁਬੈਕ 'ਚ ਚਾਹੀਦੇ ਨੇ ਡੋਮਿਸਾਈਲ, ਜਾਂ ਕਿਤੇ ਵੀ ਫ੍ਰੈਂਕੋਫੋਨ ਹੋ ਸਕਦਾ? ਹਾਂਜੀ, ਇਹ ਵੀ ਇੰਟਰਸਟਿੰਗ ਹੈ। ਇਹ ਪ੍ਰੋਗਰਾਮ ਕਿਊਬੈਕ ਲਈ ਨਹੀਂ ਹੈ। ਓਕੇ, ਜੇ ਤੁਸੀਂ ਕਿਊਬੈਕ ਦੇ ਵਿੱਚ ਕਰ ਰਹੇ ਹੋ ਜਾਂ ਇੰਟੈਂਟ ਕਿਊਬੈਕ ਦੇ ਵਿੱਚ ਹੈ, ਫਿਰ ਤੁਸੀਂ ਐਲੀਜੀਬਲ ਨਹੀਂ ਹੋ ਕਿਸੇ ਵੀ ਪ੍ਰੋਗਰਾਮ ਲਈ। ਜਿਹੜੇ ਦੋਨੇ ਹੱਥੀ ਲੱਡੂ ਨੇ ਫ੍ਰੈਂਕੋਫੋਨ ਦੇ। ਜੀ ਬਿਲਕੁਲ। ਕਿਊਬੈਕ ਲਈ ਤਾਂ ਉਹਨਾਂ ਕੋਲ ਸਪੈਸ਼ਲ ਪ੍ਰਿਵਿਲੇਜ ਹੈਗੀਆਂ, ਪਰ ਹੁਣ ਜਿਹੜੀ ਫੈਡਰਲ ਗਵਰਨਮੈਂਟ ਹੈ, ਇਹਨਾਂ ਨੇ ਵੀ ਅਨਾਉਂਸ ਕਰਿਆ ਵੀ ਇਹਨਾਂ ਤੇ ਅਸੀਂ ਕੋਈ ਕੈਪ ਨਹੀਂ ਰੱਖਾਂਗੇ। ਅੱਛਾ ਜੀ। ਔਰ ਇਹਨਾਂ ਲਈ ਜਿਹੜੇ 3 ਪ੍ਰੋਗਰਾਮ ਨੇ ਬਿਲਕੁਲ ਖੁੱਲ੍ਹੇ ਨੇ, ਚਾਹੇ ਉਹ ਹੈਲਥ ਦੇ ਵਿੱਚ ਨੇ ਫ੍ਰੈਂਕੋਫੋਨ, ਚਾਹੇ ਉਹ ਅਸੈਂਸ਼ੀਅਲ ਵਰਕਰਸ ਨੇ, ਜਾਂ ਫਿਰ ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟਸ ਨੇ। ਸੋ ਜੇ ਉਹ ਫ੍ਰੈਂਚ ਬੋਲ ਸਕਦੇ ਨੇ, ਉਹਨਾਂ ਲਈ ਕੋਈ ਕੈਪ ਨਹੀਂ। ਜਿੰਨੇ ਮਰਜ਼ੀ ਅਪਲਾਈ ਕਰਨ, ਜਿੰਨੇ ਮਰਜ਼ੀ ਨੰਬਰ ਵੀ ਨਹੀਂ ਦੱਸਿਆ ਵੀ ਕਿੰਨੇ ਲੈਣਗੇ? ਨੋ, ਦੇयर इज नो ਨੰਬਰ, देयर इज नो ਕੈਪ। ਸੋ ਕੰਪੀਟੀਸ਼ਨ ਵੀ ਨਹੀਂ ਹੈ ਉਹਨਾਂ ਤੇ? ਉਹਨਾਂ ਤੇ ਕੋਈ ਕੰਪੀਟੀਸ਼ਨ ਨਹੀਂ ਹੈ, ਕੋਈ ਪੁਆਇੰਟ ਸਿਸਟਮ ਨਹੀਂ ਹੈ। ਫਿਰ ਜੇ ਸਾਡਾ ਜਵਾਕ ਆਇਆ ਹੋਇਆ ਉੱਥੋਂ ਫ੍ਰੈਂਚ ਸਿੱਖ ਲਵੇ, ਉਹ ਇਹਦੇ ਚ ਆ ਸਕਦਾ? ਕਰ ਸਕਦਾ ਹੈ। ਜੋ ਫ੍ਰੈਂਚ ਸਿੱਖ ਲੇ, ਫ੍ਰੈਂਚ ਲਈ ਐਲੀਜੀਬਲ ਹੋ ਜਾਏ, ਤਾਂ ਬਿਲਕੁਲ ਉਹ ਐਪਲੀਕੇਸ਼ਨ ਜਿਹੜੀ ਦਾਇਰ ਕਰ ਸਕਦਾ ਹੈ। ਉਹਦੀਆਂ ਪ੍ਰੀ ਰਿਕੁਇਜ਼ਿਟ ਜਿਹੜੀ ਹੈ, ਉਹ ਫ੍ਰੈਂਚ ਦਾ ਉਹਨੂੰ ਟੈਸਟ ਦੇਣਾ ਪਏਗਾ। ਸੋ ਉਹਦੀ ਵੀ ਰਿਕੁਆਇਰਮੈਂਟ ਜਿਹੜੀ ਹੈ ਸਰਕਾਰ ਨੇ ਲਿਖੀ ਹੋਈ ਹੈ। ਪਰ ਜਿਹੜੇ ਵਿਅਕਤੀ ਇੰਗਲਿਸ਼ ਦਾ ਟੈਸਟ ਦੇ ਕੇ ਅਪਲਾਈ ਕਰਨਗੇ ਤਾਂ ਬਿਲਕੁਲ ਉਹਦੇ ਚ 20,000 ਉਹਨਾਂ 'ਚ। ਹਾਂਜੀ, ਉਹਨਾਂ 'ਚ ਹਰੇਕ ਜਿਹੜੀ ਕੈਟੇਗਰੀ ਹੈ, ਜਿਹੜੀ 3 ਕੈਟੇਗਰੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ 'ਚ ਜਿਹੜੇ ਖਾਸ ਕਰਕੇ ਜਿਹੜੇ ਹੈਲਥ ਕੇਅਰ ਵਰਕਰਸ ਉਹਨਾਂ ਦੀ 20,000 ਹੈ, ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟ ਉਹਨਾਂ ਲਈ 40,000 ਹੈ। ਸੋ 30,000 ਜਿਹੜੇ ਬਣਦੇ ਨੇ ਜਿਹੜੇ ਐਸੈਂਸ਼ੀਅਲ ਵਰਕਰਸ ਨੇ। ਹਾਂਜੀ, ਉਹਨਾਂ 'ਚ ਕੌਣ ਹੈ ਖਹਿਰਾ ਸਾਹਿਬ ਵਰਕਰਾਂ 'ਚ? ਜੀ, ਐਸੈਂਸ਼ੀਅਲ ਵਰਕਰਸ ਦੀ ਬਹੁਤ ਲੰਬੀ ਲਿਸਟ ਹੈ, ਤਕਰੀਬਨ 75 ਤੋਂ ਜ਼ਿਆਦਾ ਆਕਿਊਪੇਸ਼ਨਸ ਨੇ, ਜਿਹਦੇ 'ਚ ਖਾਸ ਕਰਕੇ ਆਪਣਾ ਭਾਈਚਾਰਾ ਬਹੁਤ ਕੁਆਲੀਫਾਈ ਕਰੇਗਾ। ਖਾਸ ਕਰਕੇ ਜਿਹੜੇ ਫਾਰਮ ਵਰਕਰਸ ਨੇ, ਟਰੱਕ ਡਰਾਈਵਰਸ ਨੇ, ਜਿਹੜੇ ਹਸਪਿਟੈਲਿਟੀ ਇੰਡਸਟਰੀ 'ਚ ਕੰਮ ਕਰਦੇ ਨੇ, ਰਿਟੇਲ ਸੈਕਟਰ 'ਚ ਕੰਮ ਕਰਦੇ ਨੇ, ਈਵਨ ਇਹ 'ਚ ਜਿਹੜੀਆਂ ਲੋ ਸਕਿੱਲ ਆਕਿਊਪੇਸ਼ਨਸ ਨੇ, ਖਾਸ ਕਰ ਜਿਵੇਂ ਕੈਸ਼ੀਅਰ ਹੋ ਗਿਆ, ਜਾਂ ਬੇਸਿਕ ਲੈਵਲ ਦੀਆਂ ਜਿਹੜੀਆਂ ਜੌਬਸ ਨੇ, ਉਹ ਵੀ ਕਰਦੇ ਨੇ, ਉਹ ਵੀ ਇਹਦੇ ਵਿੱਚ ਐਲੀਜੀਬਲ ਨੇ, ਕਿਉਂਕਿ ਇਹਦੇ 'ਚ ਕੋਈ ਪੁਆਇੰਟ ਸਿਸਟਮ ਨਹੀਂ ਰੱਖਿਆ ਹੋਇਆ। ਸਟ੍ਰਿਕਟਲੀ ਇਹਨੂੰ ਬਣਾਇਆ ਗਿਆ ਔਨ ਦ ਬੇਸਿਸ ਵੀ ਜਿਹੜਾ ਐਪਲੀਕੇਸ਼ਨ ਦਾ ਸਿਲੈਕਸ਼ਨ ਜਿਹੜੀ ਆ ਉਹ ਯੈਸ ਜਾਂ ਨੋ ਤੇ ਹੈ। ਮੀਨਿੰਗ ਜਿਹੜੀਆਂ ਰਿਕੁਆਇਰਮੈਂਟ ਸਰਕਾਰ ਨੇ ਲਿਖੀਆਂ ਨੇ, ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤੁਸੀਂ ਪਾਰਟਿਸਿਪੇਟ ਕਰੋ ਐਪਲੀਕੇਸ਼ਨ ਦੇ ਵਿੱਚ, ਜੇ ਤੁਸੀਂ ਕੁਆਲੀਫਾਈ ਨਹੀਂ ਕਰਦੇ ਤਾਂ ਤੁਸੀਂ ਪਾਰਟਿਸਿਪੇਟ ਨਾ ਕਰੋ। ਮੈਨੂੰ ਇੱਕ ਉਦਾਹਰਨ ਦਿਓ, ਕੋਈ ਬੰਦਾ ਪੰਜਾਬ ਤੋਂ ਆਇਆ ਹੋਇਆ, ਖੇਤਾਂ 'ਚ ਕੰਮ ਕਰ ਰਿਹਾ ਜੀ, ਤੇ ਉਹ ਐਸੈਂਸ਼ੀਅਲ ਸਰਵਿਸ ਦੇ ਵਿੱਚ ਆ ਗਿਆ ਤੇ ਉਹਨੂੰ 1.25 ਸਾਲ ਹੋ ਗਿਆ, ਇਹਨੂੰ ਅਪਲਾਈ ਕਰ ਸਕਦਾ? ਬਿਲਕੁਲ ਕਰ ਸਕਦਾ। ਪਲੱਸ ਉਹਨਾਂ ਨੂੰ ਆਈਲੈਟਸ ਵੀ ਦੇਣਾ ਪਏਗਾ। ਅੱਛਾ, ਆਈਲੈਟਸ ਵੀ ਦੇਣਾ ਪਏਗਾ। ਮਈ 6 ਤੋਂ ਐਪਲੀਕੇਸ਼ਨਾਂ ਸਟਾਰਟ ਕਰੇਗੀ ਸਰਕਾਰ। ਔਰ ਦੂਜਾ, ਜਿਹੜੀ ਇਹਦੀ ਇਕੁਇਲੈਂਸੀ ਵੀ ਕਰਾਉਣੀ ਪਏਗੀ, ਜਿਹੜੀ ਐਜੂਕੇਸ਼ਨ ਕ੍ਰੈਡੈਂਸ਼ੀਅਲ ਨੇ, ਜੇ ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਹੈ, ਜੇ ਉਹ ਦੇਖੀ ਜਾਂਦੀ ਹੈ ਤਾਂ ਤੁਸੀਂ ਉਹਦੀ ਵੀ ਜਿਹੜੀ ਹੈ ਅਸੈਸਮੈਂਟ ਹੈ ਕਰਾਉਣੀ ਪਏਗੀ। ਬਟ ਅਦਰ ਦੈਨ ਦੈਟ, ਜੇ ਉਹਨਾਂ ਦੀ 1 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ, 4 ਬੈਂਡਸ ਉਹ ਇੰਗਲਿਸ਼ ਦੇ ਵਿੱਚ ਲੈ ਲੈਂਦੇ ਨੇ ਜਨਰਲ ਸਟਰੀਮ ਦੇ ਵਿੱਚ, ਤਾਂ ਫਿਰ ਉਹ ਐਪਲੀਕੇਸ਼ਨ ਪਰਿਵਾਰ ਸਮੇਤ ਅਪਲਾਈ ਕਰ ਸਕਦੇ ਨੇ। ਸੌਖਾ ਨਹੀਂ ਹਲੇ ਵੀ, ਜੇ ਤੁਸੀਂ ਕਹਿੰਦੇ ਹੋ ਅੰਗਰੇਜ਼ੀ ਆਉਂਦੀ ਨਹੀਂ ਜੀ, ਬਹੁਤ ਘੱਟ ਬੰਦਿਆਂ ਨੂੰ ਆਉਂਦੀ ਹੈ, ਪਾਸ ਹੋ ਜਾਣਗੇ? ਨਹੀਂ, ਬਿਲਕੁਲ ਇਹ ਕੋਈ ਇਸ ਤਰ੍ਹਾਂ ਦਾ ਪਾਥਵੇ ਨਹੀਂ ਹੈ ਵੀ ਕੋਈ ਲੋਟਰੀ ਲੱਗੀ ਹੋਈ ਹੈ, ਬੜੇ ਜਾਓ ਅੰਦਰ। ਨੋ, ਇਸ ਤਰ੍ਹਾਂ ਨਹੀਂ ਹੈ। ਰਿਕੁਆਇਰਮੈਂਟ ਹੈ, ਪਰ ਰਿਕੁਆਇਰਮੈਂਟ ਵੀ ਬਾਈ ਜੀ ਬਹੁਤ ਬੇਸਿਕ ਲੈਵਲ ਦੀ ਹੈ, ਬਹੁਤ ਥ੍ਰੈਸ਼ਹੋਲਡ ਉੱਚਾ। ਹਾਂਜੀ, ਬਹੁਤ ਲੋ ਹੈ। ਕਿਉਂਕਿ ਇਸ ਤੋਂ ਪਹਿਲਾਂ ਜਿਹੜਾ BC ਦੇ ਵਿੱਚ, ਜਿਵੇਂ ਹਾਲੇ ਕਰਕੇ ਓਨਟਾਰੀਓ ਦੇ ਵਿੱਚ ਜਿਹੜੇ ਫਾਰਮ ਵਰਕਰਸ ਨੇ, ਉਹਨਾਂ ਨੂੰ ਇਮੀਗ੍ਰੇਸ਼ਨ ਦਾ ਪਾਥਵੇ ਰੱਖਿਆ ਸੀ ਸਰਕਾਰ ਨੇ, ਪਰ BC ਦੇ ਵਿੱਚ ਕਿਉਂਕਿ ਆਪਣੀ ਕਮਿਊਨਿਟੀ ਇੰਨੀ ਜ਼ਿਆਦਾ ਜਿਹੜੀ ਫਾਰਮਿੰਗ ਦੇ ਵਿੱਚ ਹੈ, ਐਗਰੀਕਲਚਰ ਸੈਕਟਰ ਦੇ ਵਿੱਚ ਹੈ, ਉਹਨਾਂ ਲਈ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਹੋਇਆ ਸੀ ਵੀ ਕੋਈ ਵਰਕਰ ਇੱਥੇ ਆਉਂਦਾ ਤੇ ਫਾਰਮ ਦੇ ਵਿੱਚ ਕੰਮ ਕਰਦਾ ਤੇ ਫਿਰ ਉਹ ਐਪਲੀਕੇਸ਼ਨ ਅਪਲਾਈ ਕਰ ਸਕਦਾ। ਫੈਡਰਲ ਸਰਕਾਰ ਨੇ ਜ਼ਰੂਰ ਇੱਕ ਐਗਰੀ ਪਾਇਲਟ ਜਿਹੜਾ 3 ਸਾਲ ਹੀ ਚਲਾਇਆ, ਜਿਹੜਾ ਕਿ ਅੱਗੇ 2023 ਦੇ ਵਿੱਚ ਐਕਸਪਾਇਰ ਹੋ ਜਾਣਾ। ਸੋ ਉਹਦੇ ਵਿੱਚ ਜ਼ਰੂਰ ਉਹਨਾਂ ਨੇ ਕੁਝ ਸੈਕਟਰਸ ਰੱਖੇ ਨੇ, ਜਿਵੇਂ ਨਰਸਰੀ ਵਰਕਰਸ ਹੋ ਗਏ, ਜਾਂ ਗ੍ਰੀਨ ਹਾਊਸ ਵਰਕਰਸ ਹੋ ਗਏ, ਜਾਂ ਮਸ਼ਰੂਮ ਵਰਕਰਸ ਹੋ ਗਏ, ਉਹਨਾਂ ਨੂੰ ਇਮੀਗ੍ਰੇਸ਼ਨ ਪਾਥਵੇ ਹੈ, ਪਰ ਉਹਨਾਂ ਦਾ ਵੀ ਜਿਹੜਾ ਕੈਪ ਹੈ ਬਹੁਤ ਲੋ ਰੱਖਿਆ ਹੋਇਆ। ਵਿਦਿਆਰਥੀਆਂ ਨੂੰ ਕੀ ਸਮਝਾਉਣਾ ਚਾਹੁੰਦੇ ਹੋ ਜੀ, ਜਿਹੜੇ ਬੱਚੇ ਨੇ ਵੀ ਉਹ 40,000 'ਚ ਕਿਹੜੇ ਆ ਸਕਦੇ? ਜੀ, ਵਿਦਿਆਰਥੀ ਜਿਹੜੇ ਪੋਸਟ ਸੈਕੰਡਰੀ ਐਜੂਕੇਸ਼ਨ ਕੈਨੇਡਾ ਦੇ ਵਿੱਚ ਹਾਸਲ ਕੀਤੀ ਹੋਈ ਹੈ ਉਹਨਾਂ ਨੇ, ਔਰ ਕੈਨੇਡਾ ਦੇ ਵਿੱਚ ਮੌਜੂਦ ਹੋਣੇ ਚਾਹੀਦੇ ਨੇ, ਔਰ ਉਹ ਕਿਤੇ ਨਾ ਕਿਤੇ ਇੰਪਲੋਇਡ ਹੋਣੇ ਚਾਹੀਦੇ ਨੇ। ਹਾਂਜੀ, ਉਹਦੇ 'ਚ ਵੀ ਸਿਲੈਕਟਿਵ ਆਕਿਊਪੇਸ਼ਨ ਨੇ ਜਿਹਦੇ 'ਚ ਉਹ ਇੰਪਲੋਇਡ ਹੋਣੇ ਚਾਹੀਦੇ ਨੇ। ਐਜੂਕੇਸ਼ਨ ਖਤਮ ਚਾਹੀਦੀ ਹੈ, ਐਜੂਕੇਸ਼ਨ ਖਤਮ ਚਾਹੀਦੀ ਹੈ ਜੀ, ਬਿਲਕੁਲ। ਔਰ ਉਹਨਾਂ ਦੀ ਐਜੂਕੇਸ਼ਨ ਜਿਹੜੀ ਆ ਉਹ ਜਨਵਰੀ 2017 ਤੋਂ ਬਾਅਦ ਖਤਮ ਹੋਣੀ ਚਾਹੀਦੀ ਹੈ। ਅੱਛਾ ਜੀ। ਸੋ ਜੇ ਉਹ ਤੋਂ ਪਹਿਲਾਂ ਖਤਮ ਹੋਈ ਹੈ ਫਿਰ ਵੀ ਉਹ ਐਲੀਜੀਬਲ ਨਹੀਂ ਹੈ। ਜੇ ਜਨਵਰੀ 2017 ਤੋਂ ਪਹਿਲਾਂ ਪੜ੍ਹਾਈ ਉਹਨਾਂ ਨੇ ਪੂਰੀ ਹੋਈ ਹੈ ਫਿਰ ਉਹ ਐਲੀਜੀਬਲ ਨਹੀਂ ਹੋਣਗੇ। ਸੋ ਇਹਦੇ 'ਚ ਵੀ ਇਹੀ ਕੈਚ ਰੱਖਿਆ ਗਿਆ। ਇਹਦੇ 'ਚ ਇੱਕ ਚੀਜ਼ ਹੋਰ ਰੱਖੀ ਗਈ ਹੈ, ਜਿਹੜੀ
ਪ੍ਰੀਵੇਲਿੰਗ ਵੇਜ ਹੈ, ਕਿਉਂਕਿ ਇਹਦੇ 'ਚ ਨਾ ਜਿਹੜਾ ਹਾਲੇ ਕਿਉਂਕਿ ਇਹ ਬੇਸਿਕ ਐਲੀਜੀਬਿਲਿਟੀ ਕ੍ਰਾਈਟੇਰੀਆ ਹੈਗਾ, ਆਨਲਾਈਨ ਐਪਲੀਕੇਸ਼ਨ ਦਾਇਰ ਹੋਊਗੀ। ਆਨਲਾਈਨ ਐਪਲੀਕੇਸ਼ਨ ਦਾਇਰ ਕਰਨ ਲਈ ਜਿਹੜੀਆਂ ਰਿਕੁਆਇਰਮੈਂਟਸ ਨੇ ਜਾਂ ਪ੍ਰੀ ਰਿਕੁਇਜ਼ਿਟ ਨੇ ਉਹ ਆਲਰੇਡੀ ਵੈਬਸਾਈਟ 'ਤੇ ਵੀ ਸਰਕਾਰ ਨੇ ਦਿੱਤੇ ਹੋਏ ਨੇ। ਔਰ ਅੱਜ ਕੱਲ੍ਹ ਜਿਹੜੇ ਹਰੇਕ ਬੰਦਾ ਟੈਕ ਸੈਵੀ ਹੈਗਾ, ਮੋਬਾਈਲ ਤੇ ਵੀ ਉਹ ਦੇਖ ਸਕਦੇ ਨੇ ਰਿਕੁਆਇਰਮੈਂਟ। ਦੀਜ਼ ਆਰ ਬੇਸਿਕ ਥਿੰਗਸ। ਸੋ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਇੱਕ ਤਾਂ ਫਸਟ ਕਮ ਫਸਟ ਸਰਵ ਬੇਸਿਸ ਤੇ ਐਪਲੀਕੇਸ਼ਨ ਹੈ। ਜੇ ਤੁਹਾਡੀ ਐਪਲੀਕੇਸ਼ਨ ਆਨਲਾਈਨ ਸਬਮਿਟ ਹੋਈ ਹੈ, ਜੇ ਕੈਪ ਭਰ ਜਾਂਦਾ ਤਾਂ ਫਿਰ ਤੁਸੀਂ ਅਪਲਾਈ ਨਹੀਂ ਕਰ ਸਕੋਗੇ। ਪਰ ਇਸ ਤੋਂ ਜ਼ਿਆਦਾ ਜ਼ਰੂਰੀ ਜਿਹੜੀਆਂ ਇਸ ਨੂੰ ਅਸੈਸ ਕੀਤਾ ਜਾਏਗਾ, ਕਿਉਂਕਿ ਸਰਕਾਰ ਨੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਵੱਡਾ ਬਜਟ ਜਿਹੜਾ ਸੀ ਉਹ ਇਮੀਗ੍ਰੇਸ਼ਨ ਦੀ ਇੰਟੈਗ੍ਰਿਟੀ ਨੂੰ ਮੇਨਟੇਨ ਕਰਨ ਲਈ ਰੱਖਿਆ ਸੀ, ਜਿਹੜਾ ਸਿਸਟਮ ਦੀ ਇੰਟੈਗ੍ਰਿਟੀ ਹੈ। ਬਿਕੋਜ਼ ਇਹਦੇ 'ਚ ਇਹ ਸਮਝਿਆ ਜਾਂਦਾ ਸੀ ਵੀ ਕਈ ਵੀਜ਼ਾ ਪੋਸਟ ਦੇ ਉੱਤੇ ਜਿਹੜੀਆਂ ਕਰਪਸ਼ਨ ਦੇ ਜਿਹੜੇ ਐਲੀਗੇਸ਼ਨ ਚੱਲ ਰਹੀਆਂ ਸੀ, ਹਾਂਜੀ, ਕਰਪਸ਼ਨ ਦੇ ਐਲੀਗੇਸ਼ਨਸ ਬੜੇ ਸੀਰੀਅਸ ਐਲੀਗੇਸ਼ਨਸ ਲੱਗ ਰਹੇ ਸੀ। ਇਸ ਤੋਂ ਇਲਾਵਾ ਸੈਕੰਡ ਜਿਹੜੇ ਹੋ ਗਏ, ਜਿਹੜੇ ਬਿਟਵੀਨ ਰਿਲੇਸ਼ਨਸ਼ਿਪ ਹੁੰਦਾ ਤੁਹਾਡਾ EMPLOYEE ਐਂਡ EMPLOYER, ਕਿਉਂਕਿ EMPLOYER ਦੇ ਹੱਥ ਦੇ ਵਿੱਚ ਬਹੁਤ ਵੱਡਾ ਇੱਕ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੋਈ ਸੀ ਵੀ ਉਹ ਜੇ ਇੰਡੋਰਸ ਕਰ ਦਿੰਦਾ ਕਿਸੇ ਵਿਅਕਤੀ ਨੂੰ ਤਾਂ ਫਿਰ ਉਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਹੈ ਸੰਭਵ ਹੈ, ਪੋਸੀਬਲ ਹੈ। ਸੋ ਉਸ ਨੂੰ ਮਿਸਯੂਜ਼ ਨਾ ਕੀਤਾ ਜਾਵੇ, ਉਸ ਜਿਹੜੀ ਪ੍ਰਿਵਿਲੇਜ ਹੈ ਉਹਨੂੰ ਮਿਸਯੂਜ਼ ਨਾ ਕਰ ਜਾਏ EMPLOYER। ਇਸ ਤੋਂ ਇਲਾਵਾ ਜਿਹੜੇ ਫੋਰਨ ਨੈਸ਼ਨਲ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਸੀ ਉਹ ਕਿਸੇ ਬੈਡ ਇੰਟੈਂਟ ਨਾਲ ਨਾ ਦਾਖਲ ਹੋਣ। ਔਰ ਇਸ ਤੋਂ ਇਲਾਵਾ ਜੇ ਵਿਅਕਤੀ ਸਾਬਤ ਕਰਦਾ ਵੀ ਉਹ ਕਿਸੇ ਆਕੂਪੇਸ਼ਨ ਦੇ ਵਿੱਚ ਕੰਮ ਕਰ ਰਿਹਾ ਜੀ, ਉਹ ਕੰਮ ਲੋ ਸਕਿੱਲ ਦੇ ਵਿੱਚ ਕਰ ਰਿਹਾ, ਉਹਦੀ ਜੌਬ ਆਫਰ ਹਾਈ ਸਕਿੱਲ ਦੇ ਵਿੱਚ ਹੈ। ਸੋ ਇਹੋ ਜਿਹੇ ਬਹੁਤ ਇਸ਼ੂਜ਼ ਨੇ ਜਿਹੜੇ ਸਰਕਾਰ ਨੂੰ ਡੀਲ ਕਰਨੇ ਪੈਂਦੇ ਨੇ ਔਨ ਡੇਲੀ ਬੇਸਿਸ। ਸੋ ਇਹਦੇ ਕਰਕੇ ਜਿਹੜੀ ਫੈਡਰਲ ਸਰਕਾਰ ਉਹਨਾਂ ਨੇ ਬਹੁਤ ਵੱਡਾ ਇੱਕ ਬਜਟ ਰੱਖਿਆ ਹੋਇਆ ਇਹ ਸਿਸਟਮ ਦੀ ਇੰਟੈਗ੍ਰਿਟੀ ਜਾਂ ਸਿਸਟਮ ਨੂੰ ਕਲੀਨ ਅਪ ਕਰਨ ਦੇ ਲਈ। ਸੋ ਉਹਦੇ ਲਈ ਉਹਨਾਂ ਨੇ ਟੈਕਨੋਲੋਜੀ ਨੂੰ ਵੀ ਇੱਕ ਸਹਾਰਾ ਲੈਣਾ ਬਿਲਕੁਲ। ਖਾਸ ਕਰਕੇ ਜਦ ਤੁਸੀਂ ਆਪਣੀ ਇੰਪਲੋਇਮੈਂਟ ਸਾਬਤ ਕਰਦੇ ਹੋ, ਪ੍ਰੂਵ ਕਰਦੇ ਹੋ, ਤਾਂ ਇੱਕ ਬਹੁਤ ਬੜਾ ਕੇਸ ਲਾਅ ਹੈ ਜਿਹੜਾ ਇੰਪੈਕਟ ਕਰਦਾ ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟਸ ਨੇ ਉਹਨਾਂ ਦੀ ਰਿਫਿਊਜ਼ਲ ਇਸ ਲਈ ਹੋ ਜਾਂਦੀ ਹੈ ਜਿਹੜੇ ਖਾਸ ਕਰਕੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਅਪਲਾਈ ਕਰਦੇ ਨੇ। ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ, ਤਾਂ ਤੁਸੀਂ ਜੌਬ ਹਾਈ ਸਕਿੱਲ ਦੀ ਕਰਦੇ ਹੋ ਤੇ ਹਾਈ ਸਕਿੱਲ ਦੀ ਤੁਸੀਂ ਮੈਨੇਜਰ ਦੀ ਜੌਬ ਕਰਦੇ ਹੋ ਤਾਂ ਤੁਹਾਨੂੰ ਸੈਲਰੀ ਮਿਲ ਰਹੀ ਹੈ ਬੇਸਿਕ ਸੈਲਰੀ, ਤਾਂ ਤੁਹਾਡੀਆਂ ਜੌਬ ਡਿਊਟੀਜ਼ ਲਿਸਟਡ ਹੁੰਦੀਆਂ ਸੀ ਵੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਕਿਸੇ ਗਰੋਸਰੀ ਸਟੋਰ ਦੇ ਵਿੱਚ ਜਾਂ ਗੈਸ ਸਟੇਸ਼ਨ ਦੇ ਵਿੱਚ ਤੁਸੀਂ ਸੁਪਰਵਾਈਜ਼ਰ ਜਾਂ ਮੈਨੇਜਰ ਦਾ ਕੰਮ ਕਰਦੇ ਹੋ ਤੇ ਤੁਹਾਡੀ ਜਿਹੜੀ ਸੈਲਰੀ ਉਹ ਬੇਸਿਕ ਸੈਲਰੀ ਹੈ। ਤਾਂ ਇਸ ਕਰਕੇ ਜਦੋਂ ਇਸ਼ੂ ਸਾਹਮਣੇ ਆਇਆ ਸਰਕਾਰ ਦੇ ਵੀ ਸੈਲਰੀ ਜੇ ਬੇਸਿਕ ਮਿਲ ਰਹੀ ਹੈ ਤੇ ਤੁਸੀਂ ਉਹਦਾ ਪ੍ਰੋਫੈਸ਼ਨ ਜਿਹੜਾ ਹੈਗਾ, ਜਿਹੜੀ ਮੀਡੀਅਨ ਵੇਜ ਹੈ ਸਰਵਿਸ ਕੈਨੇਡਾ ਨੇ ਡਿਫਾਈਨ ਕੀਤੀ ਹੋਈ, ਮੀਡੀਅਨ ਵੇਜ ਈਵਨ ਬਿਲੋ ਜਾਂਦੀ ਹੈ ਜਿਹੜੀ ਲੋਐਸਟ ਲੈਵਲ ਆਫ ਰੱਖੀ ਹੋਈ ਆਕੂਪੇਸ਼ਨ ਜੀ। ਸੋ ਮੈਂ ਜੇ ਜ਼ਿਆਦਾ ਸਮਾਂ ਨਾ ਤੁਹਾਡਾ ਲੰਮਾ ਤਾਂ ਕੁਇਕਲੀ ਸਮਝਾਉਣਾ ਚਾਹੁੰਦਾ ਵੀ ਜਦੋਂ ਤੁਸੀਂ ਕੋਈ ਜੌਬ ਕੈਨੇਡਾ ਦੇ ਵਿੱਚ ਕਲਾਸੀਫਾਈ ਕਰਦੇ ਹੋ ਤਾਂ ਉਹਦਾ ਇੱਕ ਵੇਜ ਵੀ ਕਲਾਸੀਫਾਈ ਕੀਤਾ ਹੁੰਦਾ। ਸਰਕਾਰ ਨੇ ਇੱਕ ਰੇਂਜ ਦੱਸੀ ਹੁੰਦੀ ਹੈ ਵੀ ਇਹ ਜਿਹੜੀ ਫੋਰ ਐਗਜ਼ਾਮਪਲ ਕੋਈ ਟਰੱਕ ਡਰਾਈਵਰ ਕੰਮ ਕਰਦਾ ਉਹ ਐਕਸਪੀਰੀਅੰਸ ਦੇ ਮੁਤਾਬਕ ਉਹ ਇੱਥੋਂ ਸ਼ੁਰੂ ਕਰਦਾ ਔਰ ਉਹਦੀ ਸੈਲਰੀ ਐਕਸਪੀਰੀਅੰਸ ਦੇ ਨਾਲ ਵੱਧਦੀ ਇਸ ਲੈਵਲ ਤੱਕ ਜਾਂਦੀ ਹੈ। ਸੋ ਜਿਹੜਾ ਲੋਐਸਟ ਲੈਵਲ ਰੱਖਿਆ ਹੁੰਦਾ ਵੀ 10% ਆਫ ਦਾ ਜਿਹੜੀ ਪਾਪੂਲੇਸ਼ਨ ਹੈ ਲੋਐਸਟ ਗ੍ਰੇਡ ਤੇ ਜਿਹੜੀ ਕੰਮ ਕਰਦੀ ਹੈ ਉਸੇ ਆਕੂਪੇਸ਼ਨ ਦੇ ਵਿੱਚ ਤੇ ਉਹ ਸੈਲਰੀ ਤੇ ਐਕਸੈਪਟ ਕਰਦੀ ਹੈ। ਉਹ ਫਰਜ਼ ਕੀਤਾ $20 ਹੈ ਜੀ ਟਰੱਕ ਡਰਾਈਵਰ ਦੀ, ਵਿਦ ਐਕਸਪੀਰੀਅੰਸ ਉਹ $24 ਜਾਂ $25 ਬਣ ਜਾਂਦੀ ਹੈ। ਸੋ ਉਹਨੂੰ ਮੀਡੀਅਨ ਵੇਜ ਕਿਹਾ ਜਾਂਦਾ, ਮਿਡ ਲੈਵਲ। ਉਸ ਤੋਂ ਬਾਅਦ ਉਹ ਹਾਈ ਬਣ ਜਾਂਦੀ ਹੈ $28 to $32। ਸੋ ਇਹ ਇੱਕ ਰੇਂਜ ਦੱਸੀ ਹੁੰਦੀ ਹੈ ਵੀ ਜੇ ਕਿਸੇ ਟਰੱਕ ਡਰਾਈਵਰ ਨੇ ਕੰਮ ਕਰਨਾ ਤੇ ਜੇ ਉਹਨੂੰ ਤੁਸੀਂ ਜੌਬ ਆਫਰ ਦੇ ਦੋਗੇ $20 ਤੋਂ ਘੱਟ ਤਾਂ ਫਿਰ ਉਹ ਰੇਂਜ ਤੋਂ ਬਾਹਰ ਨਿਕਲ ਗਈ, ਲੋਐਸਟ ਲੈਵਲ ਤੋਂ ਵੀ ਬਾਹਰ ਨਿਕਲ ਕੁਆਲੀਫਾਈ ਨਹੀਂ ਹੋਏਗਾ ਜੀ। ਨਾ ਇਹ ਜਿਹੜਾ ਬਈ ਜੀ ਰੂਲ ਐਪਲੀਕੇਬਲ ਹੁੰਦਾ ਸੀ ਜਿਹੜੇ LMIA ਤੇ ਵਿਅਕਤੀ ਆਉਂਦੇ ਸੀ। ਠੀਕ, LMIA ਤੇ ਵਿਅਕਤੀ ਆਉਂਦੇ ਸੀ ਕਿਉਂਕਿ ਜਿਹੜੇ LMIA ਜਿਹੜਾ ਪ੍ਰੋਸੈਸ ਹੈ, ਜੇ ਮੈਂ ਜ਼ਿਆਦਾ ਸਮਾਂ ਨਾ ਲਵਾਂ ਤਾਂ 30% ਹਾਇਰ ਵੇਜ ਆਫਰ ਕਰਨੀ ਪੈਂਦੀ ਹੈ EMPLOYER ਨੂੰ, ਕਿਉਂਕਿ EMPLOYER ਨੂੰ ਹਰ ਲੈਵਲ ਤੇ ਡਿਸਕਰੇਜ ਕੀਤਾ ਜਾਂਦਾ ਵੀ ਜੌਬ ਜਿਹੜੀ ਪਹਿਲਾਂ ਖੋਲੇ ਉਹ ਕੈਨੇਡੀਅਨ ਲਈ ਖੋਲੇ। ਬਾਹਰਲੇ ਬੰਦੇ ਨੂੰ ਜਦੋਂ ਸਪਾਂਸਰ ਕਰਨਾ ਤਾਂ ਫਿਰ ਐਕਸਟਰਾ ਲੋਡਿੰਗ ਹੋਵੇ EMPLOYER ਤੇ, ਉਹ 30% ਜ਼ਿਆਦਾ ਸੈਲਰੀ ਆਫਰ ਕਰੇ ਤਾਂ ਫਿਰ ਉਹ ਬੁਲਾ ਸਕੇ। ਸੋ ਜਦੋਂ ਕੋਈ ਇੰਟਰਨੈਸ਼ਨਲ ਸਟੂਡੈਂਟ ਅਪਲਾਈ ਕਰਦਾ ਸੀ ਤਾਂ ਉਹਦੀ ਸੈਲਰੀ ਚਾਹੇ ਬੇਸਿਕ ਵੀ ਹੁੰਦੀ ਸੀ, ਉਹ ਐਪਲੀਕੇਸ਼ਨ ਪਾਸ ਹੋ ਜਾਂਦੀ ਸੀ। ਤਾਂ ਪਰ ਹੁਣ ਸਰਕਾਰ ਨੇ ਕੀ ਕੀਤਾ ਵੀ ਜਿਹੜਾ ਇੱਕ ਬਹੁਤ ਫੇਮਸ ਕੇਸ ਲਾਅ ਹੈ QIN ਵਰਸਸ ਮਿਨਿਸਟਰ ਕੁਇਨ ਦਾ ਜਿਹੜਾ ਕੇਸ ਸੀਗਾ ਉਹਦੇ 'ਚ ਵੀ ਇਹੀ ਇਸ਼ੂ ਸੀਗਾ ਵੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਮੈਨੇਜਰ, ਸੈਲਰੀ ਉਹਨਾਂ ਦੀ ਘੱਟ ਸੀਗੀ ਤੇ ਉਹ ਤੋਂ ਬਾਅਦ ਉਹਨਾਂ ਨੇ ਜੌਬ ਡਿਊਟੀਜ਼ ਲਿਸਟ ਕੀਤੀਆਂ ਵੀ ਉਹ ਇੱਥੇ ਕੰਮ ਕਰ ਰਹੀ ਹੈ ਐਜ਼ ਐਨ ਆਫਿਸ ਐਡਮਿਨ ਕੰਮ ਕਰ ਰਹੀ ਹੈ। ਤੇ ਉਸ ਤੋਂ ਬਾਅਦ ਆਫਿਸਰ ਨੇ ਉਹਦਾ ਕੇਸ ਡਿਨਾਈ ਕਰਤਾ, ਉਹਨਾਂ ਨੇ ਚੱਕ ਕੇ ਉਹ ਕੇਸ ਨੂੰ ਫੈਡਰਲ ਕੋਰਟ ਚੈਲੰਜ ਕਰਤਾ। ਜੋ ਫੈਡਰਲ ਕੋਰਟ 'ਚ ਜਿਹੜਾ ਡਿਸੀਜਨ ਹੈ ਉਹ ਬੜਾ ਲੈਂਡਮਾਰਕ ਡਿਸੀਜਨ ਹੈ ਹੁਣ ਜਿਹੜਾ ਇਫੈਕਟ ਕਰੇਗਾ ਇਹਨਾਂ ਐਪਲੀਕੇਸ਼ਨ ਦੇ ਉੱਤੇ ਵੀ।
ਜਿੱਥੇ ਆਫਿਸਰ ਨੂੰ ਪਹਿਲੀ ਗਾਈਡਲਾਈਨ ਦਿੱਤੀ ਹੈ ਵੀ ਸਭ ਤੋਂ ਪਹਿਲਾਂ ਉਹ ਦੇਖਿਆ ਜਾਵੇ ਵੀ ਜਿਹੜੀ ਡਿਊਟੀਜ਼ ਨੇ ਉਹ ਦੇਖੀਆਂ ਜਾਣ ਵੀ ਡਿਊਟੀਜ਼ ਮੈਚ ਹੋ ਰਹੀਆਂ ਨੇ ਨੌਕ ਨੂੰ ਜਾਂ ਨਹੀਂ ਹੋ ਰਹੀਆਂ। ਜੇ ਉਹ ਡਿਊਟੀਜ਼ ਦੇ ਵਿੱਚ ਉਹਨੂੰ ਕੋਈ ਇਸ਼ੂਜ਼ ਹੈਗੇ ਆ ਤਾਂ ਫਿਰ ਉਹਦੇ ਨਾਲ ਵੇਜ ਨੂੰ ਵੀ ਕੰਪੈਰੇਬਲ ਇੱਕ ਫੈਕਟਰ ਬਣਾਇਆ ਜਾਵੇ। ਜੇ ਵੇਜ ਘੱਟ ਹੈ ਔਰ ਉਸ ਬੈਂਚਮਾਰਕ ਤੋਂ ਨੀਚੇ ਜਾਂਦੀ ਹੈ ਤਾਂ ਬਿਲਕੁਲ ਐਪਲੀਕੇਸ਼ਨ ਡਿਨਾਈ ਕਰੇ। ਸੋ ਇਨ ਜਨਰਲ ਜੇ ਆਪਾਂ ਸਮ ਅਪ ਕਰੀਏ ਇਹ ਚੀਜ਼ਾਂ ਬੜੀ ਉਤਸ਼ਾਹ ਦੇ ਦਿੰਦੀਆਂ ਕਮਿਊਨਿਟੀ 'ਚ। ਉਹ 90,000 ਜੀ 90,000 ਹੁਣ ਇੱਕ ਬੰਨੇ 90,000 ਹੈ, ਇੱਕ ਬੰਨੇ ਬਾਹਰ ਹੈ, ਕੋਈ ਨਹੀਂ ਜੇ ਤੁਹਾਨੂੰ ਫਰੈਂਚ ਆਉਂਦੀ ਆ ਬੋਲਣੀ ਜਿੰਨੇ ਮਰਜ਼ੀ ਕਰ ਲਓ। ਹੁਣ 90,000 ਦੇ ਵਿੱਚੋਂ 5-7 ਲੱਖ ਬੰਦਾ ਆਇਆ ਹੋਇਆ, ਉਹ ਕਿੰਨੇ ਕੁ ਸੈੱਟ ਹੋਣਗੇ? ਜੀ ਸੋ ਇਹਨੂੰ ਹੋਰ ਜੇ ਐਲੈਬੋਰੇਟ ਕਰੋ ਵੀ ਕਿਵੇਂ ਅਪਲਾਈ ਕਰਨ, ਕਿਵੇਂ ਕੋਸ਼ਿਸ਼ ਕਰਨ ਇਹਦੇ 'ਚ ਸੈੱਟ ਹੋਣ, ਤੇ CWC ਕਿਵੇਂ ਇਹਦੇ 'ਚ ਮਦਦ ਕਰ ਸਕਦੀ ਹੈ? ਜੀ ਬਿਲਕੁਲ ਭਾਈ ਜੀ, ਜਿਵੇਂ ਆਫ ਕੋਰਸ ਅਸੀਂ ਫ੍ਰੀ ਆਫ ਕਾਸਟ ਜਿਵੇਂ ਅਸੈਸਮੈਂਟ ਕਰ ਦਿੰਦੇ ਹਾਂ। ਜੋ ਕੋਈ ਵਿਅਕਤੀ ਸਾਡੇ ਆਫਿਸ ਕਾਲ ਕਰਦਾ ਆਪਾਂ ਦੱਸ ਸਕਦੇ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਕਰਦੇ, ਜਾਂ ਤੁਹਾਨੂੰ ਕਿਹੜੀ ਕੰਡੀਸ਼ਨ ਜਿਹੜੀ ਹੈ ਤੁਹਾਡੀ ਘੱਟ ਹੈ ਇਹਨੂੰ ਪੂਰਾ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਇਹ 'ਚ ਇੰਪੈਕਟ ਪਾਉਣਗੀਆਂ। ਜਿਵੇਂ ਕੈਪ ਹੈਗਾ, ਕੈਪ ਇੱਕ ਬਹੁਤ ਲਿਮਿਟਿਡ ਕੈਪ ਰੱਖਿਆ ਸਰਕਾਰ ਨੇ। ਉਹ ਬਿਲਕੁਲ ਇੱਕ ਸਰਕਾਰ ਨੇ ਇਹ ਨਹੀਂ ਕਿਹਾ ਵੀ ਕੋਈ ਬਿਨਾਂ ਕੈਪ ਤੋਂ ਅਪਲਾਈ ਕਰਦੇ, ਫਿਰ ਮੈਂ ਕਹਿ ਸਕਦਾ ਸੀ ਵੀ ਬਹੁਤ ਵੱਡਾ ਡਿਸੀਜਨ ਹੈ, ਇੱਕ ਬਹੁਤ ਵੱਡਾ ਨੰਬਰ ਹੈ ਜਿਹੜਾ ਦਿੱਤਾ ਗਿਆ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ 507 ਲੱਖ ਬੰਦਾ ਜਿਹੜਾ ਕੈਨੇਡਾ ਦੇ ਵਿੱਚ ਆਇਆ, ਤੁਸੀਂ ਬਾਈ ਜੀ ਸ਼ੌਕ ਹੋਵੋਗੇ। ਸਰਕਾਰ ਜਿਹੜਾ 1.2 ਮਿਲੀਅਨ ਵਿਅਕਤੀ ਕੈਨੇਡਾ ਦੇ ਵਿੱਚ ਬੁਲਾਉਂਦੀ ਹੈ, ਜਿਨ੍ਹਾਂ 'ਚੋਂ ਸਿਰਫ ਜਿਹੜਾ ਕੈਪ ਪਰਮਨੈਂਟ ਇਮੀਗ੍ਰੇਸ਼ਨ ਉਹਦਾ ਕੈਪ ਰੱਖਿਆ ਹੋਇਆ 4 ਲੱਖ। ਉਹਨਾਂ 'ਚ ਵੀ ਜਿਹੜਾ ਆਲਮੋਸਟ 60% ਰੇਸ਼ੋ ਜਿਹੜੇ ਸਕਿਲਡ ਵਾਲੇ ਰਹਿ ਜਾਂਦੇ ਆ। ਬਾਕੀ ਜਿਹੜੇ ਨੇ ਉਹ ਕੰਪੈਸ਼ਨੇਟ ਗਰਾਊਂਡ ਤੇ ਬੰਦੇ ਅਪਲਾਈ ਕਰਦੇ, ਚਾਹੇ ਫੈਮਿਲੀ ਸਟਰੀਮ ਹੈ ਜਾਂ ਰਿਫਿਊਜੀ ਅਸਾਈਲਮ ਹੈ, ਉਹ ਕੇਸਿਸ ਨੇ। ਸੋ ਉਸ ਤੋਂ ਬਾਅਦ ਜਿਹੜੇ ਬਾਕੀ ਵਿਅਕਤੀ ਨੇ, ਜਿਹੜੀ ਆਪਾਂ ਗੱਲ ਕਰਦੇ ਹਾਂ ਵੀ 4 ਲੱਖ ਨੂੰ ਕੱਢ ਦਿਓ ਇੱਕ ਪਾਸੇ, ਤੇ ਬਾਕੀ ਜਿਹੜੇ ਨੇ ਉਹ ਟੈਂਪਰਰੀ ਵਰਕਰਸ ਨੇ ਤੇ ਦੂਸਰੇ ਸਟੂਡੈਂਟ ਹੈ। ਸੋ ਸਟੂਡੈਂਟ ਨੂੰ ਸਰਕਾਰ ਚੰਗੀ ਤਰ੍ਹਾਂ ਮਿਲਕ ਕਰਦੀ ਹੈ। ਤੇ ਦੇਖੋ ਇਹਦਾ ਨਤੀਜਾ ਇਹ ਹੋਇਆ ਵੀ ਯੂਨੀਵਰਸਿਟੀਜ਼ ਦੀ ਇੰਨੀਆਂ ਆਊਟ ਆਫ ਬਜਟ ਚਲੀ ਗਈਆਂ ਵੀ ਇਸ ਵਾਰ ਸਟੂਡੈਂਟ ਨਹੀਂ ਆ ਸਕੇ, ਉਨੀ ਨੰਬਰ ਆਫ ਸਟੂਡੈਂਟਸ ਨਹੀਂ ਆ ਸਕੇ, ਤੇ ਉਹ ਬੈਂਕਰਪਸੀ ਡਿਕਲੇਅਰ ਕਰ ਰਹੀਆਂ ਨੇ ਯੂਨੀਵਰਸਿਟੀ। ਜੀ ਬਿਲਕੁਲ, ਲਾਰੈਂਸ਼ੀਅਲ ਯੂਨੀਵਰਸਿਟੀ ਨੇ ਪਰਸੋਂ ਹੀ ਜਾਂ ਜੀ ਪਰਸੋਂ ਜਾਂ ਚੌਥੇ ਮੇਰੇ ਖਿਆਲ ਉਹਨਾਂ ਨੇ ਪ੍ਰੋਟੈਕਸ਼ਨ ਲਈ ਜੀ। ਸੋ ਇਟ ਮੀਨਸ ਇਹ ਸਰਕਾਰ ਦੇ ਉੱਤੇ ਬਹੁਤ ਵੱਡਾ ਇੱਕ ਬਰਡਨ ਵੀ ਹੈ ਹੁਣ, ਔਰ ਕੰਪੀਟੀਸ਼ਨ ਵੀ ਹੈ ਬਾਕੀ ਕੰਟਰੀਜ਼ ਦੇ ਨਾਲ। ਔਰ ਸਟੂਡੈਂਟਸ ਨੂੰ ਜਿਵੇਂ ਜਿਸ ਤਾਦਾਦ ਨਾਲ ਕੈਨੇਡਾ ਲਿਆਂਦਾ ਜਾਂਦਾ ਹੈ, ਤਾਂ ਉਸ ਦੇ ਵਿੱਚ ਜੇ ਚਾਕਲੇਟ ਨਹੀਂ ਦਿੱਤਾ ਜਾਊਗਾ ਤਾਂ ਬਿਲਕੁਲ ਇੰਪੈਕਟ, ਲੋਕ ਔਖੇ ਹੋਣਗੇ। ਬਿਲਕੁਲ ਲੋਕ ਔਖੇ। ਸੋ ਯੂਨੀਵਰਸਿਟੀਆਂ ਸਿੱਥਲ ਕਰਤੀਆਂ ਜੀ ਬਈ ਆਪੇ ਕਮਾਓ ਆਪੇ ਚਲਾਓ, ਇਹ ਗੱਲ ਹੋ ਗਈ ਜੀ। ਬਿਲਕੁਲ, ਜਦੋਂ ਯੂਨੀਵਰਸਿਟੀਜ਼ ਨੂੰ ਬਿਲਕੁਲ ਜਿਹੜੀ ਬਜਟ ਕੱਟਸ ਜਿਵੇਂ ਸਰਕਾਰ ਨੇ ਕਰੇ ਆ, ਉਹ ਇਹ ਕਰੇ ਆ ਵੀ ਜੇ ਉਹ $20 ਬਿਲੀਅਨ ਦਾ ਬਿਜ਼ਨਸ ਲੈ ਕੇ ਆਉਂਦੇ ਨੇ, ਸਰਟਨ ਐਜੂਕੇਸ਼ਨ ਜਿਹੜੀ ਲੋਕ ਇਨਵੈਸਟ ਕਰਦੇ ਨੇ ਪੈਸੇ, ਬਾਕੀ ਜਿਹੜੇ ਇਨਡਾਇਰੈਕਟ ਜਿਹੜੀ ਇੱਥੇ ਉਹਨਾਂ ਨੂੰ ਰਿਹਾਇਸ਼ ਹੋ ਗਈ ਜਾਂ ਹੋਰ ਹੋ ਗਈ। ਸੋ ਇਹੀ ਜਿਹੀ ਇੱਕ ਇੰਡਸਟਰੀ ਡਿਵੈਲਪ ਕਰਤੀ ਸਰਕਾਰ ਨੇ ਜਿਹੜੀ ਲੰਬਰ ਇੰਡਸਟਰੀ ਨੂੰ ਵੀ ਮੀਟ ਕਰਦੀ ਹੈ ਤੇ ਨੇ ਜੀ ਮਿਨਿਸਟਰ ਸਾਹਿਬ ਕਹਿ ਕੇ ਗਏ ਜੀ। ਸੋ ਐਡੀ ਬੜੀ ਇੰਡਸਟਰੀ ਖੜੀ ਕਰ ਲਈ ਕੈਨੇਡਾ ਨੇ। ਬਟ ਉਹਨਾਂ ਦਾ ਜਿਹੜਾ ਐਂਡ ਰਿਜ਼ਲਟ ਹੈ, ਕਿਉਂਕਿ ਜਦੋਂ ਸਟੂਡੈਂਟ ਕੈਨੇਡਾ ਦੇ ਵਿੱਚ ਆਉਂਦਾ ਤਾਂ ਉਹਦੀ ਐਕਸਪੈਕਟੇਸ਼ਨ ਹੁੰਦੀਆਂ ਨੇ ਵੀ ਇੱਥੇ ਮੈਂ ਇਮੀਗ੍ਰੇਸ਼ਨ ਵੀ ਲਵਾਂ, ਖਾਸ ਕਰਕੇ ਕਈ ਕੰਟਰੀਜ਼ ਦੇ ਵਿੱਚੋਂ, ਨਾਟ ਸਾਰੀ ਕੰਟਰੀਜ਼ ਦੇ ਵਿੱਚੋਂ, ਕਈ ਕੰਟਰੀਜ਼ ਦੇ ਵਿੱਚੋਂ। ਪਰ ਜਦੋਂ ਨਹੀਂ ਮਿਲਦੀ ਫਿਰ ਇਨਫੋਰਸਮੈਂਟ ਤੇ ਵੀ ਬਹੁਤ ਬੜੇ ਸਵਾਲ ਖੜੇ ਹੁੰਦੇ ਨੇ। ਜਿੱਥੇ CBSE ਹੈ ਉਹਨਾਂ ਨੂੰ ਵੀ ਬਜਟ ਬਣਾਉਣੇ ਪੈਂਦੇ ਨੇ, ਕਿਉਂਕਿ ਜਿਹੜਾ ਇਨਲੀਗਲ ਸਟੂਡੈਂਟ ਹੋ ਗਿਆ ਤਾਂ ਉਹਨਾਂ ਨੂੰ ਕੈਨੇਡਾ 'ਚੋਂ ਜੇ ਕੱਢਣਾ ਸਰਕਾਰ ਲਈ ਬਹੁਤ ਵੱਡਾ ਚੈਲੰਜ ਹੋ ਜਾਂਦਾ ਹੈ। ਸੋ ਇਸ ਕਰਕੇ ਜਿਵੇਂ ਮੈਂ ਇਹ ਜ਼ਿਕਰ ਕਰਨਾ ਚਾਹੂਗਾ, ਕਿਉਂਕਿ ਤੁਹਾਡੇ ਕੋਲ ਵੀ ਸਮਾਂ ਘੱਟ ਹੈ, ਆਉਣ ਵਾਲੇ ਪ੍ਰੋਗਰਾਮ ਖਬਰਾਂ ਲੈ ਲਵਾਂ, ਤੁਸੀਂ ਮੇਰੇ ਨਾਲ ਰਹੋ, ਆਪਾਂ ਫੇਰ ਸਮ ਅਪ ਕਰਦੇ, ਖਬਰਾਂ ਸੁਣਾ ਦਵਾਂ। CWC ਤੋਂ ਅਮਨ ਖਹਿਰਾ, ਜਿਹੜੀਆਂ 90,000 ਦੇ ਕਰੀਬ ਐਪਲੀਕੇਸ਼ਨਸ ਨੇ, ਇਹ ਕਿੱਧਰ ਨੂੰ ਲੈ ਕੇ ਜਾਣਗੀਆਂ ਕਮਿਊਨਿਟੀ ਨੂੰ? ਕੀ ਇਹਦਾ ਫਾਇਦਾ, ਕੀ ਨੁਕਸਾਨ? ਇਹ 'ਚ ਸਟ੍ਰੀਮਲਾਈਨ ਕਿਵੇਂ ਹੋਣਗੇ ਲੋਕ? PNP ਦਾ ਬੈਕਲੌਗ ਤੇ ਬਹੁਤ ਕੁਝ ਹੈ। ਅੱਛਾ ਜੀ, ਅਖੀਰ ਦੇ ਵਿੱਚ ਸੌਰੀ ਮੈਂ ਤੁਹਾਨੂੰ ਰੋਕਿਆ 15 ਮਿੰਟ ਹੋਰ, ਕੋਈ ਸੁਣਨ ਵਾਲਿਆਂ ਨੂੰ ਇਸ ਨੂੰ ਇਹੋ ਜਿਹਾ ਹੋਰ ਵੀ ਆਉਣਗੇ ਮੈਨੂੰ ਲੱਗਦਾ, ਜੇ 4 ਲੱਖ ਬੰਦਾ ਕਰਨਾ ਇਕੱਠਾ ਬਾਹਰੋਂ, ਤਾਂ ਇਸ ਵਾਰ ਮੈਨੂੰ ਲੱਗਦਾ 1.5 ਲੱਖ ਹੀ ਆਉਣਾ। ਪਿਛਲੇ ਸਾਲ ਦੇ ਵੀ ਬੈਕਲੌਗ ਹੈ ਜੀ ਕੋਈ? ਜੀ ਬਿਲਕੁਲ ਭਾਈ ਜੀ, ਲਾਸਟ ਈਅਰ ਸਿਰਫ 1,76,000 ਬੰਦਾ ਹੀ ਆ ਸਕੇ, 1.5 ਉਹ ਵੀ ਰਹਿੰਦਾ। ਹਾਂਜੀ। ਸੋ ਜਿਹੜਾ ਵੈਕਿਊਮ ਉਹ ਤਾਂ ਬਹੁਤ ਐਗਜ਼ਿਸਟ ਕਰਦਾ ਹੀ। ਤੋ ਜਿਹੜਾ ਨੰਬਰ ਆਫ, ਕਿਉਂਕਿ ਜਿਹੜਾ ਵਰਲਡ ਓਵਰ ਜਿਹੜੀ ਇਸ਼ੂਜ਼ ਹੈਗੇ ਆ, ਜਿਵੇਂ
ਕਾਫੀ ਕੰਟਰੀਜ਼ ਦਾ ਲੋਕਡਾਊਨ ਰਿਹਾ ਤੋ ਕਾਫੀ ਜਿਹੜੇ ਇਹ ਜਿਹੇ ਐਪਲੀਕੈਂਟਸ ਨੇ ਜੌਬ ਲੂਜ਼ ਕਰ ਗਏ ਜਿਹੜੇ ਪੋਟੈਂਸ਼ੀਅਲ ਸੀਗੇ। ਸੋ ਕੈਨੇਡਾ ਦੀ ਜਿਹੜੀ ਮਾਈਗ੍ਰੇਸ਼ਨ ਹੈ ਉਹਦੇ ਤੇ ਕੋਵਿਡ ਕਰਕੇ ਬਹੁਤ ਇੰਪੈਕਟ ਸੀਗਾ ਤੇ ਇਸ ਵਜ੍ਹਾ ਕਰਕੇ ਜਿਵੇਂ ਸਰਕਾਰ ਨੇ ਕੀ ਕੀਤਾ, ਹੁਣ ਜਿਵੇਂ ਇਕਨੋਮੀ ਨੂੰ ਫਿਊਲ ਵੀ ਕਰਨਾ ਤਾਂ ਉਹਦੇ ਲਈ ਬੰਦਿਆਂ ਦੀ ਜ਼ਰੂਰਤ ਹੈਗੀ ਹੈ। ਪਿੱਛੇ ਵੀ ਜਿਵੇਂ ਜਿਹੜੀ ਸਰਕਾਰ ਨੇ ਪੁਰਾਣੇ ਜਿਹੜੇ ਪ੍ਰੋਗਰਾਮ ਦੁਬਾਰਾ ਰੀਵੈਂਪ ਕੀਤੇ ਆ ਉਹਦੇ 'ਚ ਇਹ ਚੀਜ਼ ਜ਼ਾਹਿਰ ਹੁੰਦੀ ਹੈ, ਆਬਵੀਅਸ ਹੋ ਰਿਹਾ ਵੀ ਜਿਹੜੇ ਵਿਅਕਤੀ ਕੈਨੇਡਾ ਦੇ ਵਿੱਚ ਆਏ ਨੇ ਉਹਨਾਂ ਲਈ ਹੁਣ ਬਹੁਤ ਵਧੀਆ ਮੌਕਾ ਵੀ ਉਹ ਆਪਣੀ ਇਮੀਗ੍ਰੇਸ਼ਨ ਜਿਹੜੀ ਉਹ ਲੈ ਸਕਦੇ ਨੇ। ਪਰ ਇਮੀਗ੍ਰੇਸ਼ਨ ਬਈ ਜੀ ਉਹ ਹਰੇਕ ਵਿਅਕਤੀ ਨੂੰ ਨਹੀਂ ਮਿਲੂਗੀ। ਥੋੜੀ ਬਹੁਤੀ ਜਿਹੜੀ ਹੈ ਐਜੂਕੇਸ਼ਨ, ਥੋੜੀ ਇੰਗਲਿਸ਼ ਦੀ ਨੌਲੇਜ, ਤੁਹਾਡਾ ਕੰਮ ਦਾ ਜਿਹੜਾ ਥੋੜਾ ਬਹੁਤ ਐਕਸਪੀਰੀਅੰਸ ਹੈ ਉਹ ਹੋਣਾ ਚਾਹੀਦਾ, ਫਿਰ ਤੁਸੀਂ ਜਿਹੜੀ ਹੈ ਪਰਿਵਾਰ ਦੇ ਸਮੇਤ ਇਮੀਗ੍ਰੇਸ਼ਨ ਜਿਹੜੀ ਲੈ ਸਕਦੇ। ਪੰਜਾਬ ਤੋਂ ਤੁਰਨ ਵੇਲੇ ਕਿਉਂਕਿ ਇਹਦੇ ਨਾਲ ਜੀ ਜਦ ਇਹ ਚੀਜ਼ ਹੁੰਦੀ ਆ ਨਾ ਜੀ, ਫਿਰ ਪਿੰਡ ਬੈਠਿਆਂ ਨੂੰ ਜਦ ਇੱਥੋਂ ਦੱਸਦੇ ਆ ਵੀ ਖੋਲਤੀ ਹੁਣ ਐਂ ਹੀ ਕਹਿ ਦੇਣਾ ਤੇ ਉਹ ਫਿਰ ਜਦੋਂ ਬੈਗ 'ਚ ਕੱਪੜੇ ਪਾਉਣ ਲੱਗ ਜਾਂਦੇ, ਉਹਨਾਂ ਨੂੰ ਕੀ ਸੁਨੇਹਾ ਇੱਥੇ ਸੁਣਨ ਵਾਲਿਆਂ ਨੂੰ ਦੇਣਾ ਚਾਹੁੰਦੇ ਵੀ ਇਹੋ ਜਿਹੇ ਜਿਹੜੇ ਅਨਾਊਂਸਮੈਂਟਸ ਜਿਹੜੀਆਂ ਨੇ ਹੋਰ ਵੀ ਗਵਰਨਮੈਂਟ ਨੇ ਕਰ ਰਹੀਆਂ ਨੇ, ਇਹਦਾ ਉੱਥੇ ਸੁਨੇਹਾ ਕੀ ਤੇ ਭਾਈਚਾਰੇ ਤੇ ਇੰਪੈਕਟ ਕੀ ਹੈ? ਜੀ ਬਿਲਕੁਲ ਬਾਈ ਜੀ, ਜਿਹੜੀ ਹੁਣ ਸਰਕਾਰ ਨੇ ਅਨਾਊਂਸਮੈਂਟ ਕੀਤੀ ਹੈ ਉਹ ਇੱਕ ਪਬਲਿਕ ਪਾਲਿਸੀ ਹੈ। ਸੋ ਜਿਹੜਾ ਸੈਕਸ਼ਨ 25 ਸਬ ਸੈਕਸ਼ਨ 2 ਹੈ ਉਹ ਮਿਨਿਸਟਰ ਨੂੰ ਅਧਿਕਾਰ ਦਿੰਦਾ ਵੀ ਉਹ ਮੌਕੇ ਦੇ ਹਿਸਾਬ ਨਾਲ ਜਿਹੜੀ ਇੱਕ ਇਮੀਗ੍ਰੇਸ਼ਨ ਦੇ ਥਰੂ ਐਕਟ ਦੇ ਰਾਹੀਂ ਪ੍ਰੋਗਰਾਮਸ ਬਣੇ ਹੋਏ ਨੇ, ਇੱਕ ਸਪੈਸ਼ਲ ਕਲਾਸ ਆਫ ਪ੍ਰੋਗਰਾਮ ਚਲਾ ਸਕਦਾ ਪਬਲਿਕ ਪਾਲਿਸੀ ਨੂੰ ਜਿਹੜਾ ਬੈਨੀਫਿਟ ਕਰਦੀ ਹੋਵੇ, ਉਸ ਦੇ ਤਹਿਤ ਜਿਹੜਾ ਉਹਦਾ ਸਿਗਨੀਫਿਕੈਂਟ ਬੈਨੀਫਿਟ ਹੋਵੇ ਕੈਨੇਡਾ ਨੂੰ, ਉਸ ਦੇ ਮੱਦੇ ਨਜ਼ਰ ਇਹ ਡਿਸੀਜਨ ਲਏ ਜਾ ਸਕਦੇ ਨੇ। ਇਹ ਡਿਸੀਜਨ ਡਜ਼ਨਟ ਮੀਨ ਵੀ ਇਹ ਲੰਬਾ ਟਾਈਮ ਐਗਜ਼ਿਸਟ ਕਰਨਗੇ, ਇਹ ਬਹੁਤ ਸ਼ਾਰਟ ਟਰਮ ਜਿਹੜਾ ਪ੍ਰੋਗਰਾਮ ਹੈ। ਸੋ ਕਦੇ ਵੀ ਤੁਸੀਂ ਜੇ ਇਹ ਜੀ ਐਡਵਰਟੀਜ਼ਮੈਂਟ ਦੇਖੋ ਹਿੰਦੁਸਤਾਨ ਦੇ ਵਿੱਚ ਬਹੁਤ ਪਪੂਲਰ ਹੋਊਗਾ ਵੀ ਉੱਥੇ ਜੀ ਫਾਰਮ ਵਰਕਰ ਪੱਕੇ ਹੁੰਦੇ ਨੇ, ਉਹ ਪੱਕੇ ਹੋ ਰਹੇ ਨੇ। ਪਰ ਨਵੰਬਰ ਜਿਵੇਂ 5 ਤਰੀਕ ਇਹਨਾਂ ਨੇ ਰੱਖੀ ਹੋਈ ਹੈ ਜਦੋਂ ਐਪਲੀਕੇਸ਼ਨ ਲੈਣਗੇ, ਜਾਂ ਫਿਰ ਜਦੋਂ ਤੱਕ ਕੈਪ ਪਹੁੰਚ ਜਾਂਦੀ ਹੈ ਪੂਰੇ। ਸੋ ਜੇ ਕੈਪ ਪਹਿਲਾਂ ਰੀਚ ਕਰ ਜਾਂਦੀ ਹੈ ਤਾਂ ਐਪਲੀਕੇਸ਼ਨਾਂ ਪਹਿਲਾਂ ਲੈਣੀਆਂ ਬੰਦ ਕਰ ਦੇਣਗੀਆਂ। ਸੋ ਹੋ ਸਕਦਾ ਹੈ ਨੈਕਸਟ ਵੇਵ ਆਫ ਇੱਦਾਂ ਦੀ ਐਕਸੈਪਟੈਂਸ ਆਏ ਕਿ ਨਹੀਂ, ਅਜੇ ਪਤਾ ਨਹੀਂ ਜੀ। ਸੋ ਇਹਦੇ ਬਾਰੇ ਬਿਲਕੁਲ ਅਨਸਰਟਨ ਹੈ। ਸੋ ਇਹਦਾ ਫਾਇਦਾ ਜ਼ਰੂਰ ਜਿਹੜੇ ਵਿਅਕਤੀ ਕੈਨੇਡਾ 'ਚ ਆਏ ਹੋਏ ਨੇ ਉਹਨਾਂ ਨੂੰ ਜ਼ਰੂਰ ਲੈ ਲੈਣਾ ਚਾਹੀਦਾ, ਜੋ ਕੁਆਲੀਫਾਈ ਕਰਦੇ ਨੇ ਤਾਂ ਅਪਲਾਈ ਕਰ ਦੇਣਾ ਆਪਣੀ ਐਪਲੀਕੇਸ਼ਨ। ਮੈਂ ਇਹ ਵੀ ਨਾਲ ਜ਼ਿਕਰ ਕਰਨਾ ਚਾਹੂੰਗਾ ਵੀ ਜਿਹੜੀ ਐਕਟ ਇਹ ਵੀ ਪ੍ਰੋਵੀਜ਼ਨ ਰੱਖਦਾ ਹੀ ਦਿੰਦਾ ਜਦੋਂ ਵੀ ਤੁਸੀਂ ਪਬਲਿਕ ਪਾਲਿਸੀ ਥੱਲੇ ਐਪਲੀਕੇਸ਼ਨ ਕਰਦੇ ਹੋ, ਸੋ ਯੂ ਹੈਵ ਟੂ ਵਿਦਡਰਾ ਐਗਜ਼ਿਸਟਿੰਗ ਐਪਲੀਕੇਸ਼ਨ, ਫਿਰ ਤੁਸੀਂ ਨਵੀਂ ਐਪਲੀਕੇਸ਼ਨ ਪਹਿਲੀ ਕੱਢਣੀ ਪੈਣੀ ਆ ਜੀ। ਅਦਰਵਾਈਜ਼ ਇਹਨੂੰ ਅਬਿਊਜ਼ ਆਫ ਪ੍ਰੋਸੈਸ ਕਿਹਾ ਜਾਂਦਾ ਹੈ। ਸੋ ਅਬਿਊਜ਼ ਆਫ ਪ੍ਰੋਸੈਸ ਤੁਹਾਡੀ ਐਪਲੀਕੇਸ਼ਨ ਜਿਹੜੀਆਂ ਦੋਨੇ ਰੋਕੀਆਂ ਜਾ ਸਕਦੀਆਂ। ਸੋ ਇਹ ਵੀ ਪਲੀਜ਼ ਕੇਅਰਫੁਲ ਰਹੋ ਵੀ ਜੇ ਤੁਸੀਂ ਐਗਜ਼ਿਸਟਿੰਗ ਐਪਲੀਕੇਸ਼ਨ ਚੱਲਦੀ ਹੈ, ਸੋ ਤੁਸੀਂ ਇਹ ਦੇਖਿਓ ਵੀ ਜਿਹੜੇ ਮਾਈਲਸਟੋਨਸ ਨੇ, ਜਿਵੇਂ ਫੋਰ ਐਗਜ਼ਾਮਪਲ ਤੁਹਾਡੀ ਆਲਰੇਡੀ PNP 'ਚ ਐਪਲੀਕੇਸ਼ਨ ਚੱਲਦੀ ਹੈ ਜਿਹਦਾ ਵੇਟਿੰਗ ਟਾਈਮ ਹੋ ਸਕਦਾ 2 ਜਾਂ 3 ਸਾਲ ਹੋਵੇ, ਇਹ ਐਪਲੀਕੇਸ਼ਨ ਦਾ ਵੀ ਡਿਸੀਜਨ ਕੋਈ ਕੱਲ੍ਹ ਨਹੀਂ ਦੇ ਰਹੀ ਸਰਕਾਰ, ਤਾਂ ਇਹਦਾ ਵੀ ਵੇਟਿੰਗ ਟਾਈਮ ਹੋਏਗਾ ਕਿਉਂਕਿ ਨੰਬਰ ਬਹੁਤ ਵੱਡਾ ਹੈਗਾ। ਤਾਂ ਫਿਰ ਜਿਵੇਂ ਮੈਂ ਜ਼ਿਕਰ ਕੀਤਾ ਸੀ ਵੀ ਸਰਕਾਰ ਨੇ ਪਹਿਲਾਂ ਮੇਕ ਸ਼ੋਰ ਵੀ ਕਰਨਾ ਹੈ ਵੀ ਜਿਹੜੇ ਕਾਗਜ਼ ਪੱਤਰ ਤੁਸੀਂ ਦੇ ਰਹੇ ਹੋ ਸਹੀ ਦੇ ਰਹੇ ਹੋ ਕਿ ਉਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ। PNP ਤੋਂ ਵਿਦਡਰਾ ਕਰਨਾ ਪੈਣਾ ਹੁਣ ਉਹਦੇ 'ਚੋਂ ਜੀ, ਜਦੋਂ ਤੁਹਾਡੀ ਜੇ ਫੈਡਰਲ ਨੂੰ ਤੁਸੀਂ ਐਪਲੀਕੇਸ਼ਨ ਸਿੱਧਾ ਫੈਡਰਲ ਕਰਨੀ ਜੀ। ਸੋ ਜੇ ਤੁਸੀਂ 2 ਐਪਲੀਕੇਸ਼ਨ ਸਾਈਮਲਟੇਨੀਅਸਲੀ ਚਲਾਉਂਦੇ ਹੋ ਤਾਂ ਅਬਿਊਜ਼ ਆਫ ਪ੍ਰੋਸੈਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਦੋਨੇ ਨਾਮਨਜ਼ੂਰ ਹੋ ਜਾਂਦੀਆਂ ਨੇ। ਧੰਨਵਾਦ ਤੁਹਾਡੇ ਸਮੇਂ ਲਈ। ਕੁਝ ਹੋਰ ਐਡ ਅਪ ਕਰਨਾ ਚਾਹੋ? ਨਹੀਂ, ਥੈਂਕ ਯੂ ਬਾਈ ਜੀ। ਔਰ ਸਾਡੇ ਦਫ਼ਤਰ ਬਾਈ ਜੀ ਕਾਲ ਕਰਿਆ ਜਾ ਸਕਦਾ ਹੈ 604 598 55 55 ਜਾਂ ਫਿਰ ਜਿਹੜਾ ਐਬਸਫੋਰਡ ਸਾਡਾ ਆਫਿਸ ਹੈ 604 852 44 44। ਕਾਫੀ ਸਾਲਾਂ ਤੋਂ ਸਾਨੂੰ ਇਮੀਗ੍ਰੇਸ਼ਨ ਦਾ ਤਜਰਬਾ ਹੈਗਾ ਜੀ। ਜੇ ਤੁਸੀਂ ਕੋਈ ਜਾਣਕਾਰੀ ਇਸ ਮੁਤਲਕ ਜਾਂ ਤੁਹਾਡਾ ਕੋਈ ਕੇਸ ਰਿਫਿਊਜ਼ ਹੋ ਗਿਆ ਤਾਂ ਬਿਲਕੁਲ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ। ਕਿਸੇ ਵੀ ਕਿਸਮ ਦੀ ਜਿਹੜੀ ਰਿਫਿਊਜ਼ਲ ਹੈ, ਚਾਹੇ ਤੁਹਾਡਾ ਫਾਰਮ ਵਰਕਰ ਨੂੰ ਨਹੀਂ ਕੈਨੇਡਾ ਆਉਣ ਦਿੱਤਾ ਜਾ ਰਿਹਾ, ਤਾਂ ਤੁਸੀਂ ਐਨੀ ਟਾਈਮ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ। ਤਾਂ ਆਪਾਂ ਤੁਹਾਨੂੰ ਬੈਸਟ ਆਪਸ਼ਨਸ ਦੇ ਸਕਦੇ ਵੀ ਤੁਹਾਨੂੰ ਅਪੀਲ ਕਰਨੀ ਚਾਹੀਦੀ ਹੈ ਜਾਂ ਰੀਫਾਈਲ ਕਰਨਾ ਚਾਹੀਦਾ ਕੇਸ। ਸੋ ਪੰਜਾਬ ਦੇ ਵਿੱਚ ਆਪਾਂ ਆਫਿਸ ਰਨ ਕਰਦੇ ਹਾਂ ਜੀ? ਬਿਲਕੁਲ ਬਾਈ ਜੀ, ਪੰਜਾਬ ਜਿਵੇਂ ਸਾਡੀ 4 ਲੋਕੇਸ਼ਨਸ ਹੈ ਤੇ ਦੁਬਈ ਹੈ ਤੇ ਵੀਅਤਨਾਮ ਹੈ। ਸੋ ਖਾਸ ਕਰਕੇ ਜਿਵੇਂ ਹੁਣ ਫਾਰਮ ਵਰਕਰਸ ਅਸੀਂ ਜ਼ਿਆਦਾ ਵੀਅਤਨਾਮ ਤੋਂ ਕਰ ਰਹੇ ਹਾਂ ਕਿਉਂਕਿ ਇੰਡੀਆ ਦਾ ਵੇਟਿੰਗ ਟਾਈਮ ਬਹੁਤ ਲੰਬਾ ਹੈਗਾ। ਇੰਡੀਆ ਦਾ ਵੇਟਿੰਗ ਟਾਈਮ ਤਕਰੀਬਨ 7 ਤੋਂ 8 ਮਹੀਨੇ ਹੈ। ਔਰ ਜਿਹੜਾ ਰਿਫਿਊਜ਼ਲ ਰੇਟ ਹੈ ਇਹ ਵੀ ਮੈਂ ਨੈਕਸਟ ਟਾਈਮ ਤੁਹਾਡੇ ਪ੍ਰੋਗਰਾਮ 'ਚ ਜ਼ਰੂਰ ਡਿਸਕਲੋਜ਼ ਕਰੂੰਗਾ ਵੀ ਕਿਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਇਮੀਗ੍ਰੇਸ਼ਨ ਦੇ ਜਿਹੜੀ ਐਡਮਿਨਿਸਟ੍ਰੇਟਿਵ ਪਾਲਿਸੀਜ਼ ਨੇ। ਜਿਵੇਂ ਇੱਕ ਤਰਫ ਦਾ ਵਰਕ ਪਰਮਿਟ ਤੁਹਾਨੂੰ ਦਿੱਤਾ ਜਾ ਰਿਹਾ 1 ਹਫ਼ਤੇ ਦੇ ਅੰਦਰ ਔਰ ਤੁਹਾਡਾ ਅਪਰੂਵਲ ਰੇਟ ਹੈਗਾ 90%। ਪਿਛਲੇ ਸਮੇਂ ਤੋਂ ਦੱਸਿਆ ਪ੍ਰੋਗਰਾਮ 'ਚ। ਸੋ ਇਸੇ ਤਰ੍ਹਾਂ ਉਹਦੇ ਕੰਪੈਰੀਜ਼ਨ ਜਿਹੜਾ ਇੰਡੀਆ ਦਾ ਜਿਹੜਾ ਅਪਰੂਵਲ ਰੇਟ ਹੈ ਉਹ ਸਿਰਫ 38% ਹੈ ਫਾਰਮ ਵਰਕਰਸ ਨੂੰ ਲੈ ਕੇ, ਔਰ ਵੇਟਿੰਗ ਟਾਈਮ ਹੈਗਾ 7 ਤੋਂ 8 ਮਹੀਨੇ। ਸੋ ਵੀਅਤਨਾਮ 'ਚ ਕੀ ਖਾਸ ਹੈ ਜੀ ਫਿਰ?
ਬਿਲਕੁਲ ਸਰਕਾਰ ਇੰਟਰਨਲੀ ਡਿਸਾਈਡ ਕਰਦੀ ਹੈ ਹੁਣ ਨੰਬਰ ਆਫ ਲੈ ਕੇ ਆਉਣੇ ਨੇ ਜੀ ਬਿਲਕੁਲ ਵੀ ਕਿਸ ਤਰ੍ਹਾਂ ਦੀ ਕਮਿਊਨਿਟੀ ਨੂੰ ਲੈ ਕੇ ਆਉਣਾ ਕਿਸ ਤਰ੍ਹਾਂ ਨੂੰ ਅਸੀਂ ਉਹ ਕਰਨਾ ਆਫ ਕੋਰਸ ਜੇ ਤੁਸੀਂ ਸਰਕਾਰ ਦਾ ਪੱਖ ਦੇਖੋਗੇ ਤਾਂ ਉਹ ਪਤਾ ਆਨਸਰ ਵੀ ਉੱਥੇ ਨੰਬਰ ਆਫ ਐਪਲੀਕੇਸ਼ਨ ਜ਼ਿਆਦਾ ਲੱਗਦੀਆਂ ਹੋਣਗੀਆਂ ਇਹਨੂੰ ਨਹੀਂ ਕੀਤਾ ਜਾ ਸਕਦਾ ਡਿਨਾਈ ਬਟ ਐਟ ਦ ਸੇਮ ਟਾਈਮ ਪਰ ਇੱਕ ਕਮਿਟਮੈਂਟ ਹੋਣੀ ਚਾਹੀਦੀ ਹੈ ਜਿੱਥੇ ਜ਼ਿਆਦਾ ਵੋਲਿਊਮ ਆਫ ਐਪਲੀਕੇਸ਼ਨ ਉੱਥੇ ਫਿਰ ਸਟਾਫ ਵੀ ਜ਼ਿਆਦਾ ਹੋਣਾ ਚਾਹੀਦਾ ਤਾਂ ਕਿ ਉਹ ਜਿਹੜੀ ਕੰਸਿਸਟੈਂਸੀ ਰਹੇ ਡਿਸਪੈਰਿਟੀ ਨਾ ਹੋਵੇ ਵੀ ਇੱਕ ਜਗ੍ਹਾ ਤੇ ਐਪਲੀਕੇਸ਼ਨ ਜਿਹੜੀ ਆ ਉਹ 2 ਹਫ਼ਤੇ ਡਿਸਾਈਡ ਹੋ ਰਹੀ ਹੈ ਦੂਸਰੀ ਜਗ੍ਹਾ ਤੇ ਜਿਹੜੀ ਐਪਲੀਕੇਸ਼ਨ 8 ਮਹੀਨੇ 'ਚ ਹੋ ਰਹੀ ਹੈ ਤੇ ਫਿਰ ਜਿਹੜਾ ਰਿਫਿਊਜ਼ਲ ਰੇਟ ਆ ਉਹ ਵੀ ਅਲਾਰਮਿੰਗ ਹਾਈ ਹੈ ਤੋ ਵਿਅਤਨਾਮ 'ਚ ਵੀ ਕੋਈ ਸਪੈਸ਼ਲ ਪੇਪਰ ਵਰਕ ਨਹੀਂ ਲੱਗ ਰਿਹਾ ਵੀ ਜਿਹੜਾ ਤੁਸੀਂ 7 ਤੋਂ ਵੱਧ ਪੜ੍ਹੇ ਲਿਖੇ ਵੀ ਲੋਕ ਨਹੀਂ ਜੇ ਕਹੀਏ ਵੀ ਪੰਜਾਬ ਤੋਂ ਵੱਧ ਪੜ੍ਹੇ ਆ ਤਕੜੇ ਆ ਵੱਧ ਇਹੋ ਜਿਹੀ ਵੀ ਗੱਲ ਨਹੀਂ ਕੋਈ ਬਿਲਕੁਲ ਕਿਉਂਕਿ ਇਹਨਾਂ ਪ੍ਰੋਗਰਾਮਸ ਦੀ ਕੋਈ ਰਿਕੁਆਇਰਮੈਂਟ ਹੀ ਨਹੀਂ ਜੇ ਕਿਸੇ ਨੇ ਫਾਰਮ ਵਰਕਰ ਹੋਣਾ ਹੈ ਤਾਂ ਨਾ ਤਾਂ ਉਹਦੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਹੈ ਨਾ ਲੈਂਗੁਏਜ ਦੀ ਰਿਕੁਆਇਰਮੈਂਟ ਹੈ ਨਾ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ ਸੋ ਪਰ ਉਹਨਾਂ ਨੂੰ ਜਿਹੜਾ ਇੰਡੀਅਨ ਐਪਲੀਕੈਂਟ ਹੈ ਉਹਨੂੰ ਡਿਫਰੈਂਟ ਪ੍ਰੋਸਪੈਕਟ ਨਾਲ ਦੇਖਿਆ ਜਾਂਦਾ ਕਿਹਾ ਜਾਂਦਾ ਵੀ ਤੁਸੀਂ ਜਾ ਕੇ ਵਾਪਸ ਨਹੀਂ ਆਓਗੇ ਜਿਹੜਾ ਵਿਅਤਨਾਮੀਜ਼ ਹੈ ਉਹ ਚਾਹੇ ਕੁਝ ਵੀ ਨਹੀਂ ਕਰ ਰਿਹਾ ਘਰੇ ਬੈਠ ਕੇ ਟੀਵੀ ਦੇਖ ਰਿਹਾ ਉਹਨੂੰ ਪਰਮਿਟ ਦੇ ਦਿੰਦੇ ਨੇ ਤੇ ਵਿਅਤਨਾਮ ਨਾਲੋਂ ਸਾਡੀ ਹਾਲਤ ਕੋਈ ਮਾੜੇ ਨਹੀਂ ਹੈ ਪੰਜਾਬ ਦੇ ਵਿੱਚ ਅਸੀਂ ਵੈਲ ਆਫ ਆ ਤੇ ਭਾਈਚਾਰਾ ਭੰਗੜਾ ਪਾਉਣ ਲੱਗ ਜਾਂਦਾ ਵੀ ਟਰੂਡੋ ਸਾਡਾ ਸੇਵੀਅਰ ਅਖੰਡ ਪਾਠ ਦੇ ਭੋਗ ਉੱਥੇ ਪੈਂਦੇ ਆ ਵੋਟਾਂ ਉਰੇ ਪੈਂਦੀਆਂ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਬਾਈ ਜੀ ਸ਼ੁਭ ਸ਼ਾਮ ਥੈਂਕ ਯੂ ਸਰ ਅਮਨ ਖਹਿਰਾ ਜੀ CWC ਤੋਂ ਗੱਲਬਾਤ ਕਰ ਰਹੇ ਸੀ ਕੁਝ ਸਮਾਂ ਹੋਏਗਾ ਵਪਾਰਕ ਸੰਦੇਸ਼ਾਂ ਤੋਂ ਬਾਅਦ ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰਾਂਗਾ 604 204 0600 24 ਦੇ ਕਰੀਬ ਵੱਧ ਵੀ ਲੈ ਸਕਦਾ ਪਰ ਜੇ ਤੁਸੀਂ ਸੰਖੇਪ ਰੱਖੋ ਤਾਂ ਗੱਲਬਾਤ ਕਰ ਸਕਦੇ ਹੋ ਇਹ ਜਿਹੜਾ 90,000 ਜਿਹੜਾ ਐਪਲੀਕੇਸ਼ਨ ਹੈ ਇਹ ਇਕੱਲੇ ਪੰਜਾਬੀਆਂ ਦੀ ਨਹੀਂ ਪਹਿਲੀ ਤਾਂ ਗੱਲ ਤੇ ਨੰਬਰ 2 ਤੁਸੀਂ ਜਿਵੇਂ ਸੁਣਿਆ ਅਮਨ ਖੈਰ ਉਹਨਾਂ ਨੇ ਦੱਸਿਆ ਕਿ ਫਰਾਂਸੀਸੀ ਬੋਲਣ ਵਾਲਿਆਂ ਤੇ ਕੋਈ ਕੈਪ ਨਹੀਂ ਉਹ ਜਿੰਨੇ ਮਰਜ਼ੀ ਅਪਲਾਈ ਕਰ ਸਕਦੇ ਸਰ ਨਵਦੀਪ ਸਿੰਘ ਲਾਈਨ ਨੰਬਰ 1 ਸਤਿ ਸ਼੍ਰੀ ਅਕਾਲ ਵੀਰ ਜੀ ਗੁੱਸਾ ਨਾ ਕਰੇ ਗੱਲ ਦਾ ਇੱਕ 2 ਮਹੀਨੇ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੈ ਤੁਸੀਂ ਰੋਮਨਪ੍ਰੀਤ ਨੇ ਇੱਕ ਪ੍ਰੋਗਰਾਮ ਕੀਤਾ ਸੀਗਾ ਕਿ ਕੰਸਲਟੈਂਟ ਜਿੰਨੇ ਨੇ ਥੋੜੇ ਲੋਟੂ ਨੇ ਜੀ ਬਿਲਕੁਲ ਕੀਤਾ ਜੀ ਠੀਕ ਹੈ ਜੀ ਹੁਣ ਤੁਸੀਂ ਅਮਨ ਖਹਿਰਾ ਸਾਹਿਬ ਨੇ ਛੱਡਿਆ ਇਹ ਮੇਰੇ ਹਿਸਾਬ ਨਾਲ ਪੇਡ ਪ੍ਰੋਗਰਾਮ ਸੀਗਾ ਠੀਕ ਹੈ ਜੀ ਬਿਲਕੁਲ ਹੈ ਨਾ ਜੀ ਪੇਡ ਪ੍ਰੋਗਰਾਮ ਸੀ ਹੁਣ ਇਹਨਾਂ ਇਹ ਪੁੱਛੋ ਜਿੱਦਾਂ ਹੁਣ ਇੱਥੇ ਬੈਠੇ ਇਹ ਦੱਸ ਗਏ ਆ ਕਿ ਸਾਡੇ ਆਫਿਸ ਆਓ ਤੁਹਾਨੂੰ ਫ੍ਰੀ ਸਰਵਿਸ ਦੱਸੀ ਜਾਊਗੀ ਤੁਹਾਨੂੰ ਵੇਚ ਦਿੱਤਾ ਜਾਊਗਾ ਪਰ ਜੋ ਤੁਸੀਂ ਇਹਨਾਂ ਦੇ ਆਫਿਸ ਆਉਂਦੇ ਲੁੱਟਦੇ ਪਤਾ ਕਿੰਨਾ ਨੇ ਇਹ ਦੱਸੋ ਮੇਰੇ ਚਾਚੇ ਦੇ ਮੁੰਡੇ ਦੇ ਪੇਪਰ ਖਰਾਬ ਕਰਤੇ ਨੇ ਪੌਣੇ 2 ਸਾਲ ਬਾਅਦ ਰਿਜੈਕਸ਼ਨ ਲੱਗ ਕੇ ਆ ਗਈ ਤੁਹਾਡੇ ਫਾਰਮ ਇਨਕੰਪਲੀਟ ਹੈ ਜੀ ਇਹ ਹੋਇਆ ਕਿ ਇੱਕ ਪੇਪਰ ਸਬਮਿਟ ਕਰਨਾ ਸੀਗਾ PCC ਉਹ ਨਹੀਂ ਉਹਨਾਂ ਦੇ ਸਬਮਿਟ ਕਰ ਰਹੇ ਪੌਣੇ 2 ਸਾਲ ਦੇ ਵਿੱਚ ਮੈਨੂੰ ਉਹਦਾ ਜਿਹੜਾ 10-15-20 ਇੱਕ ਵੀ ਕੰਸਲਟੈਂਟ ਸਰੀ ਦੇ ਵਿੱਚ ਕੋਈ ਇਹੋ ਜਿਹਾ ਹੈ ਜਿਹਦੀ ਪ੍ਰੋਬਲਮ ਨਹੀਂ ਪਰ ਇੱਕ ਗੱਲ ਮੈਂ ਕਹਿ ਸਕਦਾ ਮੈਨੂੰ 4-5 ਦੇ ਕਰੀਬ CWC ਬਾਰੇ ਸੁਣਨ ਵਾਲਿਆਂ ਨੇ ਕਿਹਾ ਮੈਂ 4-5 ਦੇ ਕਰੀਬ ਇਹਨਾਂ ਤੋਂ ਕੇਸ ਇਹਨਾਂ ਦੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਨਾਲ ਧੱਕਾ ਹੋਇਆ ਉਹ ਸੋਲਵ ਕਰਾਏ ਨੇ ਦੇਖੋ ਹੁਣ ਇੱਕ ਕਲਾਇੰਟ ਤੇ ਕਸਟਮਰ ਦੇ ਵਿੱਚ ਇੱਕ ਤੁਹਾਡਾ ਆਪਸ ਵਿੱਚ ਕੁਝ ਐਗਰੀਮੈਂਟ ਆ ਜੀ ਉਹ ਸਾਤੋਂ ਤੁਸੀਂ ਪਰਾਂ ਹੋ ਕੇ ਕਰਦੇ ਹੋ ਪਰ ਫਿਰ ਵੀ ਅਸੀਂ ਉਹ 'ਚ ਇੰਟਰਵੀਨ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਠੀਕ ਹੋਵੇ ਹੁਣ ਦੱਸੋ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਹੁਣ ਜੇ ਰੋਕਦੇ ਆ ਮੈਂ ਤਾਂ ਹਰ ਰੋਜ਼ ਕਹਿਣਾ ਨਾ ਕਰੋ ਦਿੰਦਾ ਕੌਣ ਆ 30,000 40,000 ਕੈਸ਼ ਜਾ ਕੇ ਕਿਉਂ ਦਿੰਦੇ ਨੇ ਲੋਕ ਫਿਰ ਦੱਸੋ ਮੈਨੂੰ ਨਹੀਂ ਹੁਣ ਤੁਹਾਡੇ ਸਾਹਮਣੇ ਇੱਥੇ ਬੈਠ ਕੇ ਕਹਿ ਵੀ ਗਏ ਜਦੋਂ ਨਹੀਂ ਉਹ ਤਾਂ ਕਹਿ ਗਏ ਮੈਨੂੰ ਦੱਸੋ ਵੀ ਕੌਣ ਦਿੰਦਾ ਮੈਨੂੰ ਜੇ ਤੁਸੀਂ ਮੇਰੀ ਸੁਣਦੀ ਗੱਲ ਕਰਦੇ ਹੋ ਮੈਂ ਤਾਂ 4 ਸਾਲ ਹੋ ਗਏ ਕਹਿੰਦੇ ਭਾਈ ਬਚੋ ਐਪਲੀਕੇਸ਼ਨ ਮੈਂ ਆਪ ਕਹਿੰਦਾ ਮੈਂ ਕਰਕੇ ਆਇਆ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਆਪ ਕਰ ਸਕਦੇ ਹੋ ਫਿਰ ਜੇ ਕੰਮ ਨਹੀਂ ਕੋਈ ਕਰਦੇ ਕੰਸਲਟੈਂਟ ਤੇ ਜਾਣੇ ਕਿਉਂ ਉਹ ਬਾਈ ਜੀ ਇਹੀ ਤਾਂ ਪ੍ਰੋਬਲਮ ਹੈ ਜਦੋਂ ਬੰਦੇ ਨੂੰ ਪਹਿਲੀ ਵਾਰ ਪਤਾ ਨਹੀਂ ਹੁੰਦਾ ਫਾਰਮ ਕਿਹੜੇ ਡਾਊਨਲੋਡ ਕਰਨੇ ਕਿਹੜੇ ਅਪਲੋਡ ਕਰਨੇ ਉਸੇ ਪ੍ਰੋਬਲਮ ਆ ਪਰ ਉਹਦੀ ਕੀਮਤ 40,000 ਤਾਂ ਨਵਦੀਪ ਹੈ ਨਹੀਂ ਨਾ ਮੈਂ 40,000 ਨਹੀਂ ਕਹਿ ਰਿਹਾ ਜੀ ਮੈਂ 15-20,000 ਦੀ ਗੱਲ ਚਲੋ 15 ਦਿੱਤਾ 20 ਦਿੱਤਾ ਜੇ ਤੁਸੀਂ ਆਪ ਕੰਪਿਊਟਰ ਤੇ ਤੁਸੀਂ ਤੁਹਾਡੀ ਗੱਲਬਾਤ ਤੋਂ ਪੜ੍ਹੇ ਲਿਖੇ ਤੁਸੀਂ ਲੱਗਦੇ ਹੋ ਬਾਈ ਜੀ ਇੰਨੀ ਕੁ ਆਪ ਹਿੰਮਤ ਕਰ ਲਓ ਕਿਉਂ ਦਿੰਨੇ ਆ ਅਸੀਂ ਪੈਸੇ ਉਹ ਜੇ ਤੁਸੀਂ ਅੱਜ ਵੀ ਆਨਲਾਈਨ ਬੈਠ ਕੇ ਲੱਭੋ ਨਾ ਫਾਰਮ ਕਿਹੜੇ ਸਬਮਿਟ ਕਰਨੇ ਤੁਹਾਨੂੰ ਉਹ ਅੱਜ ਵੀ ਨਹੀਂ ਲੱਭਣੇ ਨਹੀਂ ਲੱਭਦੇ ਆ ਸਾਰੇ ਇਸ ਤਰ੍ਹਾਂ ਨਹੀਂ ਪਰ ਸਾਡੇ ਕੋਲ ਸਮਾਂ ਹੈ ਨਹੀਂ ਕੁਛ ਜਿਹੜੀ ਅਸੀਂ ਫੇਰ ਬਦਲ ਕਰਨੀ ਆ ਸਾਡੀ ਐਪਲੀਕੇਸ਼ਨ 'ਚ ਉਹਦੇ ਤੱਕ ਸਾਡੇ ਕੋਲ ਐਕਸੈਸ ਨਹੀਂ ਗਲਤ ਕੰਮ ਅਸੀਂ ਨਵਦੀਪ ਕਹਿਣੇ ਆ ਬਈ ਯਾਰ ਮੇਰਾ ਆ ਨਹੀਂ ਮੇਰੇ ਕਹੇ ਕੋਈ ਹਟਦਾ ਉਹ ਕਿਹਾ ਸੀ ਇੱਕ ਬਦਨਾਮ ਆ ਸਰੀ ਦਾ ਬਹੁਤ ਕੰਸਲਟੈਂਟ ਉਹ ਇਕੱਠ 'ਚ ਕਿਹਾ ਮੇਰੇ ਕੋਲ ਰਿਕਾਰਡਿੰਗ ਆ ਕਹਿੰਦਾ ਪਾਈ ਚੱਲੇ ਰੌਲਾ ਕਹਿੰਦਾ 5 ਹਟਦੇ ਨੇ 20 ਲਾਈਨ 'ਚ ਖੜੇ ਨੇ ਦੱਸੋ ਕਿਹਦੀ ਗਲਤੀ ਆ ਫਿਰ
ਨਹੀਂ ਮਤਲਬ ਠੀਕ ਹੈ ਜੀ, ਲੋਕਾਂ ਨੇ ਜਿਹੜੇ ਆਉਂਦੇ ਆ ਵੀ ਤੁਸੀਂ ਰੇਡੀਓ ਤੋਂ ਫਿਰ ਇਸ ਗੱਲ ਨੂੰ ਐਵੇਂ ਦੁਹਰਾਈ ਜਾਂਦੇ ਕਿ ਨਾ ਜਾਓ ਦੂਜੇ ਪਾਸੇ ਵੀ ਤੁਸੀਂ ਥੋੜਾ ਕਰਦੇ ਮੈਂ ਕਿਸੇ ਨੂੰ ਕਿਹਨੂੰ ਕਿਹਾ ਜਾ ਕੇ ਵੀ CWC ਤੇ ਜਾਓ? ਕਿਸੇ ਨੂੰ ਕਿਹਾ? CWC ਦਾ ਮੈਂ ਨਾਮ ਨਹੀਂ ਲੈ ਰਿਹਾ, ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਤੁਸੀਂ ਇੱਕ ਪਾਸੇ ਕਹਿੰਦੇ ਜੀ ਜੇ ਇਹ ਕੰਮ ਨਾ ਕਰੋ, ਦੂਜੇ ਪਾਸੇ ਤੁਸੀਂ ਕਹਿੰਦੇ ਵੀ ਜਾਣਾ ਪੈਣਾ ਜੇ ਤੁਹਾਨੂੰ ਆਪ ਨਹੀਂ ਪਤਾ। ਮੈਂ ਬਿਲਕੁਲ ਨਹੀਂ ਕਿਸੇ ਨੂੰ ਕਿਹਾ, ਮੈਂ ਇੱਕ ਐਕਸਪਰਟ ਸੱਦ ਕੇ ਤੁਹਾਨੂੰ ਪ੍ਰੋਗਰਾਮ ਬਾਰੇ ਦੱਸਿਆ। ਦੱਸੋ ਕਿਹਨੂੰ ਕਿਹਾ ਮੈਂ ਕਿਹਾ ਵੀ CWC ਤੇ ਜਾਓ? ਬਿਲਕੁਲ ਨਹੀਂ ਕਿਹਾ। ਉਹਨੇ ਪੇਡ ਪ੍ਰੋਗਰਾਮ ਉਹਨਾਂ ਨੇ ਆਪਣੇ ਓਬਵੀਅਸਲੀ ਉੱਥੋਂ ਸਾਡੇ ਖਰਚੇ ਚੱਲਦੇ ਨੇ, ਉਹਨਾਂ ਨੇ ਆਪਣੀ ਆਪਣੇ ਇੰਸਟੀਚਿਊਟ ਦਾ ਤਾਂ ਨਾਮ ਲੈਣਾ ਹੀ ਲੈਣਾ ਨਾ। ਪਰ ਨਵਦੀਪ ਸਿੰਘ ਜੀ, ਮੈਂ ਤੁਹਾਡੀ ਬਾਂਹ ਫੜ ਕੇ ਨਹੀਂ ਕਹਿ ਰਿਹਾ ਵੀ ਤੁਸੀਂ CWC ਤੇ ਜਾਓ। ਜੇ ਇੱਕ ਪੇਪਰੇ ਫਿਲ ਕਰਨੇ ਸੀ ਸਰਦਾਰ ਸਾਹਿਬ, ਉਹਦਾ $20,000 ਕੈਸ਼ ਜੇ ਜਾਂ ਜਿਵੇਂ ਵੀ ਦਿੱਤਾ ਤੁਸੀਂ, $20,000 5 ਮਹੀਨੇ ਦੀ ਤਨਖਾਹ, ਤੇ ਤੁਸੀਂ ਪੜ੍ਹੇ ਲਿਖੇ ਬੰਦਿਆਂ ਕੰਪਿਊਟਰ 'ਚ ਕਿਹੜੀ ਐਪਲੀਕੇਸ਼ਨ ਜਿਹੜੀ ਨਹੀਂ ਹੁੰਦੀ ਪੰਜਾਬੀ 'ਚ ਲਿਖਿਆ ਹੋਇਆ, ਹਿੰਦੀ 'ਚ ਲਿਖਿਆ ਹੋਇਆ, ਅੰਗਰੇਜ਼ੀ 'ਚ ਲਿਖਿਆ ਹੋਇਆ, ਕੁਝ ਵੀ ਨਹੀਂ ਹੈ। ਫਿਰ ਉਹ ਜੇ ਮਹਾਰਾਜ ਪਤਾ ਹੋਵੇ ਤੇ ਫਿਰ ਪ੍ਰੋਬਲਮ ਬਸ ਫਿਰ ਜੇ ਤੁਸੀਂ ਸਰਵਿਸਿਜ਼ ਕਿਸ ਨੇ ਲੈਣੀਆਂ ਨੇ ਕਿਸੇ ਤੋਂ, ਉਹਨੇ ਫਿਰ ਵੀ ਚਾਰजेस ਤਾਂ ਲੈਣੇ ਨੇ। ਤੁਸੀਂ ਜੇ ਟਰੱਕ ਚਲਾਉਂਦੇ ਤੁਸੀਂ ਫ੍ਰੀ ਦਿੰਦੇ ਹੋ? ਨਹੀਂ, ਚਾਰजेस ਤਾਂ ਲੈਣੇ, ਪਰ ਜੇ ਤੁਸੀਂ ਕੰਮ ਹੀ ਨਹੀਂ ਪੂਰਾ ਕੀਤਾ ਫਿਰ ਚਾਰजेस ਬਣਦੇ। ਹਾਂ, ਉਹ ਤੁਹਾਡਾ ਹੱਕ ਬਣਦਾ ਹੈ। ਤੁਸੀਂ ਉਸ ਬਾਰੇ ਤੁਸੀਂ ਅੱਜ ਗੱਲ ਕੀਤੀ ਹੈ, ਉਹਦਾ ਤੁਸੀਂ ਹੱਕ ਬਣਦਾ। ਮੈਨੂੰ ਭੇਜੋ ਪੇਪਰ, ਤੁਸੀਂ ਕਿੰਨੇ ਪੈਸੇ ਦਿੱਤੇ, ਕਿਹੜਾ ਤੁਹਾਡਾ ਕੰਮ ਨਹੀਂ ਹੋਇਆ, ਮੈਂ ਔਨ 에ਅਰ ਦੱਸੂ ਵੀ ਆਹ ਨਵਦੀਪ ਸਿੰਘ ਦਾ ਕੰਮ ਸੀ, ਇੰਨੇ ਪੈਸੇ CWC ਨੇ ਲਏ ਨੇ, ਇੰਨੇ ਵਾਪਸ ਕਰਾਇਆ ਮੈਂ। ਠੀਕ ਹੈ, ਭੇਜੋ ਮੈਨੂੰ ਜੀ। ਥੈਂਕ ਯੂ। ਸੋ ਇਹ ਇੱਕ ਬੇਨਤੀ ਹੈ ਮੇਰੀ, ਕੌਣ ਦੁਕਾਨਦਾਰਾਂ ਦੇ ਕੌਣ ਜਾਂਦਾ ਹੈ, ਜਾ ਕੇ ਦਿੰਦੇ ਕਿਉਂ ਹੋ ਤੁਸੀਂ? ਮੈਨੂੰ ਸਮਝਾਓ ਤੁਸੀਂ। ਮੈਂ ਕਿੰਨੀ ਵਾਰ ਸਮਝਾਇਆ, ਪੁਆਇੰਟ ਸਿਸਟਮ ਤੇ ਲੋਕ ਆਉਂਦੇ ਆ। ਮੈਂ ਤੁਹਾਨੂੰ ਦੱਸਿਆ 97 'ਚ ਮੈਂ ਆਇਆ, ਮੈਂ $1000 ਦਿੱਤਾ, 1100, 500, ਉਹ ਵੀ 500 ਪ੍ਰੋਸੈਸਿੰਗ ਫੀਸ ਮੇਨ ਐਪਲੀਕੈਂਟ ਦੀ, ਸਪਾਊਸ ਦੀ, ਤੇ ਇੱਕ $100 ਬੱਚੇ ਦੀ। ਇਸ ਤਰ੍ਹਾਂ ਹੀ ਹੁਣ ਆਉਂਦੇ ਨੇ ਲੋਕ ਬਹੁਤ। ਹੈ ਮੈਂ ਕੱਲ੍ਹ ਨੂੰ ਘੰਟਾ ਲਾਈਨਾਂ ਖੋਲੂੰ ਜਿਨ੍ਹਾਂ ਨੇ 2-2 ਹਜ਼ਾਰ 'ਚ ਇਮੀਗ੍ਰੇਸ਼ਨ ਲਈ ਹੈ। ਜਦ ਅਸੀਂ ਤਾਕ ਤੇ ਇਹ ਜਾਂਦੇ ਹਾਂ ਵੀ ਕੰਸਲਟੈਂਟ ਤੋਂ ਘਤਿੱਤ ਕਰਾਉਣੀ ਆ, ਇਹ ਦੱਸਣਗੇ ਇੱਧਰੋਂ ਲਾ ਦੇ ਉੱਧਰੋਂ ਲਾ ਦੇ, ਫਿਰ ਉਹਨੇ ਉਹਦੀ ਫੀਸ ਲੈ ਲੈਣੀ ਆ। ਤੇ ਘਤਿੱਤ ਵਾਲਾ ਕੰਮ ਸਿਰੇ ਚੜੂ ਜਾਂ ਨਹੀਂ ਚੜੂ ਉਹ ਰੱਬ ਜਾਣਦਾ, ਕਿਉਂਕਿ ਸੱਚ ਨਹੀਂ ਉਹ ਝੂਠ ਆ, ਆਪਾਂ ਨੂੰ ਪਤਾ। ਹੁਣ ਕਿਹਨੂੰ ਨਹੀਂ ਪਤਾ ਹੈ ਵੀ ਕਰੋੜਾਂ ਦੀ ਜਾਇਦਾਦ, ਅਰਬਾਂ ਦੀ ਜਾਇਦਾਦ ਲੋਕਾਂ ਨੇ ਬਣਾ ਲਈ ਇੱਥੋਂ। ਤੇ ਤੁਸੀਂ ਜੇ ਕਹਿੰਦੇ ਆ ਲਿਆਓ ਲਿਖਤ ਪੜ੍ਹ ਤਾਂ ਕੁਛ ਨਹੀਂ, ਕੈਸ਼ ਦਿੱਤਾ 50,000। ਦੱਸੋ ਫਿਰ 50,000 ਕੈਸ਼ ਉਹ ਕਿੱਥੋਂ ਕੀਤਾ, ਕਿੱਥੇ ਦਿੱਤਾ? ਉੱਥੇ ਦੇਤਾ ਜੀ 50-25 ਲੱਖ। ਨਾ ਕੋਈ ਲਿਖਤਾ ਨਾ ਕੋਈ ਪੜ੍ਹਤਾ। ਕੈਨੇਡਾ ਦੀ ਗੱਲ, ਹੁਣ ਕੈਨੇਡਾ ਨੇ 90,000 ਕਹਿਤਾ, ਦੇ ਦਿਓ ਆ ਜਾਓ। 90,000 ਦੇ ਵਿੱਚ ਤੁਹਾਡਾ ਕਿੰਨਿਆਂ ਦਾ ਨੰਬਰ ਆਊ? ਮੈਂ ਸਮਝਦਾ ਇਹ ਗੱਲ, ਮੈਂ ਸਮਝਦਾ ਵੀ ਜੇ ਮੇਰੀ ਬਾਂਹ ਕਲਾੜੀ ਅੜੀ ਹੋਵੇ, ਮੈਂ ਇਹ ਮੁਸ਼ਕਿਲ 'ਚ ਪੈ ਕੇ ਇਹਨੂੰ ਸਰ ਕਰਨ ਲਈ ਕੁਝ ਵੀ ਕਰਨਾ, ਮੈਂ ਕੈਨੇਡਾ ਜਾਣਾ ਬਸ। ਪਰ ਉਹ ਕੈਨੇਡਾ ਜਿਹੜਾ ਤੁਹਾਨੂੰ ਕਾਗਜ਼ ਪੱਤਰੇ ਨਹੀਂ ਮਿਲਣੇ, ਉਹਦੇ ਲਈ ਤੁਸੀਂ ਲੁੱਟ ਕਿਉਂ ਹੁੰਦੇ ਹੋ? ਜੇ 5-5 6-6 ਸਾਲ ਹੋ ਗਏ ਮੈਨੂੰ ਰੌਲਾ ਪਾਉਂਦੇ ਨੂੰ, ਫਿਰ ਉਹਦੇ ਬਾਵਜੂਦ ਵੀ ਤੁਸੀਂ 20,000 ਦਿੰਦੇ ਹੋ, ਫਿਰ ਇਹਦਾ ਮਤਲਬ ਜਾਂ ਮੈਂ ਗਲਤ ਹਾਂ ਜਾਂ ਤੁਸੀਂ ਗਲਤ ਹੋ। ਫਿਰ ਅਸੀਂ ਖਿਆਲ ਰੱਖੀਏ ਆਪਣਾ ਕਿ ਕੀ ਕੋਈ ਡਿਜ਼ਰਵ ਕਰਦਾ ਸਾਡੇ ਇੰਨੇ ਪੈਸੇ? ਇਹ ਦੇਸ਼ 'ਚ ਕਿਤੇ ਕਿਸੇ ਇਮੀਗ੍ਰੇਸ਼ਨ ਦੀ ਸਾਈਟ ਤੇ ਲਿਖਿਆ ਹੋਇਆ ਵੀ ਭਾਈ ਸਾਡੇ ਤੁਸੀਂ ਕੰਸਲਟੈਂਟਸ ਦੇ ਥਰੂ ਆਓ ਸਾਡੇ ਕੋਲ? ਕਿਤੇ ਨਹੀਂ ਲਿਖਿਆ ਹੋਇਆ। ਸਾਨੂੰ ਪਤਾ ਹੁੰਦਾ ਹੈ ਵੀ ਪੰਜਾਬ 'ਚ ਪੈਸੇ ਦੇਤੇ, ਨਾਲ ਚਿੱਠੀ ਲੱਗੀ ਹੋਈ ਆ ਕਾਇਮ, ਉਹ ਚਿੱਠੀ ਦੇ ਨਾਲ ਅੱਡ ਮੁੱਲ ਹੈ, ਬਿਨਾਂ ਚਿੱਠੀ ਦਾ ਅੱਡ ਮੁੱਲ ਹੈ। ਚਿੱਠੀ ਦਾ ਵੀ ਪਤਾ, ਆਉਣ ਵਾਲੇ ਦਾ ਵੀ ਪਤਾ ਵੀ ਮੈਂ ਵਿਜ਼ਿਟ ਤੇ ਆ ਕੇ ਕਰਨਾ ਕੀ ਆ। ਵਿਜ਼ਿਟ ਦੇ ਇੰਨੇ ਨੇ, ਜਾ ਕੇ ਜਾਂਦੇ LMI 30,000 ਦੀ ਲੈ ਕੇ ਤੀਜੇ ਦਿਨ ਦਿੱਲੀ ਨੂੰ ਮੁੜ ਆਉਣਾ, 5ਵੇਂ ਦਿਨ ਵਾਪਸ ਫੇਰ ਆ ਜਾਣਾ ਉਸ ਵਰਕ ਪਰਮਿਟ ਤੇ। ਜਦ ਆਪਾਂ ਸ਼ੁਰੂਆਤ ਦੇ ਵਿੱਚ ਹੀ ਇਸ ਤਰ੍ਹਾਂ ਬੈਠੇ ਹਾਂ, ਫਿਰ ਕੌਣ ਬਚਾਊ ਆਪਾਂ ਨੂੰ? ਮੇਰੇ ਖਿਆਲ ਅਵੇਅਰਨੈਸ ਦਾ ਮਤਲਬ ਇਹ ਹੈ, ਜਾ ਬੜੇ ਅਗਲੇ ਵੀਅਤਨਾਮ ਤੋਂ ਲਿਆਉਂਦੇ ਨੇ ਨਾ, ਵੀਅਤਨਾਮ ਤੋਂ ਹਫ਼ਤੇ 'ਚ ਦੱਸ ਕੇ ਗਏ ਨੇ। ਨਾਲੇ ਤਾਂ ਤੁਸੀਂ ਹੁੱਬ ਕੇ ਪਾਉਂਦੇ ਹੋ ਵੋਟਾਂ, ਨਾਲੇ ਕਰਦੇ ਹੋ ਗੁਲਾਮੀ ਉਹਨਾਂ ਲੋਕਾਂ ਦੀ ਜਿਹੜੇ ਤੁਹਾਨੂੰ ਦਿੰਦੇ ਨੇ ਚਿੱਠੀਆਂ। ਅਗਲੇ ਨੂੰ ਹਫ਼ਤੇ ਦੇ ਵਿੱਚ ਅਗਲੇ ਪਰਮਿਟ ਦਿੰਦੇ ਆ ਵੀਅਤਨਾਮ ਵਾਲੇ, ਤੇ ਤੁਹਾਡੇ ਵਾਲੇ ਨੂੰ ਮੋੜਦੇ ਆ 7-7 ਮਹੀਨੇ ਬਾਅਦ ਜਵਾਬ ਦਿੰਦੇ ਆ। ਕਿਹਦੇ ਨੇੜੇ ਆ ਫਿਰ ਸਰਕਾਰ ਬਈ? ਤੇ ਲੋਕਾਂ ਨੂੰ ਪੁੱਛ ਲੈ, ਖੰਡ ਪਾਠ ਪੰਜਾਬ ਹੁੰਦੇ ਨੇ, ਸਰਕਾਰ ਉਰੇ ਜਿੱਤਦੀ ਹੈ। ਜਦ ਤੱਕ ਅਸੀਂ ਸਿਆਣੇ ਨਹੀਂ ਹੁੰਦੇ, ਸਾਨੂੰ ਸਿਆਣਾ ਕੌਣ ਕਰੂ? ਸੋ ਖਿਆਲ ਰੱਖੋ ਆਪਣਾ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਹੁਣ ਜੇਬ ਦੇ ਵਿੱਚ ਬਟੂਆ ਮੂਰਲੀ ਜੇਬ 'ਚ ਪਾਉਂਦੇ ਨਾ, ਪਿਛਲੀ ਜੇਬ 'ਚ ਕੋਈ ਕੱਢ ਨਾ ਲਵੇ। ਇਸ ਤਰ੍ਹਾਂ ਹੀ ਬਾਕੀ ਕੰਮ ਨੇ ਜ਼ਿੰਦਗੀ 'ਚ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਕੱਲ੍ਹ ਨੂੰ ਸ਼ੁੱਕਰਵਾਰ ਨੂੰ ਖਾਸ ਵਿਸ਼ੇ ਤੇ ਇਸ ਦੇ ਬਾਰੇ ਵੀ, ਕੱਲ੍ਹ ਅੱਜ ਵਾਲੀ ਇਸ ਪਾਲਿਸੀ ਦੇ ਬਾਰੇ, ਇਮੀਗ੍ਰੇਸ਼ਨ ਦੇ ਬਾਰੇ ਵੀ ਕੁਝ ਸਮਾਂ ਕੱਲ੍ਹ ਨੂੰ ਗੱਲ ਕਰਾਂਗੇ। ਤੇ ਸਾਰਿਆਂ ਦਾ ਧੰਨਵਾਦ। ਫੇਰ ਇੱਕ ਵਾਰ ਬੇਨਤੀ ਕਰਦਾ,
ਇਹ ਦੇਸ਼ ਨੂੰ ਵਰਕਰ ਚਾਹੀਦੇ ਨੇ, ਇਹ ਦੇਸ਼ 'ਚ 2-2.5 ਲੱਖ ਬੰਦਾ ਸਾਲ ਦਾ ਆਊ, ਦੇਸ਼ ਤਾਂ ਇਹ ਸਸਟੇਨ ਕਰਦਾ ਹੈ। ਪਰ ਉਹਦਾ ਮਤਲਬ ਇਹ ਨਹੀਂ ਕਿ ਅਸੀਂ 50-50 ਲੱਖ ਦੇ ਵਿੱਚ ਕਰਜ਼ਈ ਹੋ ਕੇ ਇੱਥੇ ਆ ਜਾਈਏ, ਮੁੜ ਕੇ 50 ਲੱਖ ਡਾਲਰ ਕਮਾਉਣ ਨੂੰ 10 ਸਾਲ ਲੱਗਣ। ਸਾਰਿਆਂ ਲਈ ਇਹ ਦੇਸ਼ ਨਹੀਂ, ਸਾਰਿਆਂ ਲਈ ਪੰਜਾਬ ਨਹੀਂ। ਜਿਹੜਾ ਕੋਈ ਆ ਸਕਦਾ ਸਿਸਟਮ ਦੇ ਵਿੱਚ ਆਪਣੀ ਲਾਈਨ ਦੇ ਵਿੱਚ ਲੱਗ ਕੇ ਪ੍ਰੋਪਰ, ਜਿਹੜੀ ਗੱਲ ਦੀ ਸ਼ੁਰੂਆਤ ਇਹ ਗਲਤ ਹੈ ਉਹਨੂੰ ਕਿਵੇਂ ਠੀਕ ਕਰ ਲਓਗੇ ਤੁਸੀਂ? ਜਿਹੜੀ ਫੇਕ ਮੈਰਿਜ ਪਹਿਲਾਂ ਕਰਦੇ ਹੋ, 40 ਲੱਖ ਰੁਪਈਆ ਦੇ ਕੇ ਕੁੜੀ ਜਾਊ, ਕੁੜੀ ਪੱਕੀ ਹੋਊ, ਫਿਰ ਸਾਡੇ ਮੁੰਡੇ ਨੂੰ ਸੱਦੂ। ਜਦੋਂ ਸ਼ੁਰੂਆਤ ਤੁਹਾਡੀ ਗਲਤ ਹੈ, ਫਿਰ ਕੁੜੀ ਦਾ ਕੀ ਦੋਸ਼ ਹੈ ਬਈ? ਜਦ ਤੁਸੀਂ ਝੂਠੇ ਜਿਹੜੀਆਂ ਲਾਵਾਂ ਹੀ ਝੂਠੀਆਂ ਲਈਆਂ ਪੰਜਾਬ ਦੇ ਕਿਸੇ ਬੈਂਕਟ ਹਾਲ ਦੇ ਵਿੱਚ, ਤੁਹਾਨੂੰ ਪਤਾ ਹੈ, ਫਿਰ ਉਹਦੇ ਬਾਅਦ ਜਦ ਕਾਗਜ਼ ਪੱਤਰ ਨਹੀਂ ਪੂਰੇ ਹੋਣੇ, ਫਿਰ ਕੰਸਲਟੈਂਟਾਂ ਨੇ ਫੀਸ ਲੈਣੀ ਆ, ਫਿਰ ਸਾਨੂੰ ਇਹ ਲੱਗਦਾ ਵੀ ਅਸੀਂ ਲੁੱਟੇ ਗਏ। ਸੋ ਇਹ ਖਿਆਲ ਰੱਖਣ ਦੀ ਲੋੜ ਹੈ। ਸਹੀ ਹੈ, ਗਲਤ ਹੈ।